एक गल कहना कि 4.5 साल जो ओपोजिशन का रोल आ ओपोजिशन ने प्ले किया। कोई आम आदमी पार्टी कभी सड़कों 'ਚ आई आ? भावें रमनीत सिंह बिट्टू होना दे नाल उत्थे किसानी मुद्दे दे उत्ते उन्हां दी इमदाद करन जान लग्गियां, बदसलूकी भी की गई, फिर भी गए। जिहड़े साडे किसान आगू हैगे आ वो भी राजनीति की दलदल विच फसदे जा रहे आ, मुद्दे उन्हां लई पिछे पैंदे जा रहे आ, राजनीति उन्हां लई अगे आ रही आ। पर जिहड़ा पिछली अकाली सरकार दे वेले काम होया ਉਹਦੇ ਵਿੱਚ बड़ा ਵੱਡਾ करप्शन का ਸਕੈਂਡਲ सामने आया, ਜਿਹਦੇ ਵਿੱਚ कई अफसर जेल ਦੇ ਵਿੱਚ ਬੈਠੇ। ਜੇ ਕੋਈ ਕਿਸੇ ਦੇ ਉੱਤੇ ਨੁਕਤਾਚੀਨੀ ਕਰਦਾ, ਕੋਈ ਕੰਮਾਂ ਦੀ ਉੱਤੇ ਗੱਲ ਕਰਦਾ ਤਾਂ ਇਹਦਾ ਮਤਲਬ ਇਹ ਆ ਵੀ ਉਹ ਪਾਰਟੀ ਦੇ ਵਿੱਚ ਸੁਧਾਰ ਚਾਹੁੰਦਾ ਆ, ਪਾਰਟੀ ਦੇ ਵਿੱਚ ਜਿਹੜੀਆਂ ਊਣਤਾਈਆਂ ਰਹਿ ਗਈਆਂ ਉਹਨਾਂ ਨੂੰ ਮੁਕੰਮਲ ਕਰਾਉਣਾ ਚਾਹੁੰਦਾ ਆ। ਸਿੱਧੂ ਸਾਹਿਬ ਨੇ ਕੋਈ ਪਾਰਟੀ ਤੋਂ ਬਾਹਰ ਜਾਣ ਵਾਲੀ ਗੱਲ ਨਹੀਂ ਕੀਤੀ, ਨਾ ਪਾਰਟੀ ਦੇ ਕੋਈ ਮੁਖਾਲਫਤ ਵਾਲੀ ਗੱਲ ਕੀਤੀ ਆ। ਬੇਅਦਬੀ ਦਾ ਮੁੱਦਾ ਜਿਹੜਾ ਆ ਉਹ ਇਕੱਲੇ ਸਿੱਖ ਧਰਮ ਨਾਲ ਨਹੀਂ ਜੁੜਿਆ ਆ, ਪੰਜਾਬ ਦਾ ਹਰ ਵਾਸੀ ਭਾਵੇਂ ਉਹ ਹਿੰਦੂ ਆ ਭਾਵੇਂ ਉਹ ਸਿੱਖ ਆ, ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਵੱਧ ਮੰਨਦੇ ਆ। ਤਾਕਤਾਂ ਹੈਗੀਆਂ ਆ ਜਿਹੜੀਆਂ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਆ, ਉਹਨਾਂ ਵੱਲੋਂ ਇਹ ਪਲਾਨਡ ਗੇਮ ਆ ਜਿਹੜਾ ਕਿ ਉਹ ਜਾਣ ਬੁੱਝ ਕੇ ਕਾਂਗਰਸ ਦੇ ਆਗੂਆਂ ਦਾ ਪਿੰਡਾਂ ਵਿੱਚ ਵਿਰੋਧ ਕਰਾ ਰਹੇ ਆ। 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਹਰ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਕਾਫੀ ਗਤੀਵਿਧੀਆਂ ਕਰ ਰਹੇ ਨੇ, ਆਪਣਾ ਆਪਣਾ ਹਲਕਾ ਸਾਰੇ ਸਾਂਭੀ ਬੈਠੇ ਨੇ ਔਰ ਆਪਣੇ ਆਪਣੇ ਹਲਕੇ ਦੇ ਵਿੱਚ ਜਿੰਨੇ ਵੀ ਪਾਰਟੀਆਂ ਦੇ ਲੀਡਰ ਨੇ ਉਹ ਟਿਕਟ ਦੇ ਦਾਅਵੇਦਾਰ ਆਪਣੇ ਆਪ ਨੂੰ ਕਹਿ ਰਹੇ ਨੇ। ਅੱਜ ਗੜਸ਼ੰਕਰ ਦੇ ਵਿੱਚ ਅਸੀਂ ਮੌਜੂਦ ਹਾਂ, ਮੇਰੇ ਨਾਲ ਨੇ ਐਡਵੋਕੇਟ ਪੰਕਜ ਕਿਰਪਾਲ ਜੀ ਜੋ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੀਗਲ ਸੈੱਲ ਦੇ ਕੋ ਚੇਅਰਮੈਨ ਵੀ ਨੇ ਔਰ ਬਾਰ ਐਸੋਸੀਏਸ਼ਨ ਦੇ ਤਕਰੀਬਨ 7 ਵਾਰ ਪ੍ਰਧਾਨ ਰਹਿ ਚੁੱਕੇ ਨੇ। ਇਹਨਾਂ ਦਾ ਸਫ਼ਰ ਕਾਫੀ ਲੰਮਾ ਹੈ, ਜਿੱਥੇ ਤੱਕ ਮੈਂ ਜਾਣਦਾ 30 ਸਾਲ ਤੋਂ ਤਕਰੀਬਨ ਸਿਆਸਤ ਵਿੱਚ ਨੇ ਔਰ ਕਾਂਗਰਸ ਦੇ ਇੱਕ ਸੱਚੇ ਸਿਪਾਹੀ ਵੀ ਨੇ। ਪੰਕਜ ਜੀ R19 ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਧੰਨਵਾਦ ਜੀ। ਤੁਸੀਂ ਲੰਮਾ ਸਫ਼ਰ ਹੋ ਗਿਆ ਤੁਹਾਡਾ ਕਾਂਗਰਸ ਪਾਰਟੀ ਦੇ ਵਿੱਚ, ਕਾਂਗਰਸ ਦੇ ਤੁਸੀਂ ਤਗੜੇ ਸਿਪਾਹੀ ਹੋ, ਅੰਬਿਕਾ ਸੋਨੀ ਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੁੜ ਕੇ ਚੱਲਦੇ ਵੀ ਰਹੇ ਹੋ, ਮਨੀਸ਼ ਤਿਵਾੜੀ ਜੀ ਨਾਲ ਚੱਲਦੇ ਰਹੇ ਹੋ ਤੁਸੀਂ, ਮਤਲਬ ਇੱਕ ਲੰਮਾ ਤੁਹਾਡਾ ਇਤਿਹਾਸ ਹੈ ਕਾਂਗਰਸ ਪਾਰਟੀ ਦੇ ਨਾਲ। ਇਸ ਵਾਰ 2022 ਦੀਆਂ ਚੋਣਾਂ ਕਿਵੇਂ ਦੇਖਦੇ ਹੋ? ਮੈਂ ਤਕਰੀਬਨ 1999 ਦਾ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਆ ਤੇ ਐਕਟਿਵਲੀ ਜਿਹੜਾ ਹੈਗਾ ਆ ਯੂਥ ਕਾਂਗਰਸ ਵੀ ਕੰਮ ਕੀਤਾ, ਕਾਂਗਰਸ ਵੀ ਕੰਮ ਕੀਤਾ ਤੇ ਬੜੇ ਲੰਬੇ ਅਰਸੇ ਤੋਂ ਪਾਰਟੀ ਨਾਲ ਜੁੜੇ ਆ। ਤੇ ਮੈਂ ਜੋ ਸਮਝ ਰੱਖਦਾ ਆ ਉਹਦੇ ਮੁਤਾਬਕ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੂਬੇ 'ਚ ਦੁਬਾਰਾ ਬਣਨ ਜਾ ਰਹੀ ਆ। ਲੋਕ ਕਾਂਗਰਸ ਦੇ ਕੀਤੇ ਹੋਏ ਕੰਮਾਂ ਨੂੰ ਜਿਹੜਾ ਹੈਗਾ ਆ ਉਹ ਤੇ ਦੁਬਾਰਾ ਮੋਹਰ ਲਗਾਉਣਗੇ ਤੇ ਦੁਬਾਰਾ ਮੁੜ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਪਰ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਜਿਹੜੇ ਬੈਕਫੁੱਟ ਤੇ ਵੀ ਨਜ਼ਰ ਆ ਰਹੀ ਹੈ, ਆਪਸ ਵਿੱਚ ਕਾਰਟੋਕੂਲੇਸ਼ਨ ਨਹੀਂ ਇਹਨਾਂ ਦਾ ਮੁੱਕ ਰਿਹਾ। ਸਿੱਧੂ ਕੁਝ ਬੋਲ ਰਿਹਾ, ਕੈਪਟਨ ਸਾਹਿਬ ਕੁਝ ਕਹਿ ਰਹੇ ਨੇ, ਹਰ ਦੂਸਰੇ ਦਿਨ ਕੋਈ ਨਵਾਂ ਟਵੀਟ ਦੇਖਣ ਨੂੰ ਮਿਲਦਾ ਜੀ। ਗੱਲ ਇਹ ਆ ਪਾਰਟੀ ਦੇ ਵਿੱਚ ਇਹਨੂੰ ਮੈਂ ਕਲੇਸ਼ ਨਹੀਂ ਕਹਿ ਸਕਦਾ, ਇਹ ਗੱਲ ਆ ਜੇ ਕੋਈ ਕਿਸੇ ਦੇ ਉੱਤੇ ਨੁਕਤਾਚੀਨੀ ਕਰਦਾ, ਕੋਈ ਕੰਮਾਂ ਦੀ ਉੱਤੇ ਗੱਲ ਕਰਦਾ ਤਾਂ ਇਹਦਾ ਮਤਲਬ ਇਹ ਆ ਵੀ ਉਹ ਪਾਰਟੀ ਦੇ ਵਿੱਚ ਸੁਧਾਰ ਚਾਹੁੰਦਾ ਆ, ਪਾਰਟੀ ਦੇ ਵਿੱਚ ਜਿਹੜੀਆਂ ਊਣਤਾਈਆਂ ਰਹਿ ਗਈਆਂ ਉਹਨਾਂ ਨੂੰ ਮੁਕੰਮਲ ਕਰਾਉਣਾ ਚਾਹੁੰਦਾ ਆ। ਦੇਖੋ ਜਿਹੜੇ ਮੁੱਦੇ ਓਪੋਜੀਸ਼ਨ ਨੂੰ ਚੱਕਣੇ ਚਾਹੀਦੇ ਸੀਗੇ ਉਹ ਓਪੋਜੀਸ਼ਨ ਨੇ 4.5 ਸਾਲ 'ਚ ਓਪੋਜੀਸ਼ਨ ਵਾਲਾ ਰੋਲ ਹੀ ਨਹੀਂ ਪਲੇ ਕੀਤਾ। ਕੁਝ ਜਿਹੜੀਆਂ ਕਮੀਆਂ ਰਹਿ ਗਈਆਂ ਸੀਗੀਆਂ ਉਹ ਵੀ ਸਾਡੇ ਪਾਰਟੀ ਦੇ ਹੀ ਆਗੂ ਉਹਨਾਂ ਨੂੰ ਚੱਕ ਰਹੇ ਆ। ਪਰ ਉਹ ਫਿਰ ਅੰਦਰ ਖਾਤੇ ਵੀ ਗੱਲ ਕਰ ਸਕਦੇ ਕੈਪਟਨ ਸਾਹਿਬ ਨਾਲ। ਤੁਸੀਂ ਸਿੱਧੇ ਤੌਰ ਤੇ ਸਿੱਧੂ ਸਾਹਿਬ ਦਾ ਪੱਖ ਪੂਰ ਰਹੇ ਹੋ ਕਿ ਉਹ ਪਾਰਟੀ ਵਿੱਚ ਰਹਿ ਕੇ ਜਿਹੜੇ ਪਾਰਟੀ ਦੇ ਵਿਰੋਧੀ ਜਿਹੜੇ ਹੈਗੇ ਵਿਰੋਧੀਆਂ ਦੇ ਮੁੱਦੇ ਚੱਕ ਰਹੇ ਨੇ। ਦੇਖੋ ਸਿੱਧੂ ਸਾਹਿਬ ਨੇ ਕੋਈ ਪਾਰਟੀ ਤੋਂ ਬਾਹਰ ਜਾਣ ਵਾਲੀ ਗੱਲ ਨਹੀਂ ਕੀਤੀ, ਨਾ ਪਾਰਟੀ ਦੇ ਕੋਈ ਮੁਖਾਲਫਤ ਵਾਲੀ ਗੱਲ ਕੀਤੀ ਆ। ਉਹਨਾਂ ਨੇ ਤਾਂ ਸਿੰਪਲੀ ਜਿਹੜੀ ਕੋਈ ਕਿਸਾਨਾਂ ਦਾ ਮੁੱਦਾ ਹੈਗਾ ਆ, ਭਾਵੇਂ ਬੇਅਦਬੀ ਦਾ ਮੁੱਦਾ ਹੈਗਾ ਆ, ਬੇਅਦਬੀ ਦਾ ਮੁੱਦਾ ਜਿਹੜਾ ਆ ਉਹ ਇਕੱਲੇ ਸਿੱਖ ਧਰਮ ਨਾਲ ਨਹੀਂ ਜੁੜਿਆ ਆ। ਪੰਜਾਬ ਦਾ ਹਰ ਵਾਸੀ ਭਾਵੇਂ ਉਹ ਹਿੰਦੂ ਆ ਭਾਵੇਂ ਉਹ ਸਿੱਖ ਆ, ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਵੱਧ ਮੰਨਦੇ ਆ ਤੇ ਜਿਹੜਾ ਬੇਅਦਬੀ ਦਾ ਮੁੱਦਾ ਆ ਲੋਕਾਂ ਦੀ ਭਾਵਨਾਵਾਂ ਦੇ ਨਾਲ ਜੁੜਿਆ ਮੁੱਦਾ ਆ। ਪਰ ਕੈਪਟਨ ਸਾਹਿਬ ਨੇ ਕੀਤਾ ਵੀ ਕੁਛ ਨਹੀਂ, 4.5 ਸਾਲ ਚੁੱਪ ਬੈਠੇ ਰਹੇ ਆ। ਹੁਣ ਚੋਣਾਂ ਦੇ ਨੇੜੇ ਆ ਕੇ ਉਹਨਾਂ ਨੇ ਸਿੱਟ ਦਾ ਦੁਆਰਾ ਕਰਤਾ। ਸਿੱਟ ਦਾ ਜਿਹੜਾ ਨਵਾਂ ਮੁਖੀ ਸੀ ਉਹ ਵੀ ਅਸਤੀਫਾ ਦੇ ਗਿਆ ਜੀ। ਸਿੱਟ ਜਿਹੜੀ ਬਣਾਈ ਸੀ ਕੈਪਟਨ ਸਾਹਿਬ ਨੇ ਉਹਨੇ ਆਪਣੀ ਰਿਪੋਰਟ ਪੇਸ਼ ਕੀਤੀ ਆ ਹਾਈ ਕੋਰਟ ਦੇ ਵਿੱਚ। ਮਾਨਯੋਗ ਹਾਈ ਕੋਰਟ ਨੇ ਉਹਦੇ ਤੇ ਜਿਹੜਾ ਹੈਗਾ ਆ ਆਪਣਾ ਫੈਸਲਾ ਕਰਕੇ ਨਵੀਂ ਸਿੱਟ ਬਣਾਉਣ ਲਈ ਕਹਿਤਾ ਆ ਤੇ ਮਹਾਰਾਜ ਸਾਹਿਬ ਨੇ ਉਸ ਤੋਂ ਬਾਅਦ ਨਵੀਂ ਸਿੱਟ ਦਾ ਗਠਨ ਕਰ ਦਿੱਤਾ ਆ ਤੇ ਜਿਹੜੀ ਕਿ ਬੜੇ ਤੇਜ਼ੀ ਨਾਲ ਕੰਮ ਕਰ ਰਹੀ ਆ। ਮੈਂ ਸਮਝਦਾ ਆ ਕਿ ਹੋਰ ਮਹੀਨੇ ਡੇਢ ਮਹੀਨੇ ਦੇ ਵਿੱਚ ਜਿਹੜੇ ਕਲਪਰੇਟਸ ਹੈਗੇ ਆ, ਕੁਝ ਤਾਂ ਪਹਿਲਾਂ ਹੀ ਅਰੈਸਟ ਹੋ ਚੁੱਕੇ ਆ, ਜਿਹੜੇ ਕੋਈ ਵੱਡੇ ਕਲਪਰੇਟ ਰਹਿ ਗਏ ਆ ਉਹ ਵੀ ਅਰੈਸਟ ਹੋਣਗੇ। ਕੋਈ ਵੀ ਜਿਹੜਾ ਦੋਸ਼ੀ ਆ ਉਹ ਬਚ ਨਹੀਂ ਸਕਦਾ। ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਨਾ ਉਹ ਬਚਣਾ ਚਾਹੀਦਾ ਆ, ਕਿਉਂਕਿ ਇਹਦੀਆਂ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਦੀ ਗੱਲ ਹੈਗੀ ਆ ਉਹ ਪੰਜਾਬ ਦੇ ਲੋਕਾਂ ਦੀ ਭਾਵਨਾ ਨਾਲ ਜੁੜੀ ਹੋਈ ਗੱਲ ਆ ਤੇ ਹਰ ਪੰਜਾਬੀ ਚਾਹੁੰਦਾ ਕਿ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਦੇ ਦੋਸ਼ੀ ਆ ਉਹਨਾਂ ਦੀ ਗ੍ਰਿਫਤਾਰੀ ਹੋਵੇ
ਤੇ ਮੈਂ ਸਮਝਦਾ ਹਾਂ ਗ੍ਰਿਫਤਾਰੀ ਜ਼ਰੂਰ ਹੋਏਗੀ। 9 ਮਹੀਨੇ ਹੋ ਗਏ ਸਾਡੇ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠੇ ਨੇ ਆਪਣਾ ਹੱਕ ਲੈਣ ਵਾਸਤੇ, 3 ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ। ਸੁਖਬੀਰ ਬਾਦਲ ਜੀ ਦਾ ਬਿਆਨ ਆਉਂਦਾ ਵੀ ਜਿਹੜੇ ਕਿਸਾਨ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਨੇ, ਅਸੀਂ ਉਹਨਾਂ ਨੂੰ, ਸਾਡੀ ਸਰਕਾਰ ਆਵੇ ਤਾਂ ਅਸੀਂ ਉਹਨਾਂ ਨੂੰ ਨੌਕਰੀ ਦੇਵਾਂਗੇ। ਕੈਪਟਨ ਸਾਹਿਬ ਨੇ ਅੱਜ ਤੱਕ 4.5 ਸਾਲ ਦੇ ਵਿੱਚ, ਮੈਂ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ, ਐਸਾ ਕੁਝ ਨਹੀਂ ਕਿਹਾ ਵੀ ਅਸੀਂ ਕਿਸਾਨੀ ਦੇ ਨਾਲ ਖੜੇ ਹਾਂ ਜਾਂ ਉਹਨਾਂ ਦੀ ਹੈਲਪ ਕਰਾਂਗੇ। ਗੱਲ ਇਹ ਆ, ਕਾਂਗਰਸ ਪਾਰਟੀ, ਸਮੁੱਚੀ ਕਾਂਗਰਸ ਪਾਰਟੀ ਕਿਸਾਨ ਮੁੱਦੇ ਦੇ ਨਾਲ ਬਿਲਕੁਲ ਚਟਾਨ ਵਾਂਗ ਖੜੀ ਆ। ਕਿਸਾਨਾਂ ਦਾ ਜਿਹੜਾ ਇਸ਼ੂ ਆ ਉਹਦੇ ਲਈ ਕਾਂਗਰਸ ਪਾਰਟੀ ਨੇ ਲਗਾਤਾਰ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ ਆ। ਭਾਵੇਂ ਰਮਨੀਤ ਸਿੰਘ ਬਿੱਟੂ ਹੋਣਾ ਦੇ ਨਾਲ ਉੱਥੇ ਕਿਸਾਨੀ ਮੁੱਦੇ ਦੇ ਉੱਤੇ ਉਹਨਾਂ ਦੀ ਇਮਦਾਦ ਕਰਨ ਜਾਣ ਲੱਗਿਆਂ ਬਦਸਲੂਕੀ ਵੀ ਕੀਤੀ ਗਈ, ਉਹ ਫੇਰ ਵੀ ਗਏ। ਉਸ ਤੋਂ ਇਲਾਵਾ ਰਮਨੀਤ ਬਿੱਟੂ, ਜਸਵੀਰ ਸਿੰਘ ਡਿੰਪਾ ਜੀ, ਜੀਰਾ ਸਾਹਿਬ, ਹੋਰ ਸਾਡੇ ਕਈ ਲੀਡਰ ਜੰਤਰ ਮੰਤਰ ਤੇ ਆਪਣਾ ਧਰਨਾ ਲਾ ਕੇ ਹੀ ਬੈਠੇ ਰਹੇ ਆ। ਉਹ ਕਿਸਾਨਾਂ ਦੇ ਮੁੱਦੇ ਤੇ ਧਰਨਾ ਲਾ ਕੇ ਬੈਠੇ ਸੀਗੇ। ਉਸ ਤੋਂ ਇਲਾਵਾ ਵੀ ਜੇ ਆਪਾਂ ਗੱਲ ਕਰੀਏ, ਪੰਜਾਬ ਕਾਂਗਰਸ ਨੇ ਜਿਹੜਾ ਮਾਰਚ ਕੱਢਿਆ, ਜਿਹਨੂੰ ਹਰਿਆਣਾ ਗਵਰਨਮੈਂਟ ਨੇ ਰੋਕਿਆ, ਉਸ ਤੋਂ ਇਲਾਵਾ ਵੀ ਤੁਸੀਂ ਸਾਰੇ ਪੰਜਾਬ 'ਚ ਦੇਖ ਲਓ, ਜਿੱਥੇ ਵੀ ਕਿਤੇ ਕਿਸਾਨੀ ਸੰਘਰਸ਼ ਹੋਇਆ, ਕਿਸੇ ਵੀ ਕਿਸਾਨੀ ਸੰਘਰਸ਼ ਕਰਨ ਵਾਲੇ ਦੇ ਲੀਡਰ ਦੇ ਉੱਤੇ ਸਰਕਾਰ ਨੇ ਕੋਈ ਪਰਚਾ ਨਹੀਂ ਕੀਤਾ। ਸਰਕਾਰ ਨੇ ਉਹਨਾਂ ਦੇ ਜਿੱਥੇ ਕਿਤੇ ਧਰਨੇ ਲੱਗੇ ਆ, ਧਰਨੇ ਨਹੀਂ ਚੁਕਵਾਏ। ਜੇ ਟੋਲ ਪਲਾਜ਼ਿਆਂ ਉੱਤੇ ਵੀ ਧਰਨੇ ਲੱਗੇ, ਉਹ ਵੀ ਸਰਕਾਰ ਨੇ ਨਹੀਂ ਚੁਕਵਾਏ। ਮੈਂ ਸਮਝਦਾ ਹਾਂ ਕਿ ਸਰਕਾਰ ਨੇ ਆਪਣੀ ਹਰ ਹੱਦ ਤੱਕ ਜਾ ਕੇ ਜਿਹੜੇ ਕਿਸਾਨੀ ਜਿਹੜਾ ਹੈ ਸੰਘਰਸ਼ ਆ ਉਹਦੀ ਇਮਦਾਦ ਕੀਤੀ ਆ। ਪਰ ਮੈਂ ਇੱਕ ਗੱਲ ਮਹਿਸੂਸ ਕਰਦੇ ਆ ਕਿ ਜਿਹੜੇ ਸਾਡੇ ਕਿਸਾਨ ਆਗੂ ਹੈਗੇ ਆ, ਉਹ ਵੀ ਰਾਜਨੀਤੀ ਦੀ ਦਲਦਲ ਵਿੱਚ ਫਸਦੇ ਜਾ ਰਹੇ ਆ। ਮੁੱਦੇ ਉਹਨਾਂ ਲਈ ਪਿੱਛੇ ਪੈਂਦੇ ਜਾ ਰਹੇ ਆ, ਰਾਜਨੀਤੀ ਉਹਨਾਂ ਲਈ ਅੱਗੇ ਆ ਰਹੀ ਆ। ਦੇਖੋ, ਜੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਕਿਸਾਨੀ ਸੰਘਰਸ਼ 'ਚ ਜਾਂਦਾ ਆ, ਉਹਨੂੰ ਉਹ ਭਾਸ਼ਣ ਵੀ ਕਰਵਾਉਂਦੇ ਆ। ਜੇ ਰਵਨੀਤ ਬਿੱਟੂ ਜਾਂਦਾ ਆ, ਉਹਨੂੰ ਉੱਥੇ ਜਾ ਗਏ ਉਹਨੂੰ ਜਲੀਲ ਕੀਤਾ ਜਾਂਦਾ ਆ। ਮੈਂ ਸਮਝਦਾ ਆ ਕਿ ਕਿਸੇ ਵੀ ਪਾਰਟੀ ਦੇ ਨਾਲ ਕਿਸਾਨਾਂ ਨੂੰ ਵਿਤਕਰਾ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਦੇਖੋ, ਇੱਕ ਗੱਲ ਮੈਂ ਇਹ ਵੀ ਕਹਿਣੀ ਚਾਹੁੰਦਾ ਆ ਕਿ ਕਿਸਾਨ ਆਗੂਆਂ ਨੇ, ਸਿਆਸੀ ਆਗੂਆਂ ਨੂੰ ਉੱਥੇ ਐਂਟਰੀ ਬੰਦ ਕਰ ਦਿੱਤੀ। ਆਪਾਂ ਸਿਰਫ ਗਿਣੇ ਚੁਣੇ ਸਿਆਸੀ ਆਗੂਆਂ ਨੂੰ ਇਜਾਜ਼ਤ ਦਿੰਦੇ ਆ। ਉਹਦੇ ਨਾਲ ਕਿਸਾਨੀ ਜਿਹੜਾ ਸੰਘਰਸ਼ ਹੈ ਕਮਜ਼ੋਰ ਹੁੰਦਾ ਆ। ਮੈਂ ਸਮਝਦਾ ਹਾਂ ਕਿ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਦੇ ਲਈ ਸਾਰੀਆਂ ਪਾਰਟੀਆਂ ਇੱਕ ਪਲੇਟਫਾਰਮ ਤੇ ਆ ਕੇ ਜਿਹੜੀ ਮੋਦੀ ਸਰਕਾਰ ਹੈ ਉਹਦਾ ਵਿਰੋਧ ਕਰਦੀਆਂ, ਉਹ ਕਿਸਾਨੀ ਜਿਹੜਾ ਹੈਗਾ ਸੰਘਰਸ਼ ਹੈਗਾ ਉਹਨੂੰ ਸਮਰਥਨ ਦਿੰਦੀਆਂ। ਉਹਦੇ ਨਾਲ ਇਹ ਸੰਘਰਸ਼ ਨੂੰ ਹੋਰ ਮਜ਼ਬੂਤੀ ਮਿਲਣੀ ਸੀ। ਤੇ ਹੁਣ ਵੀ ਮੈਂ ਸੋਚਦਾ ਆ ਕਿ ਜਿੰਨੇ ਵੀ ਜਿਹੜੇ ਕਿਸਾਨ ਆਗੂ ਹੈਗੇ ਆ, ਉਹਨਾਂ ਨੂੰ ਇਕਜੁੱਟ ਇਕਮੁੱਠ ਹੋ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਸਮਰਥਨ ਲੈਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਇਕੱਲੀ ਕਾਂਗਰਸ ਦਾ, ਹਰ ਰਾਜਨੀਤਿਕ ਦਲ ਦਾ ਸਮਰਥਨ ਲੈਣਾ ਚਾਹੀਦਾ। ਤੇ ਇਹ ਜਿਹੜਾ ਮੁੱਦਾ ਹੈਗਾ ਆ, ਕਿਸਾਨੀ ਨੂੰ ਜਿਹੜਾ ਤਬਾਹ ਕਰਨ ਦੀ ਸਾਜ਼ਿਸ਼ ਰਚੀ ਗਈ ਆ ਕੇਂਦਰ ਸਰਕਾਰ ਵੱਲੋਂ, ਇਸ ਮੁੱਦੇ ਉੱਤੇ ਕਾਂਗਰਸ ਵੀ ਇਹਨਾਂ ਦੇ ਨਾਲ ਖੜੀ ਆ। ਤੇ ਮੈਂ ਸਮਝਦਾ ਆ ਕਿ ਪੰਜਾਬ ਦਾ ਹਿੱਤ ਸੋਚਣ ਵਾਲਾ ਕੋਈ ਵੀ ਬੰਦਾ, ਜਿਹੜਾ ਵੀ ਦੇਖੋ ਕਿਸਾਨੀ ਦੇ ਨਾਲ ਹਰ ਬੰਦਾ ਜੁੜਿਆ ਹੋਇਆ ਆ। ਪੰਜਾਬ ਦਾ ਹਿੱਤ ਸੋਚਣ ਵਾਲਾ ਕੋਈ ਬੰਦਾ ਕਿਸਾਨੀ ਜਿਹੜੇ ਸੰਘਰਸ਼ ਦੇ ਬਾਹਰ ਨਹੀਂ ਜਾ ਸਕਦਾ। ਹਰ ਬੰਦਾ ਕਿਸਾਨੀ ਸੰਘਰਸ਼ ਦੇ ਨਾਲ ਖੜਾ ਆ ਤੇ ਡਟ ਕੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕਰ ਰਿਹਾ। ਇੱਕ ਮੈਂ ਹੋਰ ਗੱਲ ਦੇਖੀ ਆ ਕਿ ਕੁਝ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ, ਕਾਂਗਰਸ ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਆ। ਇਹ ਮੈਨੂੰ ਕੁਝ ਏਦਾਂ ਲੱਗ ਰਿਹਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਕੁਝ ਜਿਹੜੇ ਗਲਤ ਅਨਸਰ ਜਿਹੜੇ ਘੁਸਪੈਠ ਕਰ ਰਹੇ ਆ ਤੇ ਉਹ ਕਿਸਾਨੀ ਅੰਦੋਲਨ ਨੂੰ ਹੋਰ ਪਾਸੇ ਨੂੰ ਮੋੜਨ ਜਾ ਰਹੇ ਆ। ਦੇਖੋ, ਨਾ ਤਾਂ ਕਾਂਗਰਸ ਨੇ ਕਿਸਾਨੀ ਸੰਘਰਸ਼ ਦਾ ਵਿਰੋਧ ਕੀਤਾ, ਕਿਸਾਨਾਂ ਦੇ ਲਈ ਕਾਂਗਰਸ ਹਮੇਸ਼ਾ ਖੜੀ ਆ, ਹੁਣ ਵੀ ਖੜੀ ਆ ਤੇ ਖੜੀ ਰਹੂਗੀ। ਇੱਥੋਂ ਤੱਕ ਕਿ ਰਾਹੁਲ ਗਾਂਧੀ ਜੀ ਤੁਹਾਡੇ ਸਾਹਮਣੇ ਐਡਾ ਵੱਡਾ ਮਾਰਚ ਕੱਢਿਆ ਉਹਨਾਂ ਨੇ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਦੇ ਸਮਰਥਨ ਦੇ ਵਿੱਚ। ਤੇ ਆਪਾਂ ਨੂੰ ਜਿੱਥੇ ਵੀ ਕਿਤੇ ਕਿਸਾਨ ਭਰਾਵਾਂ ਨੂੰ ਕਾਂਗਰਸ ਦੀ ਲੋੜ ਹੋਊਗੀ, ਕਾਂਗਰਸ ਇਹਨਾਂ ਦੇ ਨਾਲ ਡਟ ਕੇ। ਪਰ ਕਾਂਗਰਸ ਖੁੱਲ ਕੇ ਸਾਹਮਣੇ ਵੀ ਨਹੀਂ ਆ ਰਹੀ ਇਸ ਮੁੱਦੇ ਤੇ, ਕਿਉਂਕਿ ਤੁਸੀਂ ਦੇਖਿਆ ਕਿ ਅੱਜ ਵੀ ਇੱਕ ਦੋ ਜਗ੍ਹਾ ਕਾਂਗਰਸੀ ਵਿਧਾਇਕਾਂ ਦਾ ਪਿੰਡ ਵਾਲਿਆਂ ਨੇ ਵਿਰੋਧ ਕੀਤਾ, ਉਹਨਾਂ ਨੂੰ ਪਿੰਡ 'ਚ ਵੜਨ ਨਹੀਂ ਦਿੱਤਾ। ਭਾਜਪਾ ਤਾਂ ਚਲੋ ਮੰਨਿਆ ਆਪਾਂ ਹੋਣਾ ਹੀ ਹੋਣਾ, ਪਰ ਕਾਂਗਰਸ ਦੇ ਵਿਧਾਇਕਾਂ ਨੂੰ ਵੀ ਪਿੰਡ 'ਚ ਵੜਨ ਨਹੀਂ ਦੇ ਰਹੇ, ਕਿਉਂਕਿ ਕਾਂਗਰਸੀ ਕਿਸਾਨੀ ਮੁੱਦੇ ਤੇ ਖੁੱਲ ਕੇ ਸਾਹਮਣੇ ਕਿਉਂ ਨਹੀਂ ਆ ਰਹੀ। ਮੈਂ ਇਹੀ ਗੱਲ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿਹੜੇ ਕੁਝ ਬੰਦੇ ਹੈਗੇ ਉਹ ਕਿਸਾਨੀ ਸੰਘਰਸ਼ ਨੂੰ ਫੇਲ ਕਰਨ ਲਈ ਹਰਕਤਾਂ ਕਰ ਰਹੇ ਆ। ਦੇਖੋ, ਕਿਸਾਨਾਂ ਵੱਲੋਂ ਕਾਂਗਰਸੀ ਆਗੂਆਂ ਦਾ ਵਿਰੋਧ ਕਰਨਾ ਇੱਕ ਬਹੁਤ ਮੰਦਭਾਗੀ ਗੱਲ ਆ। ਕਾਂਗਰਸ ਤਾਂ ਇਹਨਾਂ ਦੇ ਨਾਲ ਖੜੀ ਆ। ਜੇ ਰਾਹੁਲ ਗਾਂਧੀ ਜੀ ਨੇ ਪੰਜਾਬ ਆ ਕੇ ਐਡਾ ਵੱਡਾ ਮਾਰਚ ਕਿਸਾਨਾਂ ਦੇ ਹੱਕ 'ਚ ਕੱਢਿਆ, ਕਿਉਂ ਕੱਢਿਆ? ਕਿਸਾਨੀ ਨੂੰ ਸਮਰਥਨ ਦੇਣ ਲਈ ਕੱਢਿਆ। ਜੇ ਰਵਨੀਤ ਬਿੱਟੂ ਜੰਤਰ ਮੰਤਰ ਤੇ ਧਰਨਾ ਲਾ ਕੇ ਬੈਠਾ ਰਿਹਾ, ਕਿਉਂ ਬੈਠਾ ਰਿਹਾ? ਕਿਸਾਨੀ ਸੰਘਰਸ਼ ਲਈ ਬੈਠਾ ਰਿਹਾ। ਜੇ ਔਜਲਾ ਸਾਹਿਬ, ਜਸਵੀਰ ਡਿੰਪਾ, ਰਵਨੀਤ ਬਿੱਟੂ ਕਿਸਾਨੀ ਸੰਘਰਸ਼ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਖੜਨ ਦੀ ਗੱਲ ਕਰਦੇ ਆ, ਉਹਨਾਂ ਨਾਲ ਉੱਥੇ ਬਦਤਮੀਜ਼ੀ ਕੀਤੀ ਜਾਂਦੀ ਆ। ਮੈਂ ਸਮਝਦਾ ਆ ਕਿ ਪਿੰਡਾਂ ਦੇ ਵਿੱਚ ਕਾਂਗਰਸ ਦਾ ਵਿਰੋਧ ਕਰਨ ਦੀ ਬਜਾਏ ਜਿਹੜੇ ਬੰਦੇ ਇਸ ਐਕਟ ਨੂੰ ਬਣਾਉਣ ਵਾਲੇ ਆ, ਜਿਹੜੇ ਬੰਦੇ ਕਿਸਾਨ ਵਿਰੋਧੀ ਆ, ਉਹਨਾਂ ਦਾ ਵਿਰੋਧ ਹੋਣਾ ਚਾਹੀਦਾ। ਜੇ ਬਿਨਾਂ ਮਤਲਬ ਤੋਂ ਆਪਾਂ ਹਰ ਸਿਆਸੀ ਦਲ ਦਾ ਵਿਰੋਧ ਕਰੀ ਜਾਵਾਂਗੇ, ਹਰ ਸਿਆਸੀ ਲੀਡਰ ਦਾ ਵਿਰੋਧ ਕਰੀ ਜਾਵਾਂਗੇ, ਉਹ ਵੀ ਚੰਗੀ ਗੱਲ ਨਹੀਂ ਆ। ਮੈਨੂੰ ਏਦਾਂ ਲੱਗ ਰਿਹਾ ਵੀ ਕੁਝ ਜਿਹੜੀਆਂ ਤਾਕਤਾਂ ਹੈਗੀਆਂ ਆ
ਜਿਹੜੀਆਂ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਆ, ਉਹਨਾਂ ਵੱਲੋਂ ਇਹ ਪਲਾਨਡ ਗੇਮ ਆ, ਜਿਹੜਾ ਕਿ ਉਹ ਜਾਣ ਬੁੱਝ ਕੇ ਕਾਂਗਰਸ ਦੇ ਆਗੂਆਂ ਦਾ ਪਿੰਡਾਂ ਵਿੱਚ ਵਿਰੋਧ ਕਰਾ ਰਹੇ ਆ। ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ। ਇਹ ਜਿਹੜਾ ਹੈਗਾ ਆ ਪਲਾਨਡ ਪੋਲੀਟੀਕਲ ਸਟੰਟ ਹੈਗਾ ਆ, ਜਿਹੜੀ ਕਿ ਮੈਂ ਸਮਝਦਾ ਆ ਕਿ ਕਿਸੇ ਸਿਆਸੀ ਧਿਰ ਵੱਲੋਂ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ ਹੈ। ਪੰਕਜ ਕਿਰਪਾਲ ਜੀ, ਸੁਖਪਾਲ ਖਹਿਰਾ 4 ਸਾਲ ਆਮ ਆਦਮੀ ਪਾਰਟੀ 'ਚ ਰਹੇ, ਉਸ ਤੋਂ ਬਾਅਦ ਮੁੜ ਕਾਂਗਰਸ 'ਚ ਸ਼ਾਮਲ ਹੋ ਗਏ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਇਹ ਟਿਕਟ ਦੀ ਲਾਲਸਾ ਜਾਂ ਸੱਤਾ ਦੀ ਲਾਲਸਾ ਆ? ਮੈਂ ਤੇ ਸੁਖਪਾਲ ਖਹਿਰਾ ਅਸੀਂ ਇਕੱਠੇ ਯੂਥ ਕਾਂਗਰਸ 'ਚ ਕੰਮ ਕਰਦੇ ਰਹੇ ਹਾਂ। ਮੈਂ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਹੁੰਦਾ ਸੀਗਾ, ਸੁਖਪਾਲ ਖਹਿਰਾ ਮੇਰੇ ਨਾਲ ਵਾਈਸ ਪ੍ਰਧਾਨ ਹੁੰਦਾ ਸੀਗਾ, ਜਸਵੀਰ ਸਿੰਘ ਡਿੰਪਾ ਸਾਡਾ ਪ੍ਰਧਾਨ ਹੁੰਦਾ ਸੀਗਾ। ਮੈਂ ਸੁਖਪਾਲ ਖਹਿਰਾ ਜੀ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਆ। ਉਹ ਯੋਧਾ ਬੰਦਾ ਆ, ਉਹ ਲੜਾਈ ਲੜਦਾ ਆ, ਸੰਘਰਸ਼ ਕਰਨਾ ਵੀ ਜਾਣਦਾ ਆ, ਲੋਕਾਂ ਦੀ ਹੱਕ ਦੀ ਆਵਾਜ਼ ਵੀ ਬੁਲੰਦ ਕਰਦਾ ਆ। ਪਰ ਕਈ ਵਾਰ ਜਿੱਦਾਂ ਬੰਦਾ ਇਮੋਸ਼ਨਲੀ ਹੋ ਜਾਂਦਾ ਆ, ਕਈ ਵਾਰ ਪਾਰਟੀ ਕੋ ਛੱਡ ਕੇ ਚੱਲ ਜਾਂਦਾ ਆ। ਬੜਾ ਲੰਬਾ ਅਰਸਾ ਸੁਖਪਾਲ ਖਹਿਰਾ ਜੀ ਨੇ ਕਾਂਗਰਸ 'ਚ ਕੰਮ ਕੀਤਾ, ਕਈ ਅਹੁਦਿਆਂ ਤੇ ਕੰਮ ਕੀਤਾ, ਬੜੀ ਮਜ਼ਬੂਤੀ ਦੇ ਨਾਲ ਕਾਂਗਰਸ ਤਕੜਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਉਹ ਮੁੜ ਦੁਆਰਾ ਆਪਣੇ ਘਰ 'ਚ ਆਏ ਆ। ਮੈਂ ਸਮਝਦਾ ਆ ਜੇ ਕੋਈ ਕਾਂਗਰਸ ਦੇ ਵਿੱਚ ਆਂਦਾ ਆ ਤੇ ਉਹ ਕਾਂਗਰਸ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਂਦਾ ਆ। ਉਹਨਾਂ ਨੇ ਅਸਲ 'ਚ ਆਮ ਆਦਮੀ ਪਾਰਟੀ 'ਚੋਂ ਸ਼ਾਮਲ ਹੋਏ ਸੀਗੇ, ਉਹਨਾਂ ਨੇ ਆਮ ਆਦਮੀ ਪਾਰਟੀ ਦਾ ਚਿਹਰਾ ਦੇਖ ਲਿਆ, ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇਖ ਲਈ। ਉਹਨਾਂ ਨੂੰ ਸਮਝ ਲੱਗ ਗਿਆ ਕਿ ਜੋ ਇਹ ਸਬਜ਼ਬਾਗ ਲੋਕਾਂ ਨੂੰ ਦਿਖਾਉਂਦੇ ਆ, ਕੱਲਾ ਸੁਖਪਾਲ ਖਹਿਰਾ ਨਹੀਂ, ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਜਿੱਤੇ ਸੀਗੇ ਉਹਨਾਂ ਵਿੱਚੋਂ ਵੱਡੀ ਗਿਣਤੀ 'ਚ ਕਈ ਐਮਐਲਏ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਸ਼ਾਮਲ ਹੋ ਗਏ ਆ। ਉਹਨਾਂ ਲੋਕਾਂ ਨੂੰ ਆਪ ਦਾ ਚਿਹਰਾ ਦਿਖ ਗਿਆ, ਆਪ ਦੀ ਕਾਰਵਾਈ ਦਿਖ ਗਈ, ਆਪ ਦੀ ਕਾਰਗੁਜ਼ਾਰੀ ਦਿਖ ਗਈ, ਇਸ ਕਰਕੇ ਉਹ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆ। ਉਹਨਾਂ ਨੂੰ ਪਤਾ ਆ ਕਿ ਸੂਬੇ ਦੇ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਆ। ਕਾਂਗਰਸ ਪਾਰਟੀ ਨੇ 4.5 ਸਾਲ ਜੋ ਕੰਮ ਕੀਤੇ ਆ, ਲੋਕ ਉਸ ਤੋਂ ਬੜੇ ਖੁਸ਼ ਹੈਗੇ ਆ, ਲੋਕ ਕਾਂਗਰਸ ਦੇ ਨਾਲ ਖੜੇ ਆ। ਮੈਂ ਇੱਥੇ ਤੱਕ ਪਹਿਲਾਂ ਵੀ ਗੱਲ ਕਰਕੇ ਦੁਬਾਰਾ ਫੇਰ ਕਹਿ ਰਿਹਾ ਕਿ 4.5 ਸਾਲ ਤੁਸੀਂ ਕਾਂਗਰਸ ਦੇ ਵਿੱਚ, ਤਾਂ ਜਦੋਂ ਬੰਦਾ ਕੰਮ ਕਰਦਾ ਕੁਛ ਨਾ ਕੁਛ ਉਨਤਾਈਆਂ ਰਹਿ ਜਾਂਦੀਆਂ। ਤੁਹਾਨੂੰ ਕਾਂਗਰਸ ਦੀਆਂ ਕੁਛ ਉਨਤਾਈਆਂ ਦਿਖ ਰਹੀਆਂ, ਪਰ ਮੈਂ ਇੱਕ ਗੱਲ ਕਹਿਣਾ ਕਿ 4.5 ਸਾਲ ਜੋ ਓਪੋਜੀਸ਼ਨ ਦਾ ਰੋਲ ਆ, ਓਪੋਜੀਸ਼ਨ ਨੇ ਪਲੇ ਕੀਤਾ। ਕੋਈ ਆਮ ਆਦਮੀ ਪਾਰਟੀ ਕਦੀ ਸੜਕਾਂ 'ਚ ਆਈ ਆ? ਕਦੀ ਅਕਾਲੀ ਦਲ ਵਾਲਿਆਂ ਨੇ ਸੜਕਾਂ 'ਤੇ? ਹੁਣ ਤਾਂ 6 ਮਹੀਨੇ ਰਹਿ ਗਏ ਆ। ਹੁਣ ਤਾਂ ਹਰ ਜੇ ਕੋਈ ਮਤਲਬ ਛੋਟੀ ਜੀ ਗੱਲ ਵੀ ਕਰਦਾ ਉਹਨੂੰ ਮੁੱਦਾ ਬਣਾ ਕੇ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਇਲੈਕਸ਼ਨ ਸਿਰ ਤੇ ਆ। 4.5 ਸਾਲ ਦੀ ਮੈਨੂੰ ਓਪੋਜੀਸ਼ਨ ਵੀ ਤਾਂ ਆਪਣੀ ਕਾਰਗੁਜ਼ਾਰੀ ਦੱਸ ਦੇਵੇ, ਕਿਸੇ ਨੇ ਕੋਈ ਲੜਾਈ ਲੜੀ ਹੋਵੇ। ਇੰਨੀ ਜ਼ਰੂਰ ਕਾਰਵਾਈ ਆ ਕਿ ਕੇਜਰੀਵਾਲ ਸਾਹਿਬ, ਮਜੀਠੀਆ ਸਾਹਿਬ ਨੂੰ ਜਿਹੜਾ ਇਹ ਡਰੱਗ ਤਸਕਰ ਕਹਿੰਦੇ ਸੀਗੇ, ਲਿਖਤੀ ਮਾਫੀ ਮੰਗੀ ਉਹਨਾਂ ਨੇ। ਜਿਹੜਾ ਬੰਦਾ ਥੁੱਕ ਕੇ ਚੜ ਜਾਵੇ, ਉਹਦੀ ਕਾਹਦੀ ਗਰੰਟੀ ਤੇ ਉਹਦੀ ਕਾਹਦੀ ਜ਼ੁਬਾਨ? ਇਹੋ ਜਿਹੇ ਲੀਡਰਾਂ ਦੇ ਉੱਤੇ ਪੰਜਾਬ ਭਰੋਸਾ ਨਹੀਂ ਕਰ ਸਕਦਾ। ਪੰਜਾਬ ਦੇ ਵਿੱਚ ਜਿਹੜੇ ਲੋਕ ਆ, ਦਲੇਰੀ ਵਾਲੇ ਲੋਕ ਆ, ਪੰਜਾਬ ਦੇ ਲੋਕ ਸਮਝਦੇ ਆ, ਪੰਜਾਬ ਦੇ ਲੋਕ ਤਾਂ ਉਸ ਲੀਡਰ ਨੂੰ ਪਸੰਦ ਕਰਦੇ ਆ ਜਿਹੜਾ ਦੇਸ਼ ਦੀ ਖਾਤਰ, ਕੌਮ ਦੀ ਖਾਤਰ ਆਪਣਾ ਸਭ ਕੁਝ ਬਰਬਾਦ ਕਰ ਦੇਵੇ। ਜਿਹੜਾ ਬੰਦਾ ਲੰਮਾ ਹੀ ਪੈ ਗਿਆ, ਜਿਹੜਾ ਬੰਦਾ ਮਾਫੀਆ ਮੰਗਣ ਲੱਗ ਗਿਆ, ਇਹੋ ਜਿਹੇ ਲੀਡਰ ਨੂੰ ਪੰਜਾਬੀ ਪਸੰਦ ਨਹੀਂ ਕਰਦੇ। ਤਾਂ ਮਤਲਬ ਤੁਸੀਂ ਆਮ ਆਦਮੀ ਪਾਰਟੀ ਦਾ ਭਵਿੱਖ ਪੰਜਾਬ 'ਚ ਕੁਝ ਨਹੀਂ ਸਮਝਦੇ? ਆਮ ਆਦਮੀ ਪਾਰਟੀ ਦਾ ਪਿਛਲੀ ਵਾਰ ਜਿੰਨਾ ਰੌਲਾ ਸੀਗਾ, ਕੀ ਤੁਸੀਂ ਮੈਨੂੰ ਦੱਸ ਸਕਦੇ ਆ ਕਿ ਉਨਾ ਰੌਲਾ ਐਤਕੀ ਹੈਗਾ? ਐਤਕੀ ਦਾ ਲੋਕ ਉਹਨਾਂ ਦਾ ਨਾਮ ਹੀ ਨਹੀਂ ਲੈਂਦੇ ਪਏ। ਜੇ ਪਿਛਲੀ ਵਾਰ ਐਡੇ ਵੱਡੇ ਰੌਲੇ ਤੋਂ ਬਾਅਦ ਉਹਨਾਂ ਦੀਆਂ ਸੀਟਾਂ 18-20 ਆਈਆਂ ਸਾਰੀਆਂ, ਤੇ ਹੁਣ ਤਾਂ ਤੁਸੀਂ ਹਾਲਾਤ ਸਮਝ ਲਿਓ 10 ਵੀ ਨਹੀਂ ਟੱਪਣਾ ਐਤਕੀ ਇਹਨਾਂ ਨੇ। ਆਮ ਆਦਮੀ ਪਾਰਟੀ ਦੇ ਜਿੰਨੇ ਜਿੱਤੇ ਹੋਏ ਐਮਐਲਏ ਆ, ਉਹਨਾਂ ਦੇ ਹਲਕਿਆਂ 'ਚ ਉਹਨਾਂ ਦਾ ਸਰਵੇ ਕਰਵਾ ਕੇ ਦੇਖ ਲਓ, ਤੁਹਾਨੂੰ ਆਪਣੇ ਪਤਾ ਲੱਗ ਜਾਏਗਾ ਆਮ ਆਦਮੀ ਪਾਰਟੀ ਕਿੱਥੇ ਖੜੀ ਆ। ਉਹਨਾਂ ਦੇ ਐਮਐਲਏ ਜਿੱਤੇ ਉਹ ਛੱਡ ਕੇ ਕਾਂਗਰਸ ਵੱਲ ਨੂੰ ਆ ਰਹੇ ਆ। ਮੇਰਾ ਖਿਆਲ ਚੋਣਾਂ ਤੋਂ ਪਹਿਲਾਂ ਘੱਟ ਤੋਂ ਘੱਟ 4-5 ਐਮਐਲਏ ਉਹਨਾਂ ਦੇ ਹੋਰ ਕਾਂਗਰਸ 'ਚ ਆ ਜਾਣਗੇ। ਹਾਲਾਤ ਇਹ ਹੋਏ ਹੋ ਆ ਕਿ ਆਮ ਆਦਮੀ ਪਾਰਟੀ ਦੇਖੋ, ਲੋਕਾਂ ਨੂੰ ਆਪਾਂ ਜਦੋਂ ਗੱਲ ਕਰਦੇ ਆ ਕਿ ਸਾਡਾ ਵਿਜ਼ਨ ਆ, ਸਾਡਾ ਵਿਜ਼ਨ ਆ, ਜਿਹੜਾ ਕੋਈ ਕਾਂਗਰਸ 'ਚੋਂ ਭੱਜ ਜਾਂਦਾ ਉਹ ਆਮ ਆਦਮੀ ਪਾਰਟੀ ਸ਼ਾਮਲ ਕਰਾਂਦੀ, ਜਿਹੜਾ ਅਕਾਲੀ ਦਲ 'ਚੋਂ ਭੱਜ ਗਿਆ ਉਹ ਆਮ ਆਦਮੀ। ਜਿਹੜੇ ਬੰਦੇ ਕਾਂਗਰਸ 'ਚ ਰਹਿੰਦੇ ਤਾਂ ਉਹਨਾਂ ਨੂੰ ਮਾੜਾ ਦੱਸਦੇ ਆ, ਜੇ ਇਹਨਾਂ ਦੀ ਪਾਰਟੀ ਚੱਲ ਚੰਗੇ ਹੋ ਜਾਂਦੇ ਆ। ਲੋਕ ਇਹੋ ਜਿਹੀ ਪਾਰਟੀਆਂ ਨੂੰ ਬਰਦਾਸ਼ਤ ਨਹੀਂ ਕਰਦੇ, ਨਾ ਲੋਕ ਇਹੋ ਜਿਹੀ ਪਾਰਟੀਆਂ ਨੂੰ ਮਤਲਬ ਅੱਗੇ ਲਿਆਉਣਾ ਚਾਹਣਗੇ। ਲੋਕਾਂ ਨੇ ਕਾਂਗਰਸ ਦਾ ਕੰਮ ਦੇਖਿਆ ਆ, ਲੋਕਾਂ ਨੇ ਕਾਂਗਰਸ ਦੇ ਕੰਮ ਨੂੰ ਦੇਖਿਆ ਆ। ਮੋਰ ਓਵਰ ਜਿਹੜਾ ਥੋੜਾ ਬਹੁਤਾ ਪੰਜਾਬ ਦੇ ਵਿੱਚ ਆ ਜਿਹੜਾ ਮਾਹੌਲ ਬਣਿਆ ਆ, ਲੋਕ ਸਮਝਦੇ ਆ ਪਤਾ ਨਹੀਂ ਕਿਆ ਹੋਣਾ, ਕਹਿੰਦੇ 2-4 ਦਿਨ ਦੇ ਵਿੱਚ ਸਾਰਾ ਫੈਸਲਾ ਸਾਡੀ ਕਾਂਗਰਸ ਹਾਈਕਮਾਂਡ ਨੇ ਕਰ ਦੇਣਾ ਆ। ਜੋ ਵੀ ਜਿਹੜਾ ਹੈਗਾ ਆ ਇਹ ਪ੍ਰਧਾਨ ਲਗਾਉਣਾ ਉਹਨੂੰ ਪ੍ਰਧਾਨ ਲਗਾ ਦੇਣਗੇ, ਜਿਹੜਾ ਮੁੱਖ ਮੰਤਰੀ ਹੈਗਾ ਉਹ ਕਰੇਗਾ। ਸਾਰੇ ਰਲ ਮਿਲ ਕੇ ਕਾਂਗਰਸ ਸਾਰੀ ਇਕਮੁੱਠ ਹੋ ਕੇ ਅਗਲੀ ਲੜਾਈ ਸ਼ੁਰੂ ਕਰੇਗੀ। ਪੰਜਾਬ 'ਚ ਕਾਂਗਰਸ ਦੇ ਲਈ ਬਹੁਤ ਵਧੀਆ ਮਾਹੌਲ ਬਣਨ ਜਾ ਰਿਹਾ। ਕਾਂਗਰਸ ਐਤਕੀ ਅੱਗੇ ਨਾਲੋਂ ਵੱਧ ਸੀਟਾਂ ਜਿੱਤ ਕੇ ਦੁਬਾਰਾ ਆਪਣੀ ਸਰਕਾਰ ਬਣਾਏਗੀ। ਗੜਸ਼ੰਕਰ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਜਾਵੇ, ਕਿਰਪਾਲ ਜੀ ਤੁਸੀਂ ਲੰਮਾ ਅਰਸਾ ਇਸ ਖੇਤਰ 'ਚ ਵਿਚਰੇ ਹੋ ਔਰ ਤੁਸੀਂ ਕੰਮ ਵੀ ਕੀਤਾ ਹੈ, ਪਰ ਕੰਢੀ ਕਨਾਲ ਨਹਿਰ ਜਿਹੜੀ ਹੈ
ਪਿਛਲੇ 47 ਸਾਲਾਂ ਤੋਂ ਬੰਦ ਪਈ ਹੈ। 2 ਵਾਰੀ ਪੰਡਿਤ ਸਰਵਣ ਰਾਮ ਜੀ ਐਮਐਲਏ ਰਹੇ, ਫਿਰ 2 ਵਾਰੀ ਲਵ ਕੁਮਾਰ ਗੋਲਡੀ ਜੀ ਰਹੇ। ਕੀ ਉਹ ਚਾਲੂ ਨਹੀਂ ਸੀ ਕਰਵਾ ਸਕਦੇ? ਹੁਣ ਤਾਂ ਕਾਂਗਰਸ ਸਰਕਾਰ ਹੈ, ਹੁਣ ਵੀ ਨਹੀਂ ਤੁਸੀਂ ਕਰਵਾ ਸਕਦੇ? ਮੈਂ ਪੰਡਿਤ ਸਰਵਣ ਰਾਮ ਜੀ ਜਾਂ ਲਵ ਕੁਮਾਰ ਗੋਲਡੀ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਮੈਂ ਗੱਲ ਇਹ ਕਹਿਣੀ ਚਾਹੁੰਦਾ, ਜਿਹੜਾ ਕੰਢੀ ਕਨਾਲ ਦਾ ਕੰਮ ਹੈਗਾ ਆ, ਉਹ ਕਾਂਗਰਸ ਦੇ ਰਾਜ ਦੇ ਵਿੱਚ ਸ਼ੁਰੂ ਹੋਇਆ ਸੀਗਾ। ਕਾਂਗਰਸ ਨੇ ਉਹਦਾ ਜਿਹੜਾ ਵੱਡਾ ਪੋਰਸ਼ਨ ਹੈਗਾ ਆ ਕੰਢੀ ਕਨਾਲ ਦਾ, ਉਹ ਕਾਂਗਰਸ ਸਰਕਾਰਾਂ ਦੇ ਰਾਜ ਦੇ ਵਿੱਚ ਬਣਾਇਆ ਗਿਆ। ਪਰ ਜਿਹੜਾ ਪਿਛਲੀ ਅਕਾਲੀ ਸਰਕਾਰ ਦੇ ਵੇਲੇ ਕੰਮ ਹੋਇਆ, ਉਹਦੇ ਵਿੱਚ ਬੜਾ ਵੱਡਾ ਕਰਪਸ਼ਨ ਦਾ ਸਕੈਂਡਲ ਸਾਹਮਣੇ ਆਇਆ, ਜਿਹਦੇ ਵਿੱਚ ਕਈ ਅਫਸਰ ਜੇਲ੍ਹ ਦੇ ਵਿੱਚ ਬੈਠੇ ਆ। ਉਹਦੀ ਇਨਕੁਆਇਰੀ ਚੱਲ ਰਹੀ ਆ, ਜਿਹਦੇ ਕਰਕੇ ਕੰਮ ਰੁਕ ਗਿਆ। ਤੇ ਜਦ ਤੱਕ ਕੋਰਟ ਦਾ ਮਤਲਬ ਨਹੀਂ ਹੁੰਦਾ, ਉਹਦਾ ਕੰਮ ਕਿੱਦਾਂ ਸ਼ੁਰੂ ਕਰ ਦੇਣ? ਜਿਹੜਾ ਪੈਸਾ ਗੌਰਮੈਂਟ ਦਾ ਲੱਗਾ ਹੋਇਆ ਆ, ਜਿਹੜਾ ਅਕਾਲੀਆਂ ਦੇ ਰਾਜ ਦੇ ਵਿੱਚ ਜਿਹੜੀ ਕਰਪਸ਼ਨ ਉਹਦੇ ਵਿੱਚ ਕੰਢੀ ਕਨਾਲ ਦੇ ਵਿੱਚ ਹੋਈ ਹੋਈ ਆ, ਉਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਹੋ ਜਾਂਦਾ। ਉਹ ਜਿਹੜਾ ਪੈਸਾ ਹੈਗਾ ਆ, ਕਿਹਨੇ ਖਾਦਾ, ਕਿੱਦਾਂ ਖਾਦਾ, ਉਹ ਸਾਰਾ ਕੰਮ ਚੱਲ ਰਿਹਾ ਆ। ਜਦੋਂ ਉਹਦਾ ਹੋ ਜਾਏਗਾ, ਕੰਢੀ ਕਨਾਲ ਦਾ ਕੰਮ ਤਾਂ ਲਗਭਗ ਮੁਕੰਮਲ ਹੈਗਾ। ਚਲੋ, ਇਸ ਮਾਮਲੇ ਤੁਸੀਂ ਪੱਲਾ ਝਾੜਦੇ ਨਜ਼ਰ ਆ ਰਹੇ ਹੋ ਮੈਨੂੰ ਕਿਸੇ ਨਾ ਕਿਤੇ, ਪਰ ਮੁੱਦਾ ਇਹ ਹੈ ਕਿ ਗੜਸ਼ੰਕਰ ਦਾ ਇੱਕ ਬਾਈਪਾਸ ਦਾ ਮੁੱਦਾ ਵੀ ਚੱਲ ਰਿਹਾ ਹੈ। ਤੁਸੀਂ ਤਕੜੇ ਲੀਡਰ ਹਾਈ ਰਹੇ ਹੋ, ਤੁਸੀਂ ਵੀ ਆਪ ਵੀ ਵੱਡੀਆਂ ਜਿਹੜੀਆਂ ਅਹੁਦੇਦਾਰੀਆਂ ਤੇ ਰਹੇ ਹੋ, ਹੈ ਨਾ। ਗੜਸ਼ੰਕਰ ਬਾਈਪਾਸ ਦਾ ਮੁੱਦਾ ਵੀ ਤੁਸੀਂ ਹੱਲ ਹੀ ਕਰਵਾ ਸਕੇ? ਮੈਂ ਸਮਝਦਾ ਹਾਂ ਕਿ ਬਾਈਪਾਸ ਦਾ ਜਿਹੜਾ ਮੁੱਦਾ ਆ, ਬੜਾ ਜ਼ਰੂਰੀ ਮੁੱਦਾ ਆ। ਇਹ ਇਕੱਲੇ ਜੇ ਗੜਸ਼ੰਕਰ ਨਾਲ ਕੰਸਰਨ ਕਹੀਏ, ਇਕੱਲੇ ਗੜਸ਼ੰਕਰ ਨਾਲ ਕੰਸਰਨ ਨਹੀਂ ਹੈਗਾ। ਮੈਂ ਸਮਝਦਾ ਹਾਂ ਕਿ ਜਿੰਨੀ ਵੀ ਜਿਹੜੀ ਚੰਡੀਗੜ੍ਹ ਤੋਂ ਲੈ ਕੇ ਜੇ ਪਠਾਨਕੋਟ ਤੱਕ ਜਿਹੜੀ ਸੜਕ ਹੈਗੀ ਆ, ਇਹਦੇ ਉੱਤੇ ਜਿੰਨੇ ਵੀ ਹਲਕੇ ਪੈਂਦੇ ਆ, ਸਾਰੇ ਐਮਐਲਏ ਇੱਥੋਂ ਲੰਘਦੇ ਆ। ਇਹ ਸਾਰਿਆਂ ਦਾ ਸਾਂਝਾ ਮੁੱਦਾ ਆ, ਬੀਜੇਪੀ ਦਾ ਵੀ, ਕਾਂਗਰਸ ਦਾ ਵੀ, ਅਕਾਲੀ ਦਲ ਦਾ ਵੀ। ਮੈਂ ਸਮਝਦਾ ਹਾਂ ਕਿ ਕਿਸੇ ਵੀ ਲੀਡਰ ਨੇ, ਭਾਵੇਂ ਕਾਂਗਰਸ ਦਾ ਹੋਵੇ, ਭਾਵੇਂ ਅਕਾਲੀ ਦਲ ਦਾ ਹੋਵੇ, ਭਾਵੇਂ ਬੀਜੇਪੀ ਦਾ ਹੋਵੇ, ਭਾਵੇਂ ਕੋਈ ਝਾੜੂ ਵਾਲਾ ਹੋਵੇ, ਕਿਸੇ ਨੇ ਵੀ ਇਸ ਮੁੱਦੇ ਨੂੰ ਸਹੀ ਢੰਗ ਨਾਲ ਚੱਕਿਆ ਨਹੀਂ ਹੈਗਾ। ਨਾ ਸਹੀ ਢੰਗ ਨਾਲ ਕਿਸੇ ਨੇ ਇਹਦੀ ਲੜਾਈ ਲੜੀ ਹੈਗੀ ਆ। ਮੈਂ ਸਮਝਦਾ ਜੇ ਕਿਤੇ ਪਰਮਾਤਮਾ ਨੇ ਕਿਤੇ ਮੈਨੂੰ ਮੌਕਾ ਦਿੱਤਾ, ਤਾਂ ਮੈਂ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਇਸ ਮੁੱਦੇ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰੂੰਗਾ। ਇਹ ਜ਼ਰੂਰਤ ਆ, ਇਹ ਇਕੱਲਾ ਇਹ ਨਹੀਂ ਹੈਗਾ ਕਿ ਪੰਕਜ ਨੂੰ ਜ਼ਰੂਰਤ ਆ ਜਾਂ ਬੈਂਸ ਸਾਹਿਬ ਨੂੰ ਜ਼ਰੂਰਤ ਆ। ਇਸ ਬਾਈਪਾਸ ਦੀ ਸਮੁੱਚੇ ਗੜਸ਼ੰਕਰ ਇਲਾਕੇ ਨੂੰ, ਪਲੱਸ ਮੈਂ ਕਹੂੰਗਾ ਕਿ ਸਾਰੇ ਜਿੰਨਾ ਵੀ ਜਿਹੜਾ ਬੈਲਟ ਹੈਗੀ ਆ ਕੰਢੀ ਵਾਲੀ, ਸਾਰਿਆਂ ਨੂੰ ਲੋੜ ਹੈ ਇਹਦੀ। ਇਹ ਬਹੁਤ ਜ਼ਰੂਰੀ ਆ। ਬਲਾਚੌਰ ਬਣ ਗਿਆ ਹੈ, ਗੜਸ਼ੰਕਰ ਹੀ ਬਣਨਾ ਚਾਹੀਦਾ ਆ, ਹੁਸ਼ਿਆਰਪੁਰ ਬਣ ਚੁੱਕਾ ਆ। ਜੇ ਬਾਈਪਾਸ ਬਣੇਗਾ ਤਾਂ ਉਹਦੇ ਨਾਲ ਮੈਂ ਸਮਝਦਾ ਆ ਕਿ ਲੋਕਾਂ ਦੀ ਆਵਾਜਾਈ ਸੁਖਾਲੀ ਹੋ। ਤੁਸੀਂ ਇੱਕ ਕਾਂਗਰਸ ਦੇ ਸੱਚੇ ਸਿਪਾਹੀ ਹੋ, ਕੀ ਤੁਸੀਂ ਕਦੀ ਇਹਦੀ ਕੈਪਟਨ ਸਾਹਿਬ ਤੱਕ ਜਾਂ ਕਿਸੇ ਕਾਂਗਰਸ ਦੇ ਮਿਨਿਸਟਰ ਤੱਕ ਇਹਦੀ ਗੱਲ ਆਵਾਜ਼ ਬੁਲੰਦ ਕੀਤੀ ਹੈ ਜੀ? ਸ਼ਾਇਦ ਤੁਹਾਡੀ ਜਾਣਕਾਰੀ ਵਿੱਚ ਨਹੀਂ ਹੈਗਾ ਕਿ ਸਾਡੇ ਸੁੰਦਰ ਸ਼ਾਮ ਅਰੋੜਾ ਜੀ ਜਿਹੜੇ ਮੰਤਰੀ ਸਾਹਿਬ ਹੈਗੇ ਆ, ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹਦਾ ਬਕਾਇਦਾ ਮੁੱਦਾ ਚੱਕਿਆ ਤੇ ਸਰਕਾਰ ਵੱਲੋਂ ਇਹਦਾ ਐਸਟੀਮੇਟ ਵੀ ਲਗਵਾਇਆ ਜਾ ਰਿਹਾ। ਪਰ ਮੈਂ ਸਮਝਦਾ ਕਿ ਐਸਟੀਮੇਟ ਲਗਵਾਉਣ ਦੇ ਨਾਲ, ਮੁੱਦਾ ਚੱਕਣ ਦੇ ਨਾਲ ਇਹ ਇਕੱਲਾ ਹੱਲ ਨਹੀਂ ਹੈਗਾ। ਇਹਦਾ ਹੱਲ ਰਿਐਲਿਟੀ 'ਚ ਹੋਣਾ ਚਾਹੀਦਾ ਆ। ਧਰਾਤਲ ਤੇ ਲੋਕਾਂ ਨੂੰ ਇਹ ਕੰਮ ਹੋਇਆ ਦਿਖਣਾ ਚਾਹੀਦਾ ਆ ਕਿ ਸਾਡੇ ਇੱਥੇ ਬਾਈਪਾਸ ਬਣ ਗਿਆ ਆ, ਉਹ ਲੋਕਾਂ ਨੂੰ ਦਿਖਣਾ ਚਾਹੀਦਾ, ਹੋਣਾ ਚਾਹੀਦਾ ਹੈ। ਕਾਂਗਰਸ ਇੱਕ ਬੜੀ ਪੁਰਾਣੀ ਪਾਰਟੀ ਹੈ ਜੀ। ਤੁਹਾਡੇ 2 ਵਾਰੀ ਵਿਧਾਇਕ ਰਹੇ ਲਵ ਕੁਮਾਰ ਗੋਲਡੀ ਜੀ, 2 ਵਾਰੀ ਹਾਰ ਗਏ ਨੇ। ਪਿਛਲੀ ਵਾਰ ਉਹ ਤੀਸਰੇ ਨੰਬਰ ਤੇ ਕਾਂਗਰਸ ਤੁਹਾਡੀ ਆਈ ਹੈ। ਤੁਹਾਡੇ ਸਾਰਿਆਂ ਦੀ ਕਾਰਗੁਜ਼ਾਰੀ ਤੇ ਸਵਾਲੀ ਨਿਸ਼ਾਨ ਇੱਕ ਉੱਠਦਾ ਹੈ। ਇਕੱਲੇ ਲਵ ਕੁਮਾਰ ਗੋਲਡੀ ਦੀ ਆਪਾਂ ਗੱਲ ਕਰੀਏ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਕਾਰਗੁਜ਼ਾਰੀ, ਤੁਹਾਡੇ ਜਿੰਨੇ ਵੀ ਤੁਸੀਂ ਕਾਂਗਰਸ ਦੇ ਵਰਕਰ ਹੋ ਜਾਂ ਮੈਂਬਰ ਹੋ, ਤੁਹਾਡੇ ਸਾਰਿਆਂ ਦੇ ਸਵਾਲੀ ਨਿਸ਼ਾਨ ਆਇਆ। ਤੀਜੇ ਨੰਬਰ ਤੇ ਕਾਂਗਰਸ ਪਿਛਲੀ ਵਾਰ ਰਹੀ ਹੈ, ਇਸ ਵਾਰ ਫਿਰ ਉਹਨਾਂ ਨੂੰ ਹਲਕਾ ਇੰਚਾਰਜ ਲਾਤਾ ਜਾਂਦਾ। ਇਹ ਕੀ ਸਮਝਦੇ ਹੋ ਤੁਸੀਂ? ਗੱਲ ਇਹ ਆ, ਜਿਹੜਾ ਹਲਕਾ ਇੰਚਾਰਜ ਦੀ, ਮੈਂ ਤਾਂ ਕਹਿੰਦਾ ਕੋਈ ਕਾਂਗਰਸ ਦੇ ਵਿੱਚ ਕੋਈ ਸੰਵਿਧਾਨਕ ਪੋਸਟ ਤਾਂ ਹੈ ਨਹੀਂ ਗੀ, ਪਰ ਸਰਕਾਰ ਵੱਲੋਂ ਕੰਮ ਚਲਾਉਣ ਦੇ ਲਈ ਜਿਹੜੇ ਹਾਰੇ ਹੋਏ ਐਮਐਲਏ ਆ, ਉਹਨਾਂ ਨੂੰ ਹਲਕਾ ਇੰਚਾਰਜ ਲਗਾਤਾ ਜਾਂਦਾ ਆ। ਉਹ ਕਿਸੇ ਨਾ ਕਿਸੇ ਨੇ ਤਾਂ ਕੰਮ ਹਲਕੇ ਦਾ ਦੇਖਣਾ ਹੀ ਆ। ਤੇ ਜਿਹੜਾ ਇਲੈਕਸ਼ਨ ਲੜਿਆ ਹੁੰਦਾ, ਹਰਿਆ ਐਮਐਲਏ ਹੁੰਦਾ, ਉਹਨੂੰ ਪਾਰਟੀ ਇੰਚਾਰਜ ਲਗਾ ਦਿੰਦੀ ਆ। ਗੋਲਡੀ ਸਾਹਿਬ ਵੀ ਉਸੇ ਹੀ ਦਾਇਰੇ ਦੇ ਵਿੱਚ ਆਪਣਾ ਕੰਮ ਜਿਹੜਾ ਹਲਕੇ ਦਾ ਦੇਖ ਰਹੇ ਆ। ਦੇਖੋ, ਮੈਂ ਸਮਝਦਾ ਕਿ ਪਹਿਲੀ ਵਾਰ ਗੋਲਡੀ ਸਾਹਿਬ ਜਿੱਤੇ ਸੀਗੇ 18,000 ਵੋਟ ਨਾਲ, ਦੂਜੀ ਵਾਰੀ ਜਿੱਤੇ 4,000 ਵੋਟ ਨਾਲ, ਤੀਜੀ ਵਾਰੀ ਹਾਰੇ 6,000 ਵੋਟ ਨਾਲ। ਹੁਣ ਐਤਕੀ ਤੀਜੇ ਨੰਬਰ ਤੇ ਆਏ ਆ। ਲਗਾਤਾਰ ਗ੍ਰਾਫ ਘਟਦਾ ਜਾ ਰਿਹਾ ਆ। ਸਾਨੂੰ ਸਾਰਿਆਂ ਨੂੰ, ਮੈਂ ਇਹ ਨਹੀਂ ਕਹਿੰਦਾ ਵੀ ਇਕੱਲਾ ਗੋਲਡੀ ਇਹਦੇ ਲਈ ਜ਼ਿੰਮੇਵਾਰ ਆ, ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਬੜੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈਗੀ ਆ। ਦੇਖੋ, ਬਾਰ-ਬਾਰ ਸਾਡਾ ਗ੍ਰਾਫ ਅੱਗੇ ਨਾਲੋਂ ਘਟੀ ਜਾਵੇ, ਇਹ ਬੜੀ ਮੰਦਭਾਗੀ ਗੱਲ ਆ। ਪਰ ਮੈਂ ਇੱਕ ਇਹਦੇ ਵਿੱਚ ਚੰਗੀ ਗੱਲ ਵੀ ਕਹਿਣਾ ਕਿ ਇਸ ਤੋਂ ਬਾਅਦ ਜਿਹੜੀ ਲੋਕ ਸਭਾ ਦੀ ਚੋਣਾਂ ਆਈਆਂ ਆ, ਉਹਦੇ ਵਿੱਚ ਇਹ ਕਾਂਗਰਸ ਪਾਰਟੀ ਇੱਥੋਂ ਗੜਸ਼ੰਕਰ ਵਿਧਾਨ ਸਭਾ ਹਲਕੇ ਤੋਂ ਜਿੱਤੀ ਆ, ਤਕਰੀਬਨ 37-3800 ਵੋਟ ਦੇ ਫਰਕ ਨਾਲ ਜਿੱਤੀ ਆ। ਤੇ ਉਸ ਵੇਲੇ ਮੈਂ ਸਮਝਦਾ ਕਿ ਦੇਖੋ, ਅਕਾਲੀ ਬੀਜੇਪੀ ਇਕੱਠੇ ਸੀਗੇ ਜਦੋਂ ਅਸੀਂ ਜਿੱਤੇ ਆ। ਮੋਦੀ ਸਾਹਿਬ ਦੀ ਸਾਰੇ ਹਿੰਦੁਸਤਾਨ 'ਚ ਬੜੀ ਵੱਡੀ ਲਹਿਰ ਵੀ ਸੀਗੀ। ਪਰ ਹੁਣ ਬੀਜੇਪੀ ਅਕਾਲੀ ਦਲ ਦੇ ਨਾਲੋਂ ਅਲੱਗ ਹੋ ਗਈ ਆ ਤੇ ਅਕਾਲੀ ਦਲ ਬੀਐਸਪੀ ਇਕੱਠੇ ਲੜ ਰਹੇ ਹੈਗੇ ਆ।
ਤੇ ਹੁਣ ਨਵੇਂ ਸਮੀਕਰਨ ਹਲਕੇ 'ਚ ਬਣੇ ਆ। ਮੈਂ ਸਮਝਦਾ ਹਾਂ ਕਿ ਐਤਕੀ ਗੜਸ਼ੰਕਰ ਦੇ ਵਿੱਚੋਂ ਵੀ ਕਾਂਗਰਸ ਪਾਰਟੀ ਜਿਹਨੂੰ ਮਰਜ਼ੀ ਇੱਥੋਂ ਉਮੀਦਵਾਰ ਬਣਾਵੇ ਤੇ ਆਪਾਂ ਰਲ ਮਿਲ ਕੇ ਸਾਰੇ ਉਹਨੂੰ ਜਿਤਾਵਾਂਗੇ। ਜਿਹਨੂੰ ਮਰਜ਼ੀ ਕਿ ਤੁਹਾਨੂੰ? ਦੇਖੋ ਗੱਲ ਇਹ ਜੇ ਮੈਂ 99 ਦਾ ਪਾਰਟੀ ਲਈ ਵਰਕ ਕਰ ਰਿਹਾ, 33 ਸਾਲ ਦਾ ਤੁਹਾਡੀਆਂ ਪਿਛਲੇ ਕਈ ਵਿਧਾਨ ਸਭਾ ਹਲਕਿਆਂ ਦੇ ਵਿੱਚ ਤੁਸੀਂ ਟਿਕਟ ਲੈਣ ਦੇ ਕਾਫੀ ਚਾਹਵਾਨ ਸੀਗੇ, ਔਰ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਟਿਕਟ ਨਹੀਂ ਮਿਲੀ, ਤੁਹਾਡੀ ਨਾਰਾਜ਼ਗੀਆਂ ਵੀ ਦੇਖਣ ਨੂੰ ਮਿਲੀਆਂ। ਜੇ ਇਸ ਵਾਰ ਟਿਕਟ ਨਹੀਂ ਮਿਲਦੀ ਕੀ ਤੁਸੀਂ ਦੁਬਾਰਾ ਨਾਰਾਜ਼ਗੀ ਦੱਸੂਗਾ ਕਹੋਗੇ? 33 ਸਾਲ ਦਾ ਮੇਰਾ ਰਾਜਨੀਤਿਕ ਸਫ਼ਰ ਹੈਗਾ ਆ, ਬੜਾ ਲੰਬਾ ਅਰਸਾ ਹੋ ਗਿਆ। ਯੂਥ ਕਾਂਗਰਸ ਵੀ ਕੰਮ ਕੀਤਾ, ਕਾਂਗਰਸ ਵੀ ਕੰਮ ਕੀਤਾ, ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਰਿਹਾ, DCU ਦਾ ਚੇਅਰਮੈਨ ਵੀ ਰਿਹਾ ਮੈਂ। ਮਤਲਬ ਕੋਈ ਅਜਿਹਾ ਗ੍ਰਾਸ ਰੂਟ ਦਾ ਅਹੁਦਾ ਨਹੀਂ ਹੈਗਾ ਜਿਹੜਾ ਇਲੈਕਟਡ ਹੋਵੇ ਤੇ ਮੈਂ ਲੜ ਕੇ ਨਾ ਜਿੱਤਿਆ ਹੋਵਾਂ। ਮੈਂ ਕੋਆਪਰੇਟਿਵ ਸੁਸਾਇਟੀ ਹਿੰਦੂ ਕੋਆਪਰੇਟਿਵ ਬੈਂਕ ਦਾ ਪ੍ਰਧਾਨ ਰਿਹਾ, ਇਲੈਕਟਡ। DCU ਦਾ ਚੇਅਰਮੈਨ ਰਿਹਾ, ਸਾਰੇ ਜ਼ਿਲ੍ਹੇ ਦੀ ਕੋਆਪਰੇਟਿਵ ਸੁਸਾਇਟੀਆਂ ਦਾ ਇਲੈਕਟਡ ਚੇਅਰਮੈਨ ਰਿਹਾ ਮੈਂ। ਉਸ ਤੋਂ ਇਲਾਵਾ ਮੇਰੀ ਵਾਈਫ ਜਿਹੜੀ ਹੈਗੀ ਉਹ MC ਜਿੱਤੀ ਹੈਗੀ ਆ। ਮਤਲਬ ਕੋਈ ਲੋਕਲ ਲੀਡਰ ਅਜਿਹਾ ਨਹੀਂ ਹੈਗਾ ਜਿਹਨੇ ਹਰ ਹੇਠਲੇ ਪੱਧਰ ਦੇ ਜਿਹੜੇ ਗ੍ਰਾਸ ਰੂਟ ਤੇ ਜਿਹੜੇ ਲੋਕਤੰਤਰ ਦੇ ਥੰਮ ਹੁੰਦੇ ਆ ਉਹਨਾਂ ਨੂੰ ਕਦੀ ਜਿੱਤ ਕੇ ਆਇਆ ਹੋਵੇ। ਮੈਂ ਹਰ ਛੋਟੀ ਪੋਸਟ ਤੇ ਇਲੈਕਸ਼ਨ ਲੜ ਕੇ ਜਿੱਤ ਕੇ ਆਏ ਆ। ਮਤਲਬ ਤੁਸੀਂ ਆਪਣੀ ਦਾਅਵੇਦਾਰੀ ਪੱਕੀ ਪੇਸ਼ ਕਰ ਰਹੇ ਹੋ। 7 ਵਾਰ ਮੈਂ ਬਾਰ ਦਾ ਪ੍ਰਧਾਨ ਰਿਹਾ ਆ। ਦੇਖੋ ਦਾਅਵੇਦਾਰੀ ਪੇਸ਼ ਕਰਨਾ ਹਰ ਬੰਦੇ ਦਾ ਹੱਕ ਆ, ਲੜਾਣਾ ਨਾ ਲੜਾਣਾ ਉਹ ਪਾਰਟੀ ਦੀ ਮਰਜ਼ੀ ਆ। ਬਾਕੀ ਜੋ ਪਾਰਟੀ ਦਾ ਹੁਕਮ ਹੋਏਗਾ ਮੈਂ ਪਾਰਟੀ ਹੁਕਮ ਦੇ ਨਾਲ ਬੱਝਿਆ ਬੰਦਾ ਆ। 33 ਸਾਲਾਂ ਦੇ ਵਿੱਚ ਕਾਂਗਰਸ ਲਈ ਬੜਾ ਕੁਝ ਕੀਤਾ ਆ ਤੇ ਦੇਖੋ ਮੇਰੇ ਮਨ 'ਚ ਵੀ ਖੁਆਇਸ਼ ਹੁੰਦੀ ਆ ਕਿ ਪਾਰਟੀ ਮੈਨੂੰ ਮੇਰੇ ਕੀਤੇ ਹੋਏ ਕੰਮਾਂ ਦੀ ਰਿਕੋਗਨੀਸ਼ਨ ਦੇਵੇ, ਪਾਰਟੀ ਮੈਨੂੰ ਇੱਥੋਂ ਚੋਣ ਲੜਾਵੇ। ਪਰ ਗੱਲ ਇਹ ਆ ਜੋ ਹੁਕਮ ਪਾਰਟੀ ਦਾ ਹੋਊਗਾ ਉਹ ਮੇਰੇ ਸਿਰ ਮੱਥੇ ਆ। ਮੈਂ ਪਾਰਟੀ ਨਾਲ ਖੜਾ ਆ ਤੇ ਡਟ ਕੇ ਪਾਰਟੀ ਦੀ ਲੜਾਈ ਲੜਾਂਗੇ। ਤੇ ਐਤਕੀ ਮੈਂ ਮਹਿਸੂਸ ਕਰਦਾ ਆ ਕਿ ਜੋ ਮਾਹੌਲ ਬਣਿਆ ਆ ਪੰਜਾਬ ਦਾ, ਜੋ ਸਾਡੇ ਹਲਕੇ ਦਾ ਮਾਹੌਲ ਬਣਿਆ ਆ ਕਾਂਗਰਸ ਦੇ ਵਿੱਚ, ਇੱਥੇ ਦੇਖੋ ਬਲਾਕ ਸੰਮਤੀ ਚੋਣਾਂ ਆਪਾਂ ਜਿੱਤੇ ਆ, ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਸੀਟਾਂ ਆਪਾਂ ਜਿੱਤੇ ਆ, ਆਪਾਂ ਮਿਊਨਿਸਪੈਲਿਟੀ ਜਿੱਤੇ ਹੈਗੇ ਆ, ਆਪਾਂ ਇੱਥੋਂ ਤੱਕ ਕਿ ਮਤਲਬ ਹਰ ਛੋਟਾ ਇਲੈਕਸ਼ਨ ਜਿਹੜਾ ਹੈਗਾ ਆ ਕਾਂਗਰਸ ਇੱਥੋਂ ਜਿੱਤੀ ਆ। ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਅਸੀਂ ਜਿੱਤੇ ਆ ਤੇ ਮੈਂ ਸਮਝਦਾ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਬੈਟਰ ਰਿਜ਼ਲਟ ਕਾਂਗਰਸ ਦੇਵੇਗੀ। ਪਰ ਕਾਂਗਰਸ ਹਾਈ ਕਮਾਂਡ ਨੂੰ ਵੀ ਸੋਚਣਾ ਚਾਹੀਦਾ ਆ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਬਾਰ-ਬਾਰ ਜਿਸ ਬੰਦੇ ਨੂੰ ਆਪਾਂ ਅਜਮਾ ਲਿਆ ਆ ਤੇ ਉਹਨੂੰ ਬਾਰ-ਬਾਰ ਅਜਮਾਈ ਜਾਈਏ ਉਹ ਵੀ ਬੈਟਰ ਨਹੀਂ ਹੈਗਾ। ਉਹਦੇ ਬਾਰੇ ਵੀ ਪਾਰਟੀ ਨੂੰ ਕੁਝ ਸੋਚਣਾ ਚਾਹੀਦਾ ਆ। ਮੈਂ ਸਮਝਦਾ ਆ ਕਿ 2-4 ਦਿਨਾਂ ਦੇ ਵਿੱਚ ਪਾਰਟੀ ਦੀ ਨਵੀਂ ਲੀਡਰਸ਼ਿਪ ਪਾਰਟੀ ਦੀ ਜਿਹੜੀ ਕਮਾਨ ਸੰਭਾਲੂਗੀ ਤੇ ਕੁਝ ਨਵੇਂ ਫੈਸਲੇ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹਦੇ ਨਾਲ ਹਲਕੇ ਵਿੱਚ ਜਿਹੜੀ ਹੈਗੀ ਆ ਕਾਂਗਰਸ ਹੋਰ ਮਜ਼ਬੂਤ ਹੋ ਕੇ ਉਭਰੇਗੀ। ਤੇ ਮਤਲਬ ਤੁਸੀਂ ਸਿੱਧੇ ਤੌਰ ਤੇ ਕਹਿਣਾ ਚਾਹੁੰਦੇ ਹੋ ਕਿ ਲਵ ਕੁਮਾਰ ਗੋਲਡੀ ਨੂੰ ਇਸ ਵਾਰ ਟਿਕਟ ਨਾ ਦਿੱਤੀ ਜਾਵੇ, ਕੋਈ ਨਵਾਂ ਉਮੀਦਵਾਰ ਕੋਈ ਵੀ ਹੋਵੇ? ਦੇਖੋ ਮੈਂ ਤਾਂ ਆਪਣਾ ਦਾਅਵਾ ਪੇਸ਼ ਕਰਦਾ, ਮੈਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਤੇ ਬਾਕੀ ਜਦੋਂ ਮੈਨੂੰ ਹਾਈ ਕਮਾਂਡ ਪੁੱਛੇਗੀ ਮੈਂ ਮੈਰਿਟਸ ਡੀਮੈਰਿਟਸ ਉਹ ਵੀ ਦੱਸ ਦੇਵਾਂਗਾ। ਪਰ ਗੱਲ ਇਹ ਆ ਮੈਂ ਮੀਡੀਆ ਦੇ ਵਿੱਚ ਆ ਕੇ ਇਹ ਗੱਲ ਇਸ ਸਟੇਜ 'ਚ ਕਹਾਂ ਉਹ ਮੈਂ ਸਮਝਦਾ ਕਿ ਬਿਹਤਰ ਨਹੀਂ ਹੋਊਗਾ, ਪਾਰਟੀ ਲਈ ਵੀ ਚੰਗਾ ਨਹੀਂ ਹੈਗਾ, ਮੇਰੇ ਲਈ ਵੀ ਚੰਗਾ ਨਹੀਂ ਹੈਗਾ ਤੇ ਸਾਡੇ ਸੰਗਠਨ ਲਈ ਵੀ ਚੰਗਾ ਨਹੀਂ ਹੈਗਾ। ਤੇ ਮੈਂ ਕਿਸੇ ਦੇ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਰ ਗੱਲ ਇਹ ਆ ਲੋਕਾਂ ਨੂੰ ਸਭ ਕੁਝ ਦਿਖ ਰਿਹਾ ਹੈ, ਕਹਿਣ ਦੀ ਜ਼ਰੂਰਤ ਨਹੀਂ ਹੈਗੀ ਆ। ਲੋਕ ਜਿਹੜਾ ਹੈਗਾ ਆ ਬਦਲਾਅ ਚਾਹੁੰਦੇ ਆ ਤੇ ਸਟੇਟ ਜਿਹੜੀ ਹੈਗੀ ਆ ਲੀਡਰਸ਼ਿਪ ਉਹਦੇ ਵਿੱਚ ਵੀ ਲੋਕ ਬਦਲਾਅ ਚਾਹੁੰਦੇ ਆ। ਤੇ ਮੈਂ ਸਮਝਦਾ ਕਿ ਹਾਈ ਕਮਾਂਡ 2-4 ਦਿਨਾਂ ਵਿੱਚ ਸਟੇਟ ਲੈਵਲ ਤੇ ਬਦਲਾਅ ਕਰਨ ਜਾ ਰਹੀ ਆ, ਉਹਦੇ ਨਾਲ ਹੇਠਲੇ ਪੱਧਰ ਤੇ ਵੀ ਕਈ ਬਦਲਾਅ ਹੋਣ ਜਾ ਰਹੇ ਆ ਤੇ ਜਿਹੜੇ ਬਦਲਾਅ ਹੋਣਗੇ ਪਾਰਟੀ ਲਈ ਚੰਗੇ ਹੀ ਹੋਣਗੇ ਤੇ ਪਾਰਟੀ ਨੂੰ ਇਹਦੇ ਨਾਲ ਮਜ਼ਬੂਤੀ ਮਿਲੇਗੀ। ਨਿਮੀਸ਼ਾ ਮਹਿਤਾ ਗਰਾਊਂਡ ਜ਼ੀਰੋ ਤੇ ਕਾਫੀ ਕੰਮ ਕਰ ਰਹੇ ਨੇ। ਪਿਛਲੀ ਵਿਧਾਨ ਸਭਾ ਲਾ ਕੇ ਚੱਲੀ ਤਾਂ ਵੀ ਉਹਨਾਂ ਨੇ ਕਾਫੀ ਗਰਾਊਂਡ ਜ਼ੀਰੋ ਤੇ ਕੰਮ ਕੀਤਾ, ਉਦੋਂ ਵੀ ਉਹ MLA ਦੇ ਦਾਅਵੇਦਾਰ ਮੰਨੇ ਜਾਂਦੇ ਸੀ। ਇਸ ਵਾਰ ਉਹ ਥੋੜਾ ਹੋਰ ਜ਼ਿਆਦਾ ਕੰਮ ਕਰ ਰਹੇ ਨੇ, ਹਰ ਪਿੰਡਾਂ 'ਚ ਜਾ ਰਹੇ ਨੇ, ਪਾਣੀ ਦੀ ਸਮੱਸਿਆ ਹੱਲ ਕਰ ਰਹੇ ਨੇ, ਲੋਕਾਂ 'ਚ ਵਿਚਰ ਰਹੇ ਨੇ, ਦਾਅਵੇਦਾਰੀ ਉਹ ਵੀ ਪੇਸ਼ ਕਰ ਰਹੇ ਨੇ। ਕੀ ਕਹਿਣਾ? ਪਾਰਟੀ ਦਾ ਜਿਹੜਾ ਹਰ ਵਰਕਰ ਆ ਉਹਨੂੰ ਪੂਰਾ ਹੱਕ ਆ ਆਪਣਾ ਦਾਅਵਾ ਪੇਸ਼ ਕਰਨ ਦਾ। ਹਰ ਵਰਕਰ ਜਿਹੜਾ ਮੈਂ ਸਮਝਦਾ ਕਾਂਗਰਸ ਦਾ ਗਰਾਊਂਡ ਲੈਵਲ ਤੇ ਬੜਾ ਯੋਧਾ ਬਣ ਕੇ ਕੰਮ ਕਰ ਰਿਹਾ ਆ। ਕੱਲੀ ਇੱਕ ਲੀਡਰ ਦੀ ਮੈਂ ਗੱਲ ਨਹੀਂ ਕਰਦਾ, ਹਰ ਲੀਡਰ ਲੱਗਾ ਆ, ਹਰ ਵਰਕਰ ਲੱਗਾ ਆ। ਮੈਂ ਕਿਹਦਾ ਨਾਂ ਗਿਣਾਵਾਂ? ਹਰ ਵਰਕਰ ਸਾਡੇ ਦੇਖੋ 3 ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਆ, ਉਹ ਬੜੀ ਮਿਹਨਤ ਕਰ ਰਹੇ ਆ। ਮਤਲਬ ਸਾਡੇ ਬਲਾਕ ਸੰਮਤੀ ਦੇ ਮੈਂਬਰ ਹੈਗੇ ਆ, ਉਹ ਬੜੀ ਮਿਹਨਤ ਕਰ ਰਹੇ ਆ। ਸਾਡੇ ਜਿਹੜੇ MC ਹੈਗੇ ਉਹ ਬੜੀ ਮਿਹਨਤ ਕਰ ਰਹੇ ਆ, ਸਾਰੇ ਮਿਹਨਤ ਕਰ ਰਹੇ ਆ। ਬਾਕੀ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਹਨੇ ਕਿਹਨੂੰ ਲੜਾਉਣਾ ਹੈਗਾ ਕਿਹਨੂੰ ਨਹੀਂ ਲੜਾਉਣਾ ਹੈਗਾ। ਤੇ ਮੈਂ ਸਮਝਦਾ ਆ ਕਿ ਪਾਰਟੀ ਜਿਹਨੂੰ ਵੀ ਲੜਾਉਣ ਦਾ ਫੈਸਲਾ ਕਰੂਗੀ ਉਹ ਸੋਚ ਸਮਝ ਕੇ ਕਾਂਗਰਸ ਦੀ ਬਿਹਤਰੀ ਲਈ ਤੇ ਇਲਾਕੇ ਦੀ ਬਿਹਤਰੀ ਲਈ ਕਰੂਗੀ। ਤੇ ਬਾਕੀ ਜਿਹੜੀ ਕੰਮ ਦੀ ਗੱਲ ਹੈ, ਸਾਡਾ ਹਰ ਵਰਕਰ ਬੜਾ ਜਦੋਜਹਿਦ ਕਰਨ ਵਾਲਾ ਆ, ਸੰਘਰਸ਼ਸ਼ੀਲ ਹੈਗਾ ਆ। ਹਰ ਵਰਕਰ ਜਿਹੜਾ ਹੈਗਾ ਆ ਇੱਕ ਯੋਧਾ ਸਾਡਾ ਜਿਹੜਾ ਹੈਗਾ ਅਕਾਲੀਆਂ ਦੇ ਨਾਲ ਜਾਂ ਝਾੜੂ ਵਾਲਿਆਂ ਦੇ ਨਾਲ ਲੜਨ ਲਈ ਪੂਰਾ ਤਿਆਰ ਹੈ। ਪੰਕਜ ਕਿਰਪਾਲ ਜੀ, ਨਵੇਂ ਸਮੀਕਰਨ ਪੰਜਾਬ 'ਚ ਬਣੇ ਨੇ
ਕਈ ਪਾਰਟੀਆਂ ਨੇ ਗੱਠਜੋੜ ਕੀਤਾ ਹੈ। ਆਮ ਆਦਮੀ ਪਾਰਟੀ ਇਕੱਲੀ ਲੜ ਰਹੀ ਹੈ, ਵਿਜੇ ਕੁਮਾਰ ਪ੍ਰਤਾਪ ਪਾਰਟੀ ਨਵਾਂ ਚਿਹਰਾ ਨੇ, ਉਹ ਕਹਿੰਦੇ ਸ਼ਾਇਦ ਸੀਐਮ ਦਾ ਚਿਹਰਾ ਵੀ ਹੋ ਸਕਦਾ ਹੈ। ਅਕਾਲੀ ਬਸਪਾ ਗੱਠਜੋੜ ਹੋਇਆ, ਇਸ ਗੱਠਜੋੜ ਦਾ ਜਿਹੜੀ ਗੜ੍ਹਸ਼ੰਕਰ ਵਿਧਾਨ ਸਭਾ ਸੀਟ ਹੈ, ਤੁਸੀਂ ਵੀ ਜਾਣਦੇ ਹੋ ਕਿ 2 ਵਾਰ ਸ਼ਿੰਗਾਰਾ ਰਾਮ ਸੂੰਗੜਾ ਇੱਥੋਂ ਐਮਐਲਏ ਰਹੇ ਨੇ ਬਸਪਾ ਦੇ। ਬਸਪਾ ਦਾ ਗੜ੍ਹ ਮੰਨਿਆ ਜਾਂਦਾ ਹੈ, ਦੁਆਬਾ ਜਿੰਨੀ ਬੈਲਟ ਹੈ, ਗੜ੍ਹਸ਼ੰਕਰ ਹੋਇਆ, ਮਾਲਪੁਰ ਹੋਇਆ, ਚੱਬੇਵਾਲ ਹੋਇਆ, ਹੁਸ਼ਿਆਰਪੁਰ ਹੋਇਆ ਜਾਂ ਬਲਾਚੌਰ ਹੋਇਆ, ਇਹ ਇੱਕ ਬਸਪਾ ਦੀ ਤਗੜੀ ਬੈਲਟ ਮੰਨੀ ਜਾਂਦੀ ਹੈ। ਅਕਾਲੀ ਬਸਪਾ ਗੱਠਜੋੜ ਕਾਂਗਰਸ ਨੂੰ ਕਿੰਨਾ ਕੁ ਨੁਕਸਾਨ ਪਹੁੰਚਾ ਸਕਦਾ? ਜਿਹੜੀ ਸਿਆਸਤ ਦੇ ਸਮੀਕਰਨ ਹੁੰਦੇ ਹਰ ਵੇਲੇ ਇੱਕੋ ਜਿਹੇ ਨਹੀਂ ਹੁੰਦੇ, ਬਦਲਦੇ ਰਹਿੰਦੇ ਆ। ਕਾਂਗਰਸ ਇੱਥੇ ਮਤਲਬ ਕਿਸੇ ਵੇਲੇ ਇਹ ਹੁੰਦਾ ਸੀਗਾ ਕਿ ਪੰਜਾਬ ਦੇ ਵਿੱਚ ਸਭ ਤੋਂ ਸੇਫ ਸੀਟ ਕਾਂਗਰਸ ਦੀ ਹੈਗੀ ਤਾਂ ਉਹ ਗੜ੍ਹਸ਼ੰਕਰ ਹੈਗੀ ਆ, ਪਰ ਪਿਛਲੀ ਵਾਰ ਅਸੀਂ ਤੀਜੇ ਨੰਬਰ ਤੇ ਆਏ ਹਾਂ। ਮਤਲਬ ਆਪਾਂ ਜੇ ਗੱਲ ਕਰੀਏ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਕਾਂਗਰਸ ਤੀਜੇ ਨੰਬਰ ਤੇ ਪਹੁੰਚ ਗਈ। ਐਦਾਂ ਹੀ ਬੀਐਸਪੀ ਕਿਸੇ ਵੇਲੇ ਸ਼ਿੰਗਾਰਾ ਰਾਮ ਸੂੰਗੜੇ ਵੇਲੇ ਜਿੱਤਦੀ ਰਹੀ ਆ। ਉਸ ਤੋਂ ਬਾਅਦ ਜੇ ਆਪਾਂ ਪਿਛਲੀ ਪਾਰਲੀਮੈਂਟ ਦੀ ਗੱਲ ਕਰ ਲਈਏ, ਬੀਐਸਪੀ ਦੀ ਵੋਟ ਮੇਰੇ ਖਿਆਲ ਸਿਰਫ 8-9 ਹਜ਼ਾਰ ਸੀਗੀ, ਨਹੀਂ ਪਿਛਲੀ ਪਾਰਲੀਮੈਂਟ ਵੇਲੇ 22 ਹਜ਼ਾਰ ਸੀਗੀ, ਤੇ ਅਕਾਲੀ ਦਲ ਦੀ ਸੀਗੀ ਉਹੀ ਕੋਈ 30-32 ਹਜ਼ਾਰ ਵੋਟ ਸੀਗੀ ਸਾਰੀ। ਉਹਦੇ ਵਿੱਚ ਬੀਜੇਪੀ ਦੀ ਵੋਟ ਵੀ ਸੀਗੀ, ਉਹ ਬੀਜੇਪੀ ਵਾਲੀ ਵੋਟ ਮਾਈਨਸ ਵੀ ਹੋ ਜਾਣੀ ਹੈ। ਦੂਜੀ ਵੱਡੀ ਗੱਲ ਇਹ ਆ, ਅਕਾਲੀ ਦਲ ਤੇ ਬੀਐਸਪੀ ਦੀ ਵਿਚਾਰਧਾਰਾ ਦਾ ਇੱਕ ਵੱਡਾ ਜ਼ਮੀਨ ਅਸਮਾਨ ਦਾ ਫਰਕ ਆ। ਬੀਐਸਪੀ ਦੇ ਜਿਹੜੇ ਕੁਝ ਵੱਡੇ ਲੀਡਰ ਆ, ਬੀਐਸਪੀ ਦੇ ਸਾਬਕਾ ਪ੍ਰਧਾਨ ਰਛਪਾਲ ਰਾਜੂ ਜੀ ਤੇ ਹੋਰ ਕਈ ਆਗੂ ਜਿਹੜੇ ਹੈਗੇ ਆ, ਉਹ ਇਸ ਗੱਲ ਤੋਂ ਨਾਰਾਜ਼ ਵੀ ਹੈਗੇ ਆ ਕਿ ਜਿੱਥੇ ਬੀਐਸਪੀ ਦਾ ਹੋਲਡ ਸੀਗਾ, ਬੀਐਸਪੀ ਦੀ ਜਿੱਥੇ ਗੱਲ ਸੀਗੀ, ਉਹ ਹਲਕਿਆਂ ਨੂੰ ਬੀਐਸਪੀ ਲੀਡਰਸ਼ਿਪ ਨੇ ਛੱਡ ਦਿੱਤਾ। ਉਸ ਗੱਲ ਦਾ ਬੀਐਸਪੀ ਦੇ ਕੈਡਰ 'ਚ ਵੀ ਬੜਾ ਰੋਸ ਹੈਗਾ ਆ। ਮਤਲਬ ਕੱਲੇ ਰਾਜੂ ਸਾਹਿਬ ਦੀ ਗੱਲ ਨਹੀਂ, ਹੋਰ ਵੀ ਕਈ ਜ਼ਿਆਦਾ ਰੋਸ ਹੈਗਾ ਆ। ਤੇ ਮੈਂ ਸਮਝਦਾ ਆ ਕਿ 2 ਅਲੱਗ-ਅਲੱਗ ਵਿਚਾਰਧਾਰਾ ਦੇ ਰਾਜਨੀਤਿਕ ਦਲ ਇਕੱਠੇ ਹੋਏ ਆ, ਪਰ ਉਹਦਾ ਜਿਹੜਾ ਮੇਲ ਹੋਇਆ ਆ ਉਹ ਕਿੰਨਾ ਕਾਰਗਰ ਸਾਬਤ ਹੁੰਦਾ ਆ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਮੈਂ ਸਮਝਦਾ ਕਿ ਜਦੋਂ 2 ਅਲੱਗ-ਅਲੱਗ ਵਿਚਾਰਧਾਰਾ ਦੀ ਗੱਲ ਹੋਵੇ ਤੇ ਲੋਕ ਜ਼ਿਆਦਾ ਉਧਰਲੇ ਪਾਸੇ ਨੂੰ ਤੁਰਦੇ ਨਹੀਂ, ਕਿਉਂਕਿ ਵਿਚਾਰਧਾਰਕ ਮੇਲ ਨਹੀਂ ਹੁੰਦਾ, ਵਿਚਾਰਧਾਰਕ ਸਾਂਝ ਨਹੀਂ ਹੁੰਦੀ, ਤੇ ਇੱਕ ਦੂਜੇ ਲਈ ਖੜਨਾ ਬੜਾ ਮੁਸ਼ਕਲ ਹੁੰਦਾ ਹੈ। ਤੁਸੀਂ ਦਾਅਵੇਦਾਰੀ ਪੇਸ਼ ਕਰਦੇ ਹੋ ਐਮਐਲਏ ਦੀ ਇਸ ਵਾਰ ਗੜ੍ਹਸ਼ੰਕਰ ਤੋਂ, ਬੇਸ਼ੱਕ ਤੁਸੀਂ ਪਿਛਲੀ ਵਾਰੀ ਵੀ ਪੇਸ਼ ਕੀਤੀ ਸੀ। ਪਿਛਲੀ ਵਾਰੀ ਟਿਕਟ ਲਵ ਕੁਮਾਰ ਗੋਲਡੀ ਨੂੰ ਦਿੱਤੀ ਗਈ ਔਰ ਤੁਸੀਂ ਖੁੱਲ੍ਹ ਕੇ ਸਾਥ ਦਿੱਤਾ, ਤੁਸੀਂ ਨਾਲ ਘੁੰਮੇ ਹੋ, ਤੁਸੀਂ ਚੋਣ ਪ੍ਰਚਾਰ ਵੀ ਕੀਤਾ ਹੈ। ਮਤਲਬ ਤੁਹਾਡੇ ਵੱਲੋਂ ਕੋਈ ਕਮੀ ਨਹੀਂ ਸੀ ਕਿ ਅਸੀਂ ਸਾਡੀ ਕਾਂਗਰਸ ਦੀ ਸੀਟ ਮਿਲੇ। ਜੇਕਰ ਇਸ ਵਾਰ ਤੁਹਾਨੂੰ ਇੱਥੋਂ ਦਾਅਵੇਦਾਰੀ ਦੇ ਟਿਕਟ ਮਿਲਦੀ ਹੈ ਕਾਂਗਰਸ ਦੀ, ਕੀ ਤੁਹਾਨੂੰ ਲੱਗਦਾ ਕਿ ਲਵ ਕੁਮਾਰ ਗੋਲਡੀ ਤੁਹਾਡੇ ਨਾਲ ਚੱਲਣਗੇ? ਦੇਖੋ, ਜੇ ਪਾਰਟੀ ਮੈਨੂੰ ਮੌਕਾ ਦਿੰਦੀ ਆ ਤਾਂ ਮੈਂ ਮਹਿਸੂਸ ਕਰਦਾ ਕਿ ਹਰ ਵਰਕਰ ਜਿਹੜਾ ਕਾਂਗਰਸ ਦਾ ਸੱਚਾ ਵਰਕਰ ਹੈਗਾ ਉਹ ਮੇਰੀ ਮਦਦ ਕਰੂਗਾ, ਭਾਵੇਂ ਲਵ ਕੁਮਾਰ ਗੋਲਡੀ ਹੋਵੇ, ਭਾਵੇਂ ਕੋਈ ਹੋਰ ਹੋਵੇ, ਹਰ ਲੀਡਰ ਮੇਰੇ ਨਾਲ ਜਿਹੜਾ ਚੱਲੂਗਾ ਜੇ ਮੈਨੂੰ ਪਾਰਟੀ ਟਿਕਟ ਦਿੰਦੀ ਹੈ ਤਾਂ। ਪਰ ਜੇ ਪਾਰਟੀ ਕਿਸੇ ਹੋਰ ਨੂੰ ਟਿਕਟ ਦਿੰਦੀ ਹੈ, ਮੈਂ ਵੀ ਉਹਦੇ ਨਾਲ ਬਰਾਬਰ ਖੜੂੰਗਾ। ਜਿੱਦਾਂ ਪਿਛਲੀ ਵਾਰ ਮੈਂ ਲਵ ਕੁਮਾਰ ਗੋਲਡੀ ਦੀ ਖੁੱਲ੍ਹ ਕੇ ਮਦਦ ਕੀਤੀ ਆ, ਪਾਰਟੀ ਦੇ ਜਿਹੜੇ ਵੀ ਪਾਰਟੀ ਜਿਸ ਬੰਦੇ ਨੂੰ ਵੀ ਟਿਕਟ ਦਊਗੀ ਆਪਾਂ ਉਹਦੀ ਮਦਦ ਕਰਾਂਗੇ, ਨਾਲ ਉਹਦੇ ਖੜਾਂਗੇ। ਮੈਂ ਪਾਰਟੀ ਕੈਡਰ ਦਾ ਬੰਦਾ। ਦੇਖੋ, ਮੇਰੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦਾ, 4.5 ਸਾਲ ਬੀਤ ਗਏ। ਮੈਨੂੰ ਜੋ ਵਾਅਦਾ ਕੀਤਾ ਅਮਰਿੰਦਰ ਸਿੰਘ ਉਹ ਤੋਂ ਮੁੱਕਰ ਗਿਆ। ਮੈਂ ਫੇਰ ਵੀ ਪਾਰਟੀ ਦੇ ਵਿੱਚ ਖੜਾ, ਮੈਂ ਪਾਰਟੀ ਤੋਂ ਬਾਹਰ ਜਾਣ ਵਾਲੀ ਗੱਲ ਨਹੀਂ ਕੀਤੀ। ਮਨੀਸ਼ ਤਿਵਾੜੀ ਜੀ ਇਲੈਕਸ਼ਨ ਲੜਿਆ, ਮੈਂ ਸਾਰਾ ਇਲੈਕਸ਼ਨ ਉਹਨਾਂ ਦਾ ਹਲਕੇ 'ਚ ਮੈਂ ਖੁਦ ਲੜਿਆ। ਮੈਂ ਗੱਲ ਆ, ਮੈਂ ਪਾਰਟੀ ਦਾ ਡੈਡੀਕੇਟਡ ਵਰਕਰ ਆ। ਮਤਲਬ ਜੋ ਵੀ ਪਾਰਟੀ ਹੁਕਮ ਲਗਾਏਗੀ ਉਹਦੇ ਨਾਲ ਖੜਾਂਗੇ। ਮਤਲਬ ਪਾਰਟੀ ਨਾਲ ਵਚਨਬੱਧ, ਪਾਰਟੀ ਨਾਲ ਵਚਨਬੱਧ ਆ, ਪਾਰਟੀ ਤੋਂ ਬਾਹਰ ਨਹੀਂ ਆਪਾਂ ਹੈਗੇ। ਤੇ ਮੈਂ ਆਸ ਕਰਦਾ ਕਿ ਹਰ ਵਰਕਰ ਜਿਹੜਾ ਹੈਗਾ ਉਹ ਪਾਰਟੀ ਦੇ ਨਾਲ ਇਦਾਂ ਹੀ ਖੜੇਗਾ, ਤਾਂ ਹੀ ਪਾਰਟੀ ਮਜ਼ਬੂਤੀ ਨਾਲ ਲੜੇਗੀ। ਐਮਐਲਏ ਇੱਕ ਨੇ ਬਣਨਾ, ਸਾਰਿਆਂ ਨੇ ਐਮਐਲਏ ਨਹੀਂ ਬਣਨਾ। ਜਿਹੜਾ ਵੀ ਐਮਐਲਏ ਹੋਊਗਾ ਅਸੀਂ ਸਾਰੇ ਹੀ ਐਮਐਲਏ। ਗੜ੍ਹਸ਼ੰਕਰ ਵਿਧਾਨ ਸਭਾ ਹਲਕੇ 'ਚ ਜੇ ਗੱਲ ਕਰਾਂ ਖਾਸ ਕਰਕੇ ਕਾਂਗਰਸੀ ਆਪਸ ਵਿੱਚ ਇੱਕ ਦੂਜੇ ਲੱਤਾਂ ਬਹੁਤ ਖਿੱਚਦੇ ਨੇ, ਖਿੱਚੋਤਾਣ ਬਹੁਤ ਕਰਦੇ ਨੇ। ਖਿੱਚੋਤਾਣ ਨਹੀਂ ਹੁੰਦੀ, ਇਹ ਇੱਕ ਤਰ੍ਹਾਂ ਦੀ ਮੈਂ ਸਮਝਦਾ ਆ ਕਿ ਕੰਪੀਟੀਸ਼ਨ ਹੁੰਦਾ ਆ। ਦੇਖੋ, ਹਰ ਬੰਦੇ ਦੀ ਦਿਲੀ ਖੁਆਇਸ਼ ਹੁੰਦੀ ਹੈ ਕਿ ਮੈਂ ਅੱਗੇ ਵਧਾਂ, ਉਹਦੇ ਲਈ ਹਰ ਬੰਦਾ ਆਪਣੇ ਆਪਣੇ ਐਫਰਟਸ ਕਰਦਾ ਆ। ਇਹ ਆਪਾਂ ਲੋਕ ਉਹਨੂੰ ਧੜੇਬੰਦੀ ਦਾ ਨਾਂ ਦੇ ਦਿੰਦੇ ਆ, ਲੋਕ ਉਹਨੂੰ ਖਿੱਚੋਤਾਣ ਕਹਿ ਦਿੰਦੇ ਆ, ਪਰ ਮੈਂ ਸਮਝਦਾ ਕਿ ਜਿਹੜੀ ਡੈਮੋਕ੍ਰੇਸੀ ਆ ਉਹਦੇ ਵਿੱਚ ਹਰ ਬੰਦੇ ਨੂੰ ਰਾਈਟ ਆ ਕਿ ਉਹ ਆਪਣਾ ਹੱਕ ਮੰਗੇ, ਤੇ ਉਹਦੇ ਲਈ ਹਰ ਬੰਦਾ ਕੰਮ ਕਰਕੇ ਦਿਖਾਉਂਦਾ ਆ। ਉਹ ਕੰਮ ਕਰਨ ਵੇਲੇ ਕਿਤੇ ਮਾੜਾ ਮੋਟਾ ਇੱਕ ਦੂਜੇ ਨਾਲ ਫਰਕ ਵੀ ਹੋ ਜਾਂਦਾ, ਉਹਦਾ ਲੋਕਾਂ ਦੇ ਵਿੱਚ ਜਿਹੜਾ ਮੈਸੇਜ ਕੁਝ ਗਲਤ ਵੀ ਕਈ ਵਾਰ ਚੱਲ ਜਾਂਦਾ ਆ। ਪਰ ਉਹ ਮੈਂ ਸਮਝਦਾ ਆ ਕਿ ਸਾਡੀ ਇੱਕ ਦੂਜੇ ਨਾਲ ਉਹ ਜਿਹੜੀ ਹੈਗੀ ਆ ਕੰਪੀਟੀਸ਼ਨ ਦੀ ਦੌੜ ਹੁੰਦੀ ਆ, ਉਹ ਕੋਈ ਇੱਕ ਦੂਜੇ ਨਾਲ ਵਿਚਾਰਕ ਲੜਾਈ ਨਹੀਂ ਹੈਗੀ ਆ, ਕਿਉਂਕਿ ਸਾਰੇ ਕਾਂਗਰਸੀ ਹੈਗੇ ਆ। ਜਦੋਂ ਮਨੀਸ਼ ਤਿਵਾੜੀ ਜੀ ਇਲੈਕਸ਼ਨ ਲੜੇ ਆ, ਆਪਾਂ ਸਾਰਿਆਂ ਨੇ ਮਦਦ ਕੀਤੀ ਆ, ਭਾਵੇਂ ਕੋਈ ਵੀ ਸੀਗਾ, ਹਰ ਬੰਦੇ ਨੇ ਐਮਪੀ ਸਾਹਿਬ ਦੀ ਮਦਦ ਕੀਤੀ, ਐਮਪੀ ਸਾਹਿਬ ਜਿੱਤੇ ਇੱਥੋਂ। ਮਤਲਬ ਬੀਜੇਪੀ ਦੀ ਐਡੀ ਵੱਡੀ ਲਹਿਰ ਹੋਣ ਦੇ ਬਾਵਜੂਦ ਵੀ ਆਪਾਂ ਗੜ੍ਹਸ਼ੰਕਰੋਂ 4000 ਦੇ ਲਾਗੇ ਵੋਟ ਦੇ ਨਾਲ ਜਿੱਤੇ ਹੈਗੇ ਆ। ਤੇ ਹੁਣ ਵੀ ਮੈਂ ਸਮਝਦਾ ਆ ਕਿ ਕਾਂਗਰਸ ਐਤਕੀ ਉਹਦੇ ਨਾਲੋਂ ਵੱਡੇ
ਫਰਕ ਨਾਲ ਜਿੱਤੇਗੀ, ਕਿਉਂਕਿ ਆਪਾਂ ਪਿਛਲੇ 50 ਸਾਲਾਂ 'ਚ ਕਾਂਗਰਸ ਨੇ ਬੜਾ ਕੰਮ ਕਰਵਾਇਆ। ਤੇ ਭਾਵੇਂ ਦੇਖੋ ਖੁਰਾਲਗੜ੍ਹ ਸਾਹਿਬ ਦੀ ਗੱਲ ਹੈਗੀ ਆ, 107 ਕਰੋੜ ਦਾ ਬਜਟ ਸੀਗਾ, ਜਿਹੜਾ ਵਧਾ ਕੇ 130 ਕਰੋੜ ਅਸੀਂ ਕਰ ਦਿੱਤਾ ਆ। ਤੇ ਉਹਦਾ ਮੈਂ ਟਰਸਟੀ ਹੈਗਾ ਆ, ਮੈਂਬਰ ਹੈਗਾ ਮੈਂ। ਤੇ ਉਹਦੇ ਵਿੱਚ ਅਕਾਲੀ ਗੌਰਮੈਂਟ ਨੇ ਉਹਦਾ ਨੀਂਹ ਪੱਥਰ ਰੱਖਿਆ ਸੀਗਾ। ਕੰਮ ਉੱਥੇ ਇੱਕ ਨਵੇਂ ਪੈਸੇ ਦਾ ਨਹੀਂ ਕੀਤਾ, ਨਵਾਂ ਪੈਸਾ ਰਿਲੀਜ਼ ਨਹੀਂ ਕੀਤਾ। ਸਾਰੇ ਜਿੰਨੇ ਹੁਣ ਤੱਕ ਉੱਥੇ ਤਕਰੀਬਨ 60-65 ਕਰੋੜ ਰੁਪਏ ਖਰਚ ਹੋ ਚੁੱਕਾ, ਸਾਰੇ ਦਾ ਸਾਰਾ ਕਾਂਗਰਸ ਸਰਕਾਰ ਨੇ ਖਰਚ ਕੀਤਾ ਆ। ਤੇ ਮੈਂ ਸਮਝਦਾ ਕਿ ਚੋਣਾਂ ਤੋਂ ਪਹਿਲਾਂ ਤੱਕ ਅਸੀਂ ਸਾਰਾ ਜਿਹੜਾ ਕੰਮ ਹੈ ਉਹਨੂੰ ਮੁਕੰਮਲ ਕਰਾ ਕੇ ਜਿਹੜਾ ਮੀਨਾਰੇ ਬੇਗਮਪੁਰਾ ਲੋਕਾਂ ਦੇ ਜਿਹੜਾ ਸਪੁਰਦ ਕਰਾਂਗੇ, ਜਿਹੜੀ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਹੈਗੀ ਉਹਦੇ ਸਪੁਰਦ ਕਰਾਂਗੇ ਤੇ ਲੋਕਾਂ ਲਈ ਇੱਕ ਵਧੀਆ ਮੈਸੇਜ ਦੇਵਾਂਗੇ। ਮੈਂ ਸਮਝਦਾ ਹਾਂ ਕਿ ਦੇਖੋ ਦਲਿਤ ਭਾਈਚਾਰੇ ਦੇ ਲਈ ਭਾਵੇਂ ਬਾਦਲ ਸਾਹਿਬ ਨੇ ਇਹਦਾ ਨੀਂਹ ਪੱਥਰ ਰੱਖਿਆ ਸੀਗਾ, ਪਰ ਕਾਂਗਰਸ ਸਰਕਾਰ ਨੇ ਉਹਦੇ ਲਈ ਜਿੰਨਾ ਵੀ ਪੈਸਾ ਲੋੜੀਂਦਾ ਹੋਇਆ ਸਾਰਾ ਮੁਹੱਈਆ ਕਰਵਾਇਆ, ਉੱਥੇ ਕੰਮ ਕਰਵਾਇਆ। ਤੇ ਜਦੋਂ ਕਿ ਅਕਾਲੀਆਂ ਨੇ ਨੀਂਹ ਪੱਥਰ ਰੱਖਣ ਤੋਂ ਇਲਾਵਾ, ਫੋਟੋਆਂ ਖਿਚਾਉਣ ਤੋਂ ਇਲਾਵਾ ਉੱਥੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕਰਵਾਇਆ ਸੀਗਾ। ਹੁਣ ਅਸੀਂ ਬਾਊ ਮੰਗੂ ਰਾਮ ਜੀ ਜਿਹੜੇ ਕਿ ਆਹ ਧਰਮ ਮੰਡਲ ਦੇ ਸੰਸਥਾਪਕ ਹੈਗੇ ਆ, ਉਹਨਾਂ ਦੇ ਉੱਥੇ ਪਿੰਡ ਦੇ ਵਿੱਚ ਉਹਨਾਂ ਦੀ ਯਾਦਗਾਰ ਦੇ ਵਿੱਚ ਜਿਹੜੀ ਲਾਇਬ੍ਰੇਰੀ ਬਣਾਉਣ ਦੇ ਲਈ ਸਰਦਾਰ ਸ਼ਮਸ਼ੇਰ ਸਿੰਘ ਦੂਲੋ ਸਾਡੇ ਮੈਂਬਰ ਪਾਰਲੀਮੈਂਟ ਹੈ, ਉਹਨਾਂ ਨੇ 10 ਲੱਖ ਦੀ ਗ੍ਰਾਂਟ ਉੱਥੇ ਭੇਜੀ ਆ। ਅਸੀਂ ਉਹਦਾ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ। ਹਜੇ ਤੁਹਾਨੂੰ ਲੱਗ ਰਿਹਾ ਕਿ ਸਿਰਫ 10 ਲੱਖ ਭੇਜਿਆ ਆ। ਜਦੋਂ ਅੰਬਿਕਾ ਸੋਨੀ ਜੀ ਨੇ ਉੱਥੇ ਸਭ ਤੋਂ ਪਹਿਲਾਂ ਖੁਰਾਲਗੜ੍ਹ ਸਾਹਿਬ ਪ੍ਰੋਜੈਕਟ ਸ਼ੁਰੂ ਕਰਾਇਆ ਸੀ, 1 ਕਰੋੜ 56 ਲੱਖ ਰੁਪਏ ਭੇਜਿਆ ਸੀਗਾ। 1 ਕਰੋੜ 56 ਲੱਖ ਤੋਂ ਬਾਅਦ ਉੱਥੇ ਹੁਣ 130 ਕਰੋੜ ਆ ਗਿਆ। ਇਹ 10 ਲੱਖ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਇਹ ਸਾਡੇ 10 ਲੱਖ ਨੇ ਘੱਟੋ ਘੱਟ ਇੱਥੇ 10-20 ਕਰੋੜ ਰੁਪਏ ਖਰਚ ਕਰਵਾਉਣਾ ਆ। ਬਾਊ ਮੰਗੂ ਰਾਮ ਜੀ ਜਿਹੜੇ ਕਿ ਆਦ ਧਰਮ ਮੰਡਲ ਦੇ ਸੰਸਥਾਪਕ ਸੀਗੇ। ਮੈਂ ਸਮਝਦਾ ਹਾਂ ਕਿ ਆਦ ਧਰਮ ਜਿਹੜੇ ਦੁਆਬੇ ਦੇ ਵਿੱਚ SC ਕਮਿਊਨਿਟੀ ਆਪਣੇ ਨੂੰ ਆਦ ਧਰਮੀ ਕਹਿੰਦੇ ਆ, ਉਹਨਾਂ ਦੇ ਉਹ ਸੰਸਥਾਪਕ ਸੀਗੇ ਤੇ ਉਹਨਾਂ ਦੇ ਬਾਣੀ ਸੀਗੇ। ਉਹਨਾਂ ਦੀ ਜਿਹੜੀ ਯਾਦਗਾਰ ਹੈ ਉੱਥੇ ਵੱਡੇ ਪੱਧਰ ਤੇ ਬਣਨੀ ਚਾਹੀਦੀ, ਪਰ ਕਿਸੇ ਨੇ ਹਜੇ ਤੱਕ ਸੋਚਿਆ ਨਹੀਂ। ਸਰਦਾਰ ਸ਼ਮਸ਼ੇਰ ਸਿੰਘ ਦੂਲੋ ਨੇ ਪਹਿਲੀ ਵਾਰ ਉਹਦੇ ਲਈ 10 ਲੱਖ ਦੀ ਗ੍ਰਾਂਟ ਭੇਜੀ ਆ। ਤੇ ਮੈਂ ਸਮਝਦਾ ਹਾਂ ਕਿ ਬਾਕੀ ਲੀਡਰਾਂ ਨੂੰ ਦੇਰ ਨਾਲ ਸਹੀ ਘੱਟੋ ਘੱਟ ਦੂਲੋ ਸਾਹਿਬ ਨੂੰ ਦੇਖ ਕੇ ਕੁਝ ਸੋਚ ਆਵੇ, ਸ਼ਾਇਦ ਉੱਥੇ ਹੋਰ ਅੱਗੇ ਨਾਲੋਂ ਵਿਕਾਸ ਹੋਵੇ। ਤੇ ਹੋਰ ਵੀ ਜਿਹੜੇ ਇਲਾਕੇ ਦੇ ਵਿੱਚ ਆਪਾਂ ਸਮਝਦੇ ਹਾਂ ਕਿ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਦੀ ਮਾਤਾ ਦਾ ਜਿਹੜਾ ਸਮਾਰਕ ਹੈਗਾ ਆ ਵਿਦਿਆਵਤੀ ਮੈਮੋਰੀਅਲ, ਉਹ ਵੀ ਕਾਂਗਰਸ ਨੇ ਬਣਾ ਕੇ ਦਿੱਤਾ। ਤੇ ਕਾਂਗਰਸ ਨੇ ਬੜੇ ਕੰਮ ਕਰਵਾਏ ਆ। ਤੇ ਪਿੰਡ ਪੱਧਰ ਤੇ ਸ਼ਹਿਰਾਂ ਦੇ ਵਿੱਚ ਜਿੰਨਾ ਵਿਕਾਸ ਕਾਂਗਰਸ ਸਰਕਾਰ ਵੇਲੇ ਹੋਇਆ ਇੰਨਾ ਕਦੀ ਵੀ ਨਹੀਂ ਹੋਇਆ। ਤੇ ਜਿਹੜੇ 6 ਮਹੀਨੇ ਰਹਿੰਦੇ ਆ ਉਹਦੇ ਵਿੱਚ ਤਕਰੀਬਨ ਮੈਂ ਸਮਝਦਾ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਲਈ 17-18 ਕਰੋੜ ਰੁਪਏ ਹੋਰ ਆ ਰਹੇ ਆ, ਜਿਹਦੇ ਨਾਲ ਅਸੀਂ ਇਲਾਕੇ ਦੇ ਵਿੱਚ ਰਹਿੰਦੇ ਵਿਕਾਸ ਦੇ ਕੰਮ ਹੈ ਉਹਨਾਂ ਨੂੰ ਮੁਕੰਮਲ ਕਰਾਵਾਂਗੇ। ਤੇ ਜਲਦੀ ਉਹਦਾ ਹੈਗਾ ਸਾਰਾ ਕੰਮ ਪੂਰਾ ਕਰਕੇ ਲੋਕਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਮੁਕੰਮਲ ਕਰਾਵਾਂਗੇ। ਜਿਹੜੇ ਟਿਊਬਵੈੱਲ ਹੈਗੇ ਆ ਉਹ ਵੀ ਆ ਗਏ ਹੈਗੇ ਆ ਹਲਕੇ ਦੇ ਵਿੱਚ। ਮਤਲਬ ਬੜੇ ਜੰਗੀ ਪੱਧਰ ਤੇ ਕੰਮ ਸ਼ੁਰੂ ਹੋਣ ਜਾ ਰਿਹਾ ਆ। ਤੁਸੀਂ ਦੇਖੋਗੇ ਕਿ ਐਡੀ ਵੱਡੀ ਲਹਿਰ ਕਾਂਗਰਸ ਦੀ ਬਣੂਗੀ ਕਿ ਤੁਸੀਂ ਆਪ ਦੇਖੋਗੇ ਕਿ ਦੁਬਾਰਾ ਲੋਕ ਸਾਨੂੰ ਅੱਗੇ ਨਾਲੋਂ ਵੱਧ ਵੋਟਾਂ ਨਾਲ ਤੇ ਵੱਧ ਸੀਟਾਂ ਦੇ ਕੇ ਸਾਡੀ ਸਰਕਾਰ ਬਣਾਉਣਗੇ। ਕਿਰਪਾਲ ਜੀ, ਤੁਹਾਨੂੰ ਇੱਥੋਂ ਟਿਕਟ ਮਿਲਦੀ ਹੈ ਔਰ ਤੁਸੀਂ MLA ਬਣਦੇ ਹੋ, ਸਭ ਤੋਂ ਪਹਿਲਾਂ ਗੜ੍ਹਸ਼ੰਕਰ ਹਲਕੇ ਦਾ ਕਿਹੜਾ ਵਿਕਾਸ ਕਾਰਜ ਕਰਵਾਉਂਗੇ? ਸਭ ਤੋਂ ਪਹਿਲਾਂ ਜਿਹੜਾ ਕੰਮ ਹੋਣ ਵਾਲਾ ਆ, ਮੈਂ ਸਮਝਦਾ ਕਿ ਬਾਈਪਾਸ ਜਿਹੜਾ ਸਭ ਤੋਂ ਵੱਡੀ ਜ਼ਰੂਰਤ ਆ। ਸਾਡੇ ਇੱਥੇ ਕੋਈ ਸਰਕਾਰੀ ਕਾਲਜ ਨਹੀਂ ਹੈਗਾ। ਕਿਸੇ ਵੀ MLA ਨੇ, ਭਾਵੇਂ ਦੇਖੋ ਅਕਾਲੀ ਦਲ ਦਾ ਵੀ ਇੱਥੋਂ MLA ਰਿਹਾ, ਆਪ ਦਾ ਵੀ MLA ਰਿਹਾ, ਸਾਡੇ ਕਾਂਗਰਸ ਦੇ ਵੀ MLA ਰਹੇ, BSP ਦਾ ਵੀ MLA ਰਿਹਾ, ਕਮਿਊਨਿਸਟਾਂ ਦਾ ਵੀ MLA ਰਿਹਾ, ਕਿਸੇ ਨੇ ਵੀ ਕਦੀ ਸੋਚਿਆ ਹੀ ਨਹੀਂ ਕਿ ਇੱਥੇ ਕੋਈ ਸਰਕਾਰੀ ਕਾਲਜ ਖੋਲ੍ਹਿਆ ਜਾਵੇ। ਜਿਹੜਾ ਕਿ ਦੇਖੋ ਸਿੱਖਿਆ ਦੇ ਲਈ ਸਭ ਤੋਂ ਜ਼ਰੂਰੀ ਆ। ਸਾਡੇ ਬੱਚਿਆਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਦਾਖਲਾ ਲੈਣਾ ਪੈਂਦਾ, ਪ੍ਰਾਈਵੇਟ ਕਾਲਜਾਂ ਜਾਣਾ ਪੈਂਦਾ। ਨਾ ਕੋਈ ਮਤਲਬ ਕੋਈ ਵੱਡਾ ਕੋਈ ਅਦਾਰਾ ਹੈਗਾ ਇੱਥੇ, ਜੇ ਆਪਾਂ ਐਜੂਕੇਸ਼ਨਲ ਕਹੀਏ ਕੋਈ ਅਦਾਰਾ ਨਹੀਂ ਹੈਗਾ। ਕੋਈ ਵੱਡੀ ਇੰਸਟੀਚਿਊਟ ਆਉਣੀ ਚਾਹੀਦੀ ਆ ਜਿਹਦੇ ਨਾਲ ਜਿਹੜੇ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਉਹ ਆਪਣੇ ਹਲਕੇ ਦੇ ਵਿੱਚ ਬਹਿ ਕੇ ਪੜ੍ਹਨ। ਹੁਸ਼ਿਆਰਪੁਰ ਦੇ ਵਿੱਚ ਤੁਸੀਂ ਦੇਖ ਲਓ ਲਾਅ ਕਾਲਜ ਹੈਗਾ, ਉੱਥੇ ਮੈਡੀਕਲ ਕਾਲਜ ਆਉਣ ਲੱਗਾ ਆ, ਉੱਥੇ ਬਕਾਇਦਾ ਤਰੱਕੀ ਹੋ ਰਹੀ ਹੈ। ਸਾਡੇ ਹਲਕੇ 'ਚ ਹੈ ਹੀ ਕੱਖ ਨਹੀਂ ਗਾ। ਮੈਂ ਸਮਝਦਾ ਹਾਂ ਕਿ ਇਹ ਅੱਜ ਤੱਕ ਦੀ ਜਿਹੜੀ ਲੀਡਰਸ਼ਿਪ ਆ ਉਹਦੀ ਘਾਟ ਆ। ਭਾਵੇਂ ਉਹ ਅਕਾਲੀ ਦਲ ਵਾਲਾ ਸੀਗਾ, ਭਾਵੇਂ ਉਹ ਕਾਂਗਰਸ ਵਾਲਾ ਸੀਗਾ, ਭਾਵੇਂ ਉਹ ਆਪ ਵਾਲਾ ਆ ਤੇ ਭਾਵੇਂ BSP ਵਾਲਾ ਸੀਗਾ। ਮੈਂ ਇਹ ਨਹੀਂ ਕਹਿੰਦਾ ਵੀ ਇੱਕ ਪਾਰਟੀ ਦਾ ਦੋਸ਼, ਸਾਰੀ ਪਾਰਟੀਆਂ ਦਾ ਦੋਸ਼ ਆ। ਕਿਸੇ ਨੇ ਵੀ ਸਿੱਖਿਆ ਦੇ ਖੇਤਰ ਵੱਲ ਧਿਆਨ ਨਹੀਂ ਦਿੱਤਾ, ਜਿਹੜਾ ਕਿ ਬਹੁਤ ਜ਼ਰੂਰੀ ਸੀਗਾ। ਤੇ ਮੈਨੂੰ ਜੇ ਕਿਤੇ ਪ੍ਰਮਾਤਮਾ ਨੇ ਮੌਕਾ ਦਿੱਤਾ ਤੇ ਇਹਨਾਂ ਦੋਨੋਂ ਕੰਮਾਂ ਦੇ ਲਈ ਸਭ ਤੋਂ ਪਹਿਲਾਂ ਮੈਂ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕਰਾਉਂਗਾ ਤੇ ਇਹਨੂੰ ਆਪਾਂ ਕੰਮ ਨੂੰ ਨੇਪਰੇ ਚਾੜਾਂਗੇ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਿੱਖਿਆ ਸਭ ਤੋਂ ਵੱਡੀ ਜ਼ਰੂਰਤ ਆ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕਿਹਾ ਕਿ ਸਿੱਖਿਆ ਇੱਕ ਐਡਾ ਵੱਡਾ ਹਥਿਆਰ ਆ ਜਿਹਨੂੰ ਤੁਸੀਂ ਤਾ ਉਮਰ ਤੁਹਾਡੇ ਕੰਮ ਆਉਣਾ ਹੈਗਾ ਆ। ਤੇ ਮੈਂ ਸਮਝਦਾ ਕਿ ਕਾਲਜ ਤਾਂ ਜਿਸ ਵੇਲੇ ਆਜ਼ਾਦ ਹੋਇਆ ਮੁਲਕ ਉਸ ਤੋਂ ਥੋੜੀ ਦੇਰ ਬਾਅਦ ਇਹ ਗੜ੍ਹਸ਼ੰਕਰ 'ਚ ਆ ਜਾਣਾ ਚਾਹੀਦਾ ਸੀ, ਪਰ ਆਜ਼ਾਦੀ ਤੋਂ ਵੀ ਇੰਨੇ ਸਾਲਾਂ ਬਾਅਦ ਹਜੇ ਤੱਕ ਕਿਸੇ ਨੇ ਕਾਲਜ ਦੇ ਬਾਰੇ ਸੋਚਿਆ ਤੱਕ ਨਹੀਂ ਹੈਗਾ।
ਬੜੀ ਮੰਦਭਾਗੀ ਗੱਲ ਆ। ਇੱਥੇ ਕੋਈ ਨਾ ਕੋਈ ਸਰਕਾਰੀ ਕਾਲਜ ਜ਼ਰੂਰ ਖੁੱਲ੍ਹਣਾ ਚਾਹੀਦਾ। ਇਹ ਸਨ ਪੰਕਜ ਕਿਰਪਾਲ, ਜੋ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੀਗਲ ਸੈੱਲ ਦੇ ਕੋ ਚੇਅਰਮੈਨ ਵੀ ਨੇ, ਔਰ ਆਪਣੀ ਦਾਅਵੇਦਾਰੀ ਪੇਸ਼ ਕੀਤੀ ਇਹਨਾਂ ਨੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ, ਔਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਇਹ ਜੇਤੂ ਵੀ ਦੇਖ ਰਹੇ ਨੇ। ਪਰ ਗੜ੍ਹਸ਼ੰਕਰ ਦੇ ਵਿਕਾਸ ਕਾਰਜਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਵਿੱਚ ਇਹ ਕਿਤੇ ਨਾ ਕਿਤੇ ਪੱਲਾ ਝਾੜਦੇ ਨਜ਼ਰ ਆ ਰਹੇ ਨੇ। ਆਉਣ ਵਾਲਾ ਸਮਾਂ ਦੱਸੇਗਾ ਕਿ 2022 ਦੀਆਂ ਚੋਣਾਂ 'ਚ ਗੜ੍ਹਸ਼ੰਕਰ ਵਿਧਾਨ ਸਭਾ ਤੋਂ ਕੌਣ ਜੇਤੂ ਹੋਵੇਗਾ। ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕੁਝ ਹੀ ਦਿਨਾਂ 'ਚ ਪੰਕਜ ਕਿਰਪਾਲ ਜੀ ਦਾ ਕਹਿਣਾ ਕਿ ਕੁਝ ਹੀ ਦਿਨਾਂ ਦੇ ਵਿੱਚ ਪਾਰਟੀ 'ਚ ਵੱਡੀ ਪੱਧਰ ਤੇ ਫੇਰਬਦਲ ਹੋਣ ਜਾ ਰਿਹਾ ਹੈ। ਗਰਾਊਂਡ ਲੈਵਲ ਤੇ ਵੀ ਫੇਰਬਦਲ ਹੋਵੇਗਾ ਔਰ ਸਟੇਟ ਪੱਧਰ ਤੇ ਵੀ ਹੋਵੇਗਾ। ਉਸ ਤੋਂ ਬਾਅਦ ਦੇਖਣ 'ਚ ਮਿਲੇਗਾ ਕਿ ਕੌਣ ਪ੍ਰਧਾਨ ਕਾਂਗਰਸ ਪਾਰਟੀ ਦਾ ਲੱਗਦਾ ਹੈ, ਔਰ ਉਸ ਤੋਂ ਬਾਅਦ ਸਮੀਕਰਨ ਕੀ ਬਣਦੇ ਨੇ ਇਹ ਆਉਣ ਵਾਲੇ ਦਿਨ ਹੀ ਦੱਸਣਗੇ। R19 ਨਿਊਜ਼ ਲਈ ਗੜ੍ਹਸ਼ੰਕਰ ਤੋਂ ਸ਼ਰਨਜੀਤ ਬੈਂਸ। ਪਰ ਮੈਂ ਇੱਕ ਗੱਲ ਕਹਿਣਾ ਕਿ 4.5 ਸਾਲ ਜੋ ਓਪੋਜੀਸ਼ਨ ਦਾ ਰੋਲ ਆ, ਓਪੋਜੀਸ਼ਨ ਨੇ ਪਲੇ ਕੀਤਾ। ਕੋਈ ਆਮ ਆਦਮੀ ਪਾਰਟੀ ਕਦੀ ਸੜਕਾਂ 'ਚ ਆਈ ਆ? ਭਾਵੇਂ ਰਮਨੀਤ ਸਿੰਘ ਬਿੱਟੂ ਹੋਣਾ ਦੇ ਨਾਲ ਉੱਥੇ ਕਿਸਾਨੀ ਮੁੱਦੇ ਦੇ ਉੱਤੇ ਉਹਨਾਂ ਦੀ ਇਮਦਾਦ ਕਰਨ ਜਾਣ ਲੱਗਿਆਂ ਬਸ ਲੁਕੀ ਵੀ ਕੀਤੀ ਗਈ, ਉਹ ਫੇਰ ਵੀ ਗਏ। ਜਿਹੜੇ ਸਾਡੇ ਕਿਸਾਨ ਆਗੂ ਹੈਗੇ ਆ ਉਹ ਵੀ ਰਾਜਨੀਤੀ ਦੀ ਦਲਦਲ ਵਿੱਚ ਫਸਦੇ ਜਾ ਰਹੇ ਆ। ਮੁੱਦੇ ਉਹਨਾਂ ਲਈ ਪਿੱਛੇ ਪੈਂਦੇ ਜਾ ਰਹੇ ਆ, ਰਾਜਨੀਤੀ ਉਹਨਾਂ ਲਈ ਅੱਗੇ ਆ ਰਹੀ ਆ। ਪਰ ਜਿਹੜਾ ਪਿਛਲੀ ਅਕਾਲੀ ਸਰਕਾਰ ਦੇ ਵੇਲੇ ਕੰਮ ਹੋਇਆ ਉਹਦੇ ਵਿੱਚ ਬੜਾ ਵੱਡਾ ਕਰਪਸ਼ਨ ਦਾ ਸਕੈਂਡਲ ਸਾਹਮਣੇ ਆਇਆ, ਜਿਹਦੇ ਵਿੱਚ ਕਈ ਅਫਸਰ ਜੇਲ੍ਹ ਦੇ ਵਿੱਚ ਬੈਠੇ। ਜੇ ਕੋਈ ਕਿਸੇ ਦੇ ਉੱਤੇ ਨੁਕਤਾਚੀਨੀ ਕਰਦਾ, ਕੋਈ ਕੰਮਾਂ ਦੀ ਉੱਤੇ ਗੱਲ ਕਰਦਾ, ਤਾਂ ਇਹਦਾ ਮਤਲਬ ਇਹ ਆ ਵੀ ਉਹ ਪਾਰਟੀ ਦੇ ਵਿੱਚ ਸੁਧਾਰ ਚਾਹੁੰਦਾ ਆ, ਪਾਰਟੀ ਦੇ ਵਿੱਚ ਜਿਹੜੀਆਂ ਊਣਤਾਈਆਂ ਰਹਿ ਗਈਆਂ ਉਹਨਾਂ ਨੂੰ ਮੁਕੰਮਲ ਕਰਾਉਣਾ ਚਾਹੁੰਦਾ ਆ। ਸਿੱਧੂ ਸਾਹਿਬ ਨੇ ਕੋਈ ਪਾਰਟੀ ਤੋਂ ਬਾਹਰ ਜਾਣ ਵਾਲੀ ਗੱਲ ਨਹੀਂ ਕੀਤੀ, ਨਾ ਪਾਰਟੀ ਦੇ ਕੋਈ ਮੁਖਾਲਫਤ ਵਾਲੀ ਗੱਲ ਕੀਤੀ ਆ। ਬੇਅਦਬੀ ਦਾ ਮੁੱਦਾ ਜਿਹੜਾ ਆ ਉਹ ਇਕੱਲੇ ਸਿੱਖ ਧਰਮ ਨਾਲ ਨਹੀਂ ਜੁੜਿਆ ਆ। ਪੰਜਾਬ ਦਾ ਹਰ ਵਾਸੀ, ਭਾਵੇਂ ਉਹ ਹਿੰਦੂ ਆ ਭਾਵੇਂ ਉਹ ਸਿੱਖ ਆ, ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਵੱਧ ਮੰਨਦੇ ਆ। ਤਾਕਤਾਂ ਹੈਗੀਆਂ ਆ ਜਿਹੜੀਆਂ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਆ, ਉਹਨਾਂ ਵੱਲੋਂ ਇਹ ਪਲੈਨਡ ਗੇਮ ਆ ਜਿਹੜਾ ਕਿ ਉਹ ਜਾਣ ਬੁੱਝ ਕੇ ਕਾਂਗਰਸ ਦੇ ਆਗੂਆਂ ਦਾ ਪਿੰਡਾਂ ਵਿੱਚ ਵਿਰੋਧ ਕਰਾ ਰਹੇ ਆ। 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਹਰ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਕਾਫੀ ਗਤੀਵਿਧੀਆਂ ਕਰ ਰਹੇ ਨੇ। ਆਪਣਾ ਆਪਣਾ ਹਲਕਾ ਸਾਰੇ ਸਾਂਭੀ ਬੈਠੇ ਨੇ, ਔਰ ਆਪਣੇ ਆਪਣੇ ਹਲਕੇ ਦੇ ਵਿੱਚ ਜਿੰਨੇ ਵੀ ਪਾਰਟੀਆਂ ਦੇ ਲੀਡਰ ਨੇ ਉਹ ਟਿਕਟ ਦੇ ਦਾਅਵੇਦਾਰ ਆਪਣੇ ਆਪ ਨੂੰ ਕਹਿ ਰਹੇ ਨੇ। ਅੱਜ ਗੜ੍ਹਸ਼ੰਕਰ ਦੇ ਵਿੱਚ ਅਸੀਂ ਮੌਜੂਦ ਹਾਂ। ਮੇਰੇ ਨਾਲ ਨੇ ਐਡਵੋਕੇਟ ਪੰਕਜ ਕਿਰਪਾਲ ਜੀ, ਜੋ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੀਗਲ ਸੈੱਲ ਦੇ ਕੋ ਚੇਅਰਮੈਨ ਵੀ ਨੇ ਔਰ ਬਾਰ ਐਸੋਸੀਏਸ਼ਨ ਦੇ ਤਕਰੀਬਨ 7 ਵਾਰ ਪ੍ਰਧਾਨ ਰਹਿ ਚੁੱਕੇ ਨੇ। ਇਹਨਾਂ ਦਾ ਸਫ਼ਰ ਕਾਫੀ ਲੰਮਾ ਹੈ, ਜਿੱਥੇ ਤੱਕ ਮੈਂ ਜਾਣਦਾ 30 ਸਾਲ ਤੋਂ ਤਕਰੀਬਨ ਸਿਆਸਤ ਵਿੱਚ ਨੇ ਔਰ ਕਾਂਗਰਸ ਦੇ ਇੱਕ ਸੱਚੇ ਸਿਪਾਹੀ ਵੀ ਨੇ। ਪੰਕਜ ਜੀ, R19 ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਧੰਨਵਾਦ ਜੀ। ਤੁਸੀਂ ਲੰਮਾ ਸਫ਼ਰ ਹੋ ਗਿਆ ਤੁਹਾਡਾ ਕਾਂਗਰਸ ਪਾਰਟੀ ਦੇ ਵਿੱਚ। ਕਾਂਗਰਸ ਦੇ ਤੁਸੀਂ ਤਗੜੇ ਸਿਪਾਹੀ ਹੋ। ਅੰਬਿਕਾ ਸੋਨੀ ਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਵੀ ਰਹੇ ਹੋ, ਮਨੀਸ਼ ਤਿਵਾੜੀ ਜੀ ਨਾਲ ਚੱਲਦੇ ਰਹੇ ਹੋ ਤੁਸੀਂ। ਮਤਲਬ ਇੱਕ ਲੰਮਾ ਤੁਹਾਡਾ ਇਤਿਹਾਸ ਹੈ ਕਾਂਗਰਸ ਪਾਰਟੀ ਦੇ ਨਾਲ। ਇਸ ਵਾਰ 2022 ਦੀਆਂ ਚੋਣਾਂ ਕਿਵੇਂ ਦੇਖਦੇ ਹੋ? ਬੈਂਸ ਸਾਹਿਬ, ਮੈਂ ਤਕਰੀਬਨ 1999 ਦਾ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਆ ਤੇ ਐਕਟਿਵਲੀ ਜਿਹੜਾ ਹੈਗਾ ਆ ਯੂਥ ਕਾਂਗਰਸ ਵੀ ਕੰਮ ਕੀਤਾ, ਕਾਂਗਰਸ ਵੀ ਕੰਮ ਕੀਤਾ ਤੇ ਬੜੇ ਲੰਬੇ ਅਰਸੇ ਤੋਂ ਪਾਰਟੀ ਨਾਲ ਜੁੜੇ ਹੋਏ ਆ। ਤੇ ਮੈਂ ਜੋ ਸਮਝ ਰੱਖਦਾ ਆ ਉਹਦੇ ਮੁਤਾਬਕ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੂਬੇ 'ਚ ਦੁਬਾਰਾ ਬਣਨ ਜਾ ਰਹੀ ਆ। ਲੋਕ ਕਾਂਗਰਸ ਦੇ ਕੀਤੇ ਹੋਏ ਕੰਮਾਂ ਨੂੰ ਜਿਹੜਾ ਹੈਗਾ ਆ ਉਹ ਤੇ ਦੁਬਾਰਾ ਮੋਹਰ ਲਗਾਉਣਗੇ ਤੇ ਦੁਬਾਰਾ ਮੁੜ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਪਰ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਜਿਹੜੇ ਬੈਕਫੁੱਟ ਤੇ ਵੀ ਨਜ਼ਰ ਆ ਰਹੀ ਹੈ। ਆਪਸ ਵਿੱਚ ਕਾਰਟੋਕੂਲੇਸ਼ਨ ਹੀ ਇਹਨਾਂ ਦਾ ਮੁੱਕ ਰਿਹਾ। ਸਿੱਧੂ ਕੁਝ ਬੋਲ ਰਿਹਾ, ਕੈਪਟਨ ਸਾਹਿਬ ਕੁਝ ਕਹਿ ਰਹੇ ਨੇ, ਹਰ ਦੂਸਰੇ ਦਿਨ ਕੋਈ ਨਵਾਂ ਟਵੀਟ ਦੇਖਣ ਨੂੰ ਮਿਲਦਾ ਜੀ। ਗੱਲ ਇਹ ਆ, ਪਾਰਟੀ ਦੇ ਵਿੱਚ ਇਹਨੂੰ ਮੈਂ ਕਲੇਸ਼ ਨਹੀਂ ਕਹਿ ਸਕਦਾ। ਇਹ ਗੱਲ ਆ, ਜੇ ਕੋਈ ਕਿਸੇ ਦੇ ਉੱਤੇ ਨੁਕਤਾਚੀਨੀ ਕਰਦਾ, ਕੋਈ ਕੰਮਾਂ ਦੀ ਉੱਤੇ ਗੱਲ ਕਰਦਾ, ਤਾਂ ਇਹਦਾ ਮਤਲਬ ਇਹ ਆ ਵੀ ਉਹ ਪਾਰਟੀ ਦੇ ਵਿੱਚ ਸੁਧਾਰ ਚਾਹੁੰਦਾ ਆ, ਪਾਰਟੀ ਦੇ ਵਿੱਚ ਜਿਹੜੀਆਂ ਊਣਤਾਈਆਂ ਰਹਿ ਗਈਆਂ ਉਹਨਾਂ ਨੂੰ ਮੁਕੰਮਲ ਕਰਾਉਣਾ ਚਾਹੁੰਦਾ ਆ। ਦੇਖੋ, ਜਿਹੜੇ ਮੁੱਦੇ ਓਪੋਜੀਸ਼ਨ ਨੂੰ ਚੱਕਣੇ ਚਾਹੀਦੇ ਸੀਗੇ ਉਹ ਓਪੋਜੀਸ਼ਨ ਨੇ 4.5 ਸਾਲ 'ਚ ਓਪੋਜੀਸ਼ਨ ਵਾਲਾ ਰੋਲ ਹੀ ਨਹੀਂ ਪਲੇ ਕੀਤਾ। ਕੁਝ ਜਿਹੜੀਆਂ ਕਮੀਆਂ ਰਹਿ ਗਈਆਂ ਸੀਗੀਆਂ ਉਹ ਵੀ ਸਾਡੇ ਪਾਰਟੀ ਦੇ ਹੀ ਆਗੂ ਉਹਨਾਂ ਨੂੰ ਚੱਕ ਰਹੇ ਆ। ਪਰ ਉਹ ਫਿਰ ਅੰਦਰ ਖਾਤੇ ਵੀ ਗੱਲ ਕਰ ਸਕਦੇ ਕੈਪਟਨ ਸਾਹਿਬ ਨਾਲ। ਤੁਸੀਂ ਸਿੱਧੇ ਤੌਰ ਤੇ ਸਿੱਧੂ ਸਾਹਿਬ ਦਾ ਪੱਖ ਪੂਰ ਰਹੇ ਹੋ ਕਿ ਉਹ ਪਾਰਟੀ ਵਿੱਚ ਰਹਿ ਕੇ ਜਿਹੜੇ ਪਾਰਟੀ ਦੇ ਵਿਰੋਧੀ ਜਿਹੜੇ ਹੈਗੇ ਵਿਰੋਧੀਆਂ ਦੇ ਮੁੱਦੇ ਚੱਕ ਰਹੇ ਨੇ। ਦੇਖੋ, ਸਿੱਧੂ ਸਾਹਿਬ ਨੇ ਕੋਈ ਪਾਰਟੀ ਤੋਂ ਬਾਹਰ ਜਾਣ ਵਾਲੀ ਗੱਲ ਨਹੀਂ ਕੀਤੀ, ਨਾ ਪਾਰਟੀ ਦੇ ਕੋਈ ਮੁਖਾਲਫਤ ਵਾਲੀ ਗੱਲ ਕੀਤੀ ਆ। ਉਹਨਾਂ ਨੇ ਤਾਂ ਸਿੰਪਲੀ ਜਿਹੜੀ ਕੋਈ ਕਿਸਾਨਾਂ ਦਾ ਮੁੱਦਾ ਹੈਗਾ ਆ, ਭਾਵੇਂ ਬੇਅਦਬੀ ਦਾ ਮੁੱਦਾ ਹੈਗਾ ਆ, ਬੇਅਦਬੀ ਦਾ ਮੁੱਦਾ ਜਿਹੜਾ ਆ ਉਹ ਇਕੱਲੇ ਸਿੱਖ ਧਰਮ ਨਾਲ ਨਹੀਂ ਜੁੜਿਆ ਆ। ਪੰਜਾਬ ਦਾ ਹਰ ਵਾਸੀ, ਭਾਵੇਂ ਉਹ ਹਿੰਦੂ ਆ ਭਾਵੇਂ ਉਹ ਸਿੱਖ ਆ, ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਵੱਧ ਮੰਨਦੇ ਆ।
ਤੇ ਇਹ ਜਿਹੜਾ ਬੇਅਦਬੀ ਦਾ ਮੁੱਦਾ ਆ ਲੋਕਾਂ ਦੀ ਭਾਵਨਾਵਾਂ ਦੇ ਨਾਲ ਜੁੜਿਆ ਮੁੱਦਾ ਆ। ਪਰ ਕੈਪਟਨ ਸਾਹਿਬ ਨੇ ਕੀਤਾ ਵੀ ਕੁਝ ਨਹੀਂ, 4.5 ਸਾਲ ਚੁੱਪ ਬੈਠੇ ਰਹੇ ਆ। ਹੁਣ ਚੋਣਾਂ ਦੇ ਨੇੜੇ ਆ ਕੇ ਉਹਨਾਂ ਨੇ ਸਿੱਟ ਦਾ ਦੁਆਰਾ ਕਰਤਾ। ਸਿੱਟ ਦਾ ਜਿਹੜਾ ਨਵਾਂ ਮੁਖੀ ਸੀ ਉਹ ਵੀ ਅਸਤੀਫਾ ਦੇ ਗਿਆ ਜੀ। ਸਿੱਟ ਜਿਹੜੀ ਬਣਾਈ ਸੀ ਕੈਪਟਨ ਸਾਹਿਬ ਨੇ, ਉਹਨੇ ਆਪਣੀ ਰਿਪੋਰਟ ਪੇਸ਼ ਕੀਤੀ ਆ ਹਾਈ ਕੋਰਟ ਦੇ ਵਿੱਚ। ਮਾਨਯੋਗ ਹਾਈ ਕੋਰਟ ਨੇ ਉਹਦੇ ਤੇ ਜਿਹੜਾ ਹੈਗਾ ਆ ਆਪਣਾ ਫੈਸਲਾ ਕਰਕੇ ਨਵੀਂ ਸਿੱਟ ਬਣਾਉਣ ਲਈ ਕਹਿ ਦਿੱਤਾ ਆ, ਤੇ ਮਹਾਰਾਜ ਸਾਹਿਬ ਨੇ ਉਸ ਤੋਂ ਬਾਅਦ ਨਵੀਂ ਸਿੱਟ ਦਾ ਗਠਨ ਕਰ ਦਿੱਤਾ ਆ, ਤੇ ਜਿਹੜੀ ਕਿ ਬੜੇ ਤੇਜ਼ੀ ਨਾਲ ਕੰਮ ਕਰ ਰਹੀ ਆ। ਮੈਂ ਸਮਝਦਾ ਆ ਕਿ ਹੋਰ ਮਹੀਨੇ ਡੇਢ ਮਹੀਨੇ ਦੇ ਵਿੱਚ ਜਿਹੜੇ ਕਲਪਰੇਟਸ ਹੈਗੇ ਆ, ਕੁਝ ਤਾਂ ਪਹਿਲਾਂ ਹੀ ਅਰੈਸਟ ਹੋ ਚੁੱਕੇ ਆ, ਜਿਹੜੇ ਕੋਈ ਵੱਡੇ ਕਲਪਰੇਟ ਰਹਿ ਗਏ ਆ ਉਹ ਵੀ ਅਰੈਸਟ ਹੋਣਗੇ। ਕੋਈ ਵੀ ਜਿਹੜਾ ਦੋਸ਼ੀ ਆ ਉਹ ਬਚ ਨਹੀਂ ਸਕਦਾ। ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਨਾ, ਉਹ ਬਚਣਾ ਚਾਹੀਦਾ ਆ, ਕਿਉਂਕਿ ਇਹਦੀਆਂ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਦੀ ਗੱਲ ਹੈਗੀ ਆ ਉਹ ਪੰਜਾਬ ਦੇ ਲੋਕਾਂ ਦੀ ਭਾਵਨਾ ਨਾਲ ਜੁੜੀ ਗੱਲ ਆ, ਤੇ ਹਰ ਪੰਜਾਬੀ ਚਾਹੁੰਦਾ ਕਿ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਦੇ ਦੋਸ਼ੀ ਆ ਉਹਨਾਂ ਦੀ ਗ੍ਰਿਫਤਾਰੀ ਹੋਵੇ, ਤੇ ਮੈਂ ਸਮਝਦਾ ਗ੍ਰਿਫਤਾਰੀ ਜ਼ਰੂਰ ਹੋਏਗੀ। 9 ਮਹੀਨੇ ਹੋ ਗਏ ਸਾਡੇ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠੇ ਨੇ ਆਪਣਾ ਹੱਕ ਲੈਣ ਵਾਸਤੇ, 3 ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ। ਸੁਖਬੀਰ ਬਾਦਲ ਜੀ ਦਾ ਬਿਆਨ ਆਉਂਦਾ ਵੀ ਜਿਹੜੇ ਕਿਸਾਨ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਨੇ, ਅਸੀਂ ਉਹਨਾਂ ਨੂੰ, ਸਾਡੀ ਸਰਕਾਰ ਆਵੇ ਤਾਂ ਅਸੀਂ ਉਹਨਾਂ ਨੂੰ ਨੌਕਰੀ ਦੇਵਾਂਗੇ। ਕੈਪਟਨ ਸਾਹਿਬ ਨੇ ਅੱਜ ਤੱਕ 4.5 ਸਾਲ ਦੇ ਵਿੱਚ, ਮੈਂ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ, ਐਸਾ ਕੁਝ ਨਹੀਂ ਕਿਹਾ ਵੀ ਅਸੀਂ ਕਿਸਾਨੀ ਦੇ ਨਾਲ ਖੜੇ ਹਾਂ ਜਾਂ ਉਹਨਾਂ ਦੀ ਹੈਲਪ ਕਰਾਂਗੇ। ਗੱਲ ਇਹ ਆ, ਕਾਂਗਰਸ ਪਾਰਟੀ, ਸਮੁੱਚੀ ਕਾਂਗਰਸ ਪਾਰਟੀ ਕਿਸਾਨ ਮੁੱਦੇ ਦੇ ਨਾਲ ਬਿਲਕੁਲ ਚਟਾਨ ਵਾਂਗ ਖੜੀ ਆ। ਕਿਸਾਨਾਂ ਦਾ ਜਿਹੜਾ ਇਸ਼ੂ ਆ ਉਹਦੇ ਲਈ ਕਾਂਗਰਸ ਪਾਰਟੀ ਨੇ ਲਗਾਤਾਰ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ ਆ। ਭਾਵੇਂ ਰਮਨੀਤ ਸਿੰਘ ਬਿੱਟੂ ਹੋਣਾ ਦੇ ਨਾਲ ਉੱਥੇ ਕਿਸਾਨੀ ਮੁੱਦੇ ਦੇ ਉੱਤੇ ਉਹਨਾਂ ਦੀ ਇਮਦਾਦ ਕਰਨ ਜਾਣ ਲੱਗਿਆਂ ਬਦਸਲੂਕੀ ਵੀ ਕੀਤੀ ਗਈ, ਉਹ ਫੇਰ ਵੀ ਗਏ। ਉਸ ਤੋਂ ਇਲਾਵਾ ਰਮਨੀਤ ਬਿੱਟੂ, ਜਸਵੀਰ ਸਿੰਘ ਡੇਂਪਾ ਜੀ, ਜੀਰਾ ਸਾਹਿਬ, ਹੋਰ ਸਾਡੇ ਕਈ ਲੀਡਰ ਜੰਤਰ ਮੰਤਰ ਤੇ ਆਪਣਾ ਧਰਨਾ ਲਾ ਕੇ ਹੀ ਬੈਠੇ ਰਹੇ ਆ। ਉਹ ਕਿਸਾਨਾਂ ਦੇ ਮੁੱਦੇ ਤੇ ਧਰਨਾ ਲਾ ਕੇ ਬੈਠੇ ਸੀਗੇ। ਉਸ ਤੋਂ ਇਲਾਵਾ ਵੀ ਜੇ ਆਪਾਂ ਗੱਲ ਕਰੀਏ, ਪੰਜਾਬ ਕਾਂਗਰਸ ਨੇ ਜਿਹੜਾ ਮਾਰਚ ਕੱਢਿਆ ਜਿਹਨੂੰ ਹਰਿਆਣਾ ਗਵਰਨਮੈਂਟ ਨੇ ਰੋਕਿਆ, ਉਸ ਤੋਂ ਇਲਾਵਾ ਵੀ ਤੁਸੀਂ ਸਾਰੇ ਪੰਜਾਬ 'ਚ ਦੇਖ ਲਓ, ਜਿੱਥੇ ਵੀ ਕਿਤੇ ਕਿਸਾਨੀ ਸੰਘਰਸ਼ ਹੋਇਆ, ਕਿਸੇ ਵੀ ਕਿਸਾਨੀ ਸੰਘਰਸ਼ ਕਰਨ ਵਾਲੇ ਦੇ ਲੀਡਰ ਦੇ ਉੱਤੇ ਸਰਕਾਰ ਨੇ ਕੋਈ ਪਰਚਾ ਨਹੀਂ ਕੀਤਾ। ਸਰਕਾਰ ਨੇ ਉਹਨਾਂ ਦੇ ਜਿੱਥੇ ਕਿਤੇ ਧਰਨੇ ਲੱਗੇ ਆ, ਧਰਨੇ ਨਹੀਂ ਚੁਕਵਾਏ। ਜੇ ਟੋਲ ਪਲਾਜ਼ਿਆਂ ਉੱਤੇ ਵੀ ਧਰਨੇ ਲੱਗੇ, ਉਹ ਵੀ ਸਰਕਾਰ ਨੇ ਨਹੀਂ ਚੁਕਵਾਏ। ਮੈਂ ਸਮਝਦਾ ਆ ਕਿ ਸਰਕਾਰ ਨੇ ਆਪਣੀ ਹਰ ਹੱਦ ਤੱਕ ਜਾ ਕੇ ਜਿਹੜੇ ਕਿਸਾਨੀ ਜਿਹੜਾ ਹੈ ਸੰਘਰਸ਼ ਆ ਉਹਦੀ ਇਮਦਾਦ ਕੀਤੀ ਆ। ਪਰ ਮੈਂ ਇੱਕ ਗੱਲ ਮਹਿਸੂਸ ਕਰਦੇ ਆ ਕਿ ਜਿਹੜੇ ਸਾਡੇ ਕਿਸਾਨ ਆਗੂ ਹੈਗੇ ਆ ਉਹ ਵੀ ਰਾਜਨੀਤੀ ਦੀ ਦਲਦਲ ਵਿੱਚ ਫਸਦੇ ਜਾ ਰਹੇ ਆ। ਮੁੱਦੇ ਉਹਨਾਂ ਲਈ ਪਿੱਛੇ ਪੈਂਦੇ ਜਾ ਰਹੇ ਆ, ਰਾਜਨੀਤੀ ਉਹਨਾਂ ਲਈ ਅੱਗੇ ਆ ਰਹੀ ਆ। ਦੇਖੋ, ਜੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਕਿਸਾਨੀ ਸੰਘਰਸ਼ 'ਚ ਜਾਂਦਾ ਆ, ਉਹਨੂੰ ਉਹ ਭਾਸ਼ਣ ਵੀ ਕਰਵਾਉਂਦੇ ਆ। ਜੇ ਰਵਨੀਤ ਬਿੱਟੂ ਜਾਂਦਾ ਆ, ਉਹਨੂੰ ਉੱਥੇ ਜਾ ਗਏ ਉਹਨੂੰ ਜਲੀਲ ਕੀਤਾ ਜਾਂਦਾ ਆ। ਮੈਂ ਸਮਝਦਾ ਆ ਕਿ ਕਿਸੇ ਵੀ ਪਾਰਟੀ ਦੇ ਨਾਲ ਕਿਸਾਨਾਂ ਨੂੰ ਵਿਤਕਰਾ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਦੇਖੋ, ਇੱਕ ਗੱਲ ਮੈਂ ਇਹ ਵੀ ਕਹਿਣੀ ਚਾਹੁੰਦਾ ਆ ਕਿ ਕਿਸਾਨ ਆਗੂਆਂ ਨੇ ਸਿਆਸੀ ਆਗੂਆਂ ਨੂੰ ਉੱਥੇ ਐਂਟਰੀ ਬੰਦ ਕਰ ਦਿੱਤੀ। ਆਪਾਂ ਸਿਰਫ ਗਿਣੇ ਚੁਣੇ ਸਿਆਸੀ ਆਗੂਆਂ ਨੂੰ ਇਜਾਜ਼ਤ ਦਿੰਨੇ ਆ, ਉਹਦੇ ਨਾਲ ਕਿਸਾਨੀ ਜਿਹੜਾ ਸੰਘਰਸ਼ ਹੈ ਕਮਜ਼ੋਰ ਹੁੰਦਾ ਆ। ਮੈਂ ਸਮਝਦਾ ਹਾਂ ਕਿ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਦੇ ਲਈ ਸਾਰੀਆਂ ਪਾਰਟੀਆਂ ਇੱਕ ਪਲੇਟਫਾਰਮ ਤੇ ਆ ਕੇ ਜਿਹੜੀ ਮੋਦੀ ਸਰਕਾਰ ਹੈ ਉਹਦਾ ਵਿਰੋਧ ਕਰਦੀਆਂ, ਉਹ ਕਿਸਾਨੀ ਜਿਹੜਾ ਹੈਗਾ ਸੰਘਰਸ਼ ਹੈਗਾ ਉਹਨੂੰ ਸਮਰਥਨ ਦਿੰਦੀਆਂ। ਉਹਦੇ ਨਾਲ ਇਹ ਸੰਘਰਸ਼ ਨੂੰ ਹੋਰ ਮਜ਼ਬੂਤੀ ਮਿਲਣੀ ਸੀ। ਤੇ ਹੁਣ ਵੀ ਮੈਂ ਸੋਚਦਾ ਆ ਕਿ ਜਿੰਨੇ ਵੀ ਜਿਹੜੇ ਕਿਸਾਨ ਆਗੂ ਹੈਗੇ ਆ ਉਹਨਾਂ ਨੂੰ ਇਕਜੁੱਟ ਇਕਮੁੱਠ ਹੋ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਸਮਰਥਨ ਲੈਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਇਕੱਲੀ ਕਾਂਗਰਸ ਦਾ, ਹਰ ਰਾਜਨੀਤਿਕ ਦਲ ਦਾ ਸਮਰਥਨ ਲੈਣਾ ਚਾਹੀਦਾ। ਤੇ ਇਹ ਜਿਹੜਾ ਮੁੱਦਾ ਹੈਗਾ ਆ ਕਿਸਾਨੀ ਨੂੰ ਜਿਹੜਾ ਤਬਾਹ ਕਰਨ ਦੀ ਸਾਜ਼ਿਸ਼ ਰਚੀ ਗਈ ਆ ਕੇਂਦਰ ਸਰਕਾਰ ਵੱਲੋਂ, ਇਸ ਮੁੱਦੇ ਉੱਤੇ ਕਾਂਗਰਸ ਵੀ ਇਹਨਾਂ ਦੇ ਨਾਲ ਖੜੀ ਆ। ਤੇ ਮੈਂ ਸਮਝਦਾ ਆ ਕਿ ਪੰਜਾਬ ਦਾ ਹਿੱਤ ਸੋਚਣ ਵਾਲਾ ਕੋਈ ਵੀ ਬੰਦਾ, ਜਿਹੜਾ ਵੀ ਦੇਖੋ ਕਿਸਾਨੀ ਦੇ ਨਾਲ ਹਰ ਬੰਦਾ ਜੁੜਿਆ ਹੋਇਆ ਆ, ਪੰਜਾਬ ਦਾ ਹਿੱਤ ਸੋਚਣ ਵਾਲਾ ਕੋਈ ਵੀ ਬੰਦਾ ਕਿਸਾਨੀ ਜਿਹੜੇ ਸੰਘਰਸ਼ ਦੇ ਬਾਹਰ ਨਹੀਂ ਜਾ ਸਕਦਾ। ਹਰ ਬੰਦਾ ਕਿਸਾਨੀ ਸੰਘਰਸ਼ ਦੇ ਨਾਲ ਖੜਾ ਆ ਤੇ ਡਟ ਕੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕਰ ਰਿਹਾ। ਇੱਕ ਮੈਂ ਹੋਰ ਗੱਲ ਦੇਖੀ ਆ ਕਿ ਕੁਝ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ ਕਾਂਗਰਸ ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਆ। ਇਹ ਮੈਨੂੰ ਕੁਝ ਏਦਾਂ ਲੱਗ ਰਿਹਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਕੁਝ ਜਿਹੜੇ ਗਲਤ ਅਨਸਰ ਜਿਹੜੇ ਘੁਸਪੈਠ ਕਰ ਰਹੇ ਆ ਤੇ ਉਹ ਕਿਸਾਨੀ ਅੰਦੋਲਨ ਨੂੰ ਹੋਰ ਪਾਸੇ ਨੂੰ ਮੋੜਨ ਜਾ ਰਹੇ ਆ। ਦੇਖੋ, ਨਾ ਤਾਂ ਕਾਂਗਰਸ ਨੇ ਕਿਸਾਨੀ ਸੰਘਰਸ਼ ਦਾ ਵਿਰੋਧ ਕੀਤਾ, ਕਿਸਾਨਾਂ ਦੇ ਲਈ ਕਾਂਗਰਸ ਹਮੇਸ਼ਾ ਖੜੀ ਆ, ਹੁਣ ਵੀ ਖੜੀ ਆ ਤੇ ਖੜੀ ਰਹੂਗੀ। ਇੱਥੋਂ ਤੱਕ ਕਿ ਰਾਹੁਲ ਗਾਂਧੀ ਜੀ ਤੁਹਾਡੇ ਸਾਹਮਣੇ ਐਡਾ ਵੱਡਾ ਮਾਰਚ ਕੱਢਿਆ ਉਹਨਾਂ ਨੇ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਦੇ ਸਮਰਥਨ ਦੇ ਵਿੱਚ। ਤੇ ਆਪਾਂ ਨੂੰ ਜਿੱਥੇ ਵੀ ਕਿਤੇ ਕਿਸਾਨ ਭਰਾਵਾਂ ਨੂੰ ਕਾਂਗਰਸ ਦੀ ਲੋੜ ਹੋਊਗੀ, ਕਾਂਗਰਸ ਇਹਨਾਂ ਦੇ ਨਾਲ ਡਟ ਕੇ। ਪਰ ਕਾਂਗਰਸ ਖੁੱਲ ਕੇ ਸਾਹਮਣੇ ਵੀ ਨਹੀਂ ਆ ਰਹੀ ਇਸ ਮੁੱਦੇ ਤੇ, ਕਿਉਂਕਿ ਤੁਸੀਂ ਦੇਖਿਆ ਕਿ ਅੱਜ ਵੀ ਇੱਕ ਦੋ ਜਗ੍ਹਾ ਕਾਂਗਰਸੀ ਵਿਧਾਇਕਾਂ ਦਾ ਪਿੰਡ ਵਾਲਿਆਂ ਨੇ ਵਿਰੋਧ ਕੀਤਾ, ਉਹਨਾਂ ਨੂੰ ਪਿੰਡ 'ਚ ਵੜਨ ਨਹੀਂ ਦਿੱਤਾ। ਭਾਜਪਾ ਤਾਂ ਚਲੋ ਮੰਨਿਆ ਆਪਾਂ ਹੋਣਾ ਹੀ ਹੋਣਾ, ਪਰ ਕਾਂਗਰਸ ਦੇ ਵਿਧਾਇਕਾਂ ਨੂੰ ਵੀ ਪਿੰਡ 'ਚ ਵੜਨ ਨਹੀਂ ਦੇ ਰਹੇ, ਕਿਉਂਕਿ ਕਾਂਗਰਸੀ ਕਿਸਾਨੀ ਮੁੱਦੇ ਤੇ ਖੁੱਲ ਕੇ ਸਾਹਮਣੇ ਕਿਉਂ ਨਹੀਂ ਆ ਰਹੀ?
ਮੈਂ ਇਹੀ ਗੱਲ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿਹੜੇ ਕੁਝ ਬੰਦੇ ਹੈਗੇ ਉਹ ਕਿਸਾਨੀ ਸੰਘਰਸ਼ ਨੂੰ ਫੇਲ ਕਰਨ ਲਈ ਹਰਕਤਾਂ ਕਰ ਰਹੇ ਆ। ਦੇਖੋ, ਕਿਸਾਨਾਂ ਵੱਲੋਂ ਕਾਂਗਰਸੀ ਆਗੂਆਂ ਦਾ ਵਿਰੋਧ ਕਰਨਾ ਇੱਕ ਬਹੁਤ ਮੰਦਭਾਗੀ ਗੱਲ ਆ। ਕਾਂਗਰਸ ਤਾਂ ਇਹਨਾਂ ਦੇ ਨਾਲ ਖੜੀ ਆ। ਜੇ ਰਾਹੁਲ ਗਾਂਧੀ ਜੀ ਨੇ ਪੰਜਾਬ ਆ ਕੇ ਐਡਾ ਵੱਡਾ ਮਾਰਚ ਕਿਸਾਨਾਂ ਦੇ ਹੱਕ 'ਚ ਕੱਢਿਆ, ਕਿਉਂ ਕੱਢਿਆ? ਕਿਸਾਨੀ ਨੂੰ ਸਮਰਥਨ ਦੇਣ ਲਈ ਕੱਢਿਆ। ਜੇ ਰਵਨੀਤ ਬਿੱਟੂ ਜੰਤਰ ਮੰਤਰ ਦੇ ਧਰਨਾ ਲਾ ਕੇ ਬੈਠਾ ਰਿਹਾ, ਕਿਉਂ ਬੈਠਾ ਰਿਹਾ? ਕਿਸਾਨੀ ਸੰਘਰਸ਼ ਲਈ ਬੈਠਾ ਰਿਹਾ। ਜੇ ਔਜਲਾ ਸਾਹਿਬ, ਜਸਵੀਰ ਡਿੰਪਾ, ਰਵਨੀਤ ਬਿੱਟੂ ਕਿਸਾਨੀ ਸੰਘਰਸ਼ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਖੜਨ ਦੀ ਗੱਲ ਕਰਦੇ ਆ, ਉਹਨਾਂ ਨਾਲ ਉੱਥੇ ਬਦਤਮੀਜ਼ੀ ਕੀਤੀ ਜਾਂਦੀ ਆ। ਮੈਂ ਸਮਝਦਾ ਆ ਕਿ ਪਿੰਡਾਂ ਦੇ ਵਿੱਚ ਕਾਂਗਰਸ ਦਾ ਵਿਰੋਧ ਕਰਨ ਦੀ ਬਜਾਏ ਜਿਹੜੇ ਬੰਦੇ ਇਸ ਐਕਟ ਨੂੰ ਬਣਾਉਣ ਵਾਲੇ ਆ, ਜਿਹੜੇ ਬੰਦੇ ਕਿਸਾਨ ਵਿਰੋਧੀ ਆ, ਉਹਨਾਂ ਦਾ ਵਿਰੋਧ ਹੋਣਾ ਚਾਹੀਦਾ। ਜੇ ਬਿਨਾਂ ਮਤਲਬ ਤੋਂ ਆਪਾਂ ਹਰ ਸਿਆਸੀ ਦਲ ਦਾ ਵਿਰੋਧ ਕਰੀ ਜਾਵਾਂਗੇ, ਹਰ ਸਿਆਸੀ ਲੀਡਰ ਦਾ ਵਿਰੋਧ ਕਰੀ ਜਾਵਾਂਗੇ, ਉਹ ਵੀ ਚੰਗੀ ਗੱਲ ਨਹੀਂ ਆ। ਮੈਨੂੰ ਏਦਾਂ ਲੱਗ ਰਿਹਾ ਵੀ ਕੁਝ ਜਿਹੜੀਆਂ ਤਾਕਤਾਂ ਹੈਗੀਆਂ ਆ, ਜਿਹੜੀਆਂ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਆ, ਉਹਨਾਂ ਵੱਲੋਂ ਇਹ ਪਲੈਨਡ ਗੇਮ ਆ, ਜਿਹੜਾ ਕਿ ਉਹ ਜਾਣ ਬੁੱਝ ਕੇ ਕਾਂਗਰਸ ਦੇ ਆਗੂਆਂ ਦਾ ਪਿੰਡਾਂ ਵਿੱਚ ਵਿਰੋਧ ਕਰਾ ਰਹੇ ਆ। ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ। ਇਹ ਜਿਹੜਾ ਹੈਗਾ ਆ ਪਲੈਨਡ ਪੋਲੀਟੀਕਲ ਸਟੰਟ ਹੈਗਾ ਆ, ਜਿਹੜੀ ਕਿ ਮੈਂ ਸਮਝਦਾ ਆ ਕਿ ਕਿਸੇ ਸਿਆਸੀ ਧਿਰ ਵੱਲੋਂ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ ਹੈ। ਪੰਕਜ ਕਿਰਪਾਲ ਜੀ, ਸੁਖਪਾਲ ਖਹਿਰਾ 4 ਸਾਲ ਆਮ ਆਦਮੀ ਪਾਰਟੀ 'ਚ ਰਹੇ, ਉਸ ਤੋਂ ਬਾਅਦ ਮੁੜ ਕਾਂਗਰਸ 'ਚ ਸ਼ਾਮਲ ਹੋ ਗਏ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਇਹ ਟਿਕਟ ਦੀ ਲਾਲਸਾ ਜਾਂ ਸੱਤਾ ਦੀ ਲਾਲਸਾ ਆ? ਮੈਂ ਤੇ ਸੁਖਪਾਲ ਖਹਿਰਾ ਅਸੀਂ ਇਕੱਠੇ ਯੂਥ ਕਾਂਗਰਸ 'ਚ ਕੰਮ ਕਰਦੇ ਰਹੇ ਹਾਂ। ਮੈਂ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਹੁੰਦਾ ਸੀਗਾ। ਸੁਖਪਾਲ ਖਹਿਰਾ ਮੇਰੇ ਨਾਲ ਵਾਈਸ ਪ੍ਰਧਾਨ ਹੁੰਦਾ ਸੀਗਾ। ਜਸਵੀਰ ਸਿੰਘ ਡਿੰਪਾ ਸਾਡਾ ਪ੍ਰਧਾਨ ਹੁੰਦਾ ਸੀਗਾ। ਮੈਂ ਸੁਖਪਾਲ ਖਹਿਰਾ ਜੀ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਆ। ਉਹ ਯੋਧਾ ਬੰਦਾ ਆ, ਉਹ ਲੜਾਈ ਲੜਦਾ ਆ, ਸੰਘਰਸ਼ ਕਰਨਾ ਵੀ ਜਾਣਦਾ ਆ, ਲੋਕਾਂ ਦੀ ਹੱਕ ਦੀ ਆਵਾਜ਼ ਵੀ ਬੁਲੰਦ ਕਰਦਾ ਆ। ਪਰ ਕਈ ਵਾਰ ਜਿੱਦਾਂ ਬੰਦਾ ਇਮੋਸ਼ਨਲੀ ਹੋ ਜਾਂਦਾ ਆ, ਕਈ ਵਾਰ ਪਾਰਟੀ ਕੋ ਛੱਡ ਕੇ ਚੱਲ ਜਾਂਦਾ ਆ। ਬੜਾ ਲੰਬਾ ਅਰਸਾ ਸੁਖਪਾਲ ਖਹਿਰਾ ਜੀ ਨੇ ਕਾਂਗਰਸ 'ਚ ਕੰਮ ਕੀਤਾ, ਕਈ ਅਹੁਦਿਆਂ ਤੇ ਕੰਮ ਕੀਤਾ, ਬੜੀ ਮਜ਼ਬੂਤੀ ਦੇ ਨਾਲ ਕਾਂਗਰਸ ਤਕੜਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਉਹ ਮੁੜ ਦੁਆਰਾ ਆਪਣੇ ਘਰ 'ਚ ਆਏ ਆ। ਮੈਂ ਸਮਝਦਾ ਆ ਜੇ ਕੋਈ ਕਾਂਗਰਸ ਦੇ ਵਿੱਚ ਆਂਦਾ ਆ ਤੇ ਉਹ ਕਾਂਗਰਸ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਂਦਾ ਆ। ਉਹਨਾਂ ਨੇ ਅਸਲ 'ਚ ਆਮ ਆਦਮੀ ਪਾਰਟੀ 'ਚੋਂ ਸ਼ਾਮਲ ਹੋਏ ਸੀਗੇ। ਉਹਨਾਂ ਨੇ ਆਮ ਆਦਮੀ ਪਾਰਟੀ ਦਾ ਚਿਹਰਾ ਦੇਖ ਲਿਆ, ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇਖ ਲਈ। ਉਹਨਾਂ ਨੂੰ ਸਮਝ ਲੱਗ ਗਿਆ ਕਿ ਜੋ ਇਹ ਸਬਜ਼ਬਾਗ ਲੋਕਾਂ ਨੂੰ ਦਿਖਾਉਂਦੇ ਆ, ਕੱਲਾ ਸੁਖਪਾਲ ਖਹਿਰਾ ਨਹੀਂ, ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਜਿੱਤੇ ਸੀਗੇ ਉਹਨਾਂ ਵਿੱਚੋਂ ਵੱਡੀ ਗਿਣਤੀ 'ਚ ਕਈ ਐਮਐਲਏ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਸ਼ਾਮਲ ਹੋ ਗਏ ਆ। ਉਹਨਾਂ ਲੋਕਾਂ ਨੂੰ ਆਪ ਦਾ ਚਿਹਰਾ ਦਿਖ ਗਿਆ, ਆਪ ਦੀ ਕਾਰਵਾਈ ਦੇਖ ਗਈ, ਆਪ ਦੀ ਕਾਰਗੁਜ਼ਾਰੀ ਦੇਖ ਗਈ। ਇਸ ਕਰਕੇ ਉਹ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆ। ਉਹਨਾਂ ਨੂੰ ਪਤਾ ਆ ਕਿ ਸੂਬੇ ਦੇ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਆ। ਕਾਂਗਰਸ ਪਾਰਟੀ ਨੇ 4.5 ਸਾਲ ਜੋ ਕੰਮ ਕੀਤੇ ਆ, ਲੋਕ ਉਸ ਤੋਂ ਬੜੇ ਖੁਸ਼ ਹੈਗੇ ਆ। ਲੋਕ ਕਾਂਗਰਸ ਦੇ ਨਾਲ ਖੜੇ ਆ। ਮੈਂ ਇੱਥੇ ਤੱਕ ਪਹਿਲਾਂ ਵੀ ਗੱਲ ਕਰਕੇ ਦੁਬਾਰਾ ਫੇਰ ਕਹਿ ਰਿਹਾ ਕਿ 4.5 ਸਾਲ ਤੁਸੀਂ ਕਾਂਗਰਸ ਦੇ ਵਿੱਚ, ਤਾਂ ਜਦੋਂ ਬੰਦਾ ਕੰਮ ਕਰਦਾ ਕੁਛ ਨਾ ਕੁਛ ਉਨਤਾਈਆਂ ਰਹਿ ਜਾਂਦੀਆਂ। ਤੁਹਾਨੂੰ ਕਾਂਗਰਸ ਦੀਆਂ ਕੁਛ ਉਨਤਾਈਆਂ ਦਿਖ ਰਹੀਆਂ, ਪਰ ਮੈਂ ਇੱਕ ਗੱਲ ਕਹਿਣਾ ਕਿ 4.5 ਸਾਲ ਜੋ ਓਪੋਜੀਸ਼ਨ ਦਾ ਰੋਲ ਆ, ਓਪੋਜੀਸ਼ਨ ਨੇ ਪਲੇ ਕੀਤਾ। ਕੋਈ ਆਮ ਆਦਮੀ ਪਾਰਟੀ ਕਦੀ ਸੜਕਾਂ 'ਚ ਆਈ ਆ? ਕਦੀ ਅਕਾਲੀ ਦਲ ਵਾਲਿਆਂ ਨੇ ਸੜਕਾਂ 'ਤੇ? ਹੁਣ ਤਾਂ 6 ਮਹੀਨੇ ਰਹਿ ਗਏ ਆ। ਹੁਣ ਤਾਂ ਹਰ ਜੇ ਕੋਈ ਮਤਲਬ ਛੋਟੀ ਜੀ ਗੱਲ ਵੀ ਕਰਦਾ ਉਹਨੂੰ ਮੁੱਦਾ ਬਣਾ ਕੇ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਇਲੈਕਸ਼ਨ ਸਿਰ ਤੇ ਆ। 4.5 ਸਾਲ ਦੀ ਮੈਨੂੰ ਓਪੋਜੀਸ਼ਨ ਵੀ ਤਾਂ ਆਪਣੀ ਕਾਰਗੁਜ਼ਾਰੀ ਦੱਸ ਦੇਵੇ, ਕਿਸੇ ਨੇ ਕੋਈ ਲੜਾਈ ਲੜੀ ਹੋਵੇ। ਇੰਨੀ ਜ਼ਰੂਰ ਕਾਰਵਾਈ ਆ ਕਿ ਕੇਜਰੀਵਾਲ ਸਾਹਿਬ, ਮਜੀਠੀਆ ਸਾਹਿਬ ਨੂੰ ਜਿਹੜਾ ਇਹ ਡਰੱਗ ਤਸਕਰ ਕਹਿੰਦੇ ਸੀਗੇ, ਲਿਖਤੀ ਮਾਫੀ ਮੰਗੀ ਉਹਨਾਂ ਨੇ। ਜਿਹੜਾ ਬੰਦਾ ਥੁੱਕ ਕੇ ਚੜ ਜਾਵੇ, ਉਹਦੀ ਕਾਹਦੀ ਗਰੰਟੀ ਤੇ ਉਹਦੀ ਕਾਹਦੀ ਜ਼ਬਾਨ? ਇਹੋ ਜਿਹੇ ਲੀਡਰਾਂ ਦੇ ਉੱਤੇ ਪੰਜਾਬ ਭਰੋਸਾ ਨਹੀਂ ਕਰ ਸਕਦਾ। ਪੰਜਾਬ ਦੇ ਵਿੱਚ ਜਿਹੜੇ ਲੋਕ ਆ, ਦਲੇਰੀ ਵਾਲੇ ਲੋਕ ਆ, ਪੰਜਾਬ ਦੇ ਲੋਕ ਸਮਝਦੇ ਆ। ਪੰਜਾਬ ਦੇ ਲੋਕ ਤਾਂ ਉਸ ਲੀਡਰ ਨੂੰ ਪਸੰਦ ਕਰਦੇ ਆ ਜਿਹੜਾ ਦੇਸ਼ ਦੀ ਖਾਤਰ, ਕੌਮ ਦੀ ਖਾਤਰ ਆਪਣਾ ਸਭ ਕੁਝ ਬਰਬਾਦ ਕਰ ਦੇਵੇ। ਜਿਹੜਾ ਬੰਦਾ ਲੰਮਾ ਹੀ ਪੈ ਗਿਆ, ਜਿਹੜਾ ਬੰਦਾ ਮਾਫੀਆ ਮੰਗਣ ਲੱਗ ਗਿਆ, ਇਹੋ ਜਿਹੇ ਲੀਡਰ ਨੂੰ ਪੰਜਾਬੀ ਪਸੰਦ ਨਹੀਂ ਕਰਦੇ। ਤਾਂ ਮਤਲਬ ਤੁਸੀਂ ਆਮ ਆਦਮੀ ਪਾਰਟੀ ਦਾ ਭਵਿੱਖ ਪੰਜਾਬ 'ਚ ਕੁਝ ਨਹੀਂ ਸਮਝਦੇ? ਆਮ ਆਦਮੀ ਪਾਰਟੀ ਦਾ ਪਿਛਲੀ ਵਾਰ ਜਿੰਨਾ ਰੌਲਾ ਸੀਗਾ, ਕੀ ਤੁਸੀਂ ਮੈਨੂੰ ਦੱਸ ਸਕਦੇ ਆ ਕਿ ਉਨਾ ਰੌਲਾ ਐਤਕੀ ਹੈਗਾ? ਐਤਕੀ ਦਾ ਲੋਕ ਉਹਨਾਂ ਦਾ ਨਾਮ ਹੀ ਨਹੀਂ ਲੈਂਦੇ ਪਏ। ਜੇ ਪਿਛਲੀ ਵਾਰ ਐਡੇ ਵੱਡੇ ਰੌਲੇ ਤੋਂ ਬਾਅਦ ਉਹਨਾਂ ਦੀਆਂ ਸੀਟਾਂ 18-20 ਆਈਆਂ ਸਾਰੀਆਂ, ਤੇ ਹੁਣ ਤਾਂ ਤੁਸੀਂ ਹਾਲਾਤ ਸਮਝ ਲਿਓ 10 ਵੀ ਨਹੀਂ ਟੱਪਣਾ ਐਤਕੀ ਇਹਨਾਂ ਨੇ। ਆਮ ਆਦਮੀ ਪਾਰਟੀ ਦੇ ਜਿੰਨੇ ਜਿੱਤੇ ਹੋਏ ਐਮਐਲਏ ਆ, ਉਹਨਾਂ ਦੇ ਹਲਕਿਆਂ 'ਚ ਉਹਨਾਂ ਦਾ ਸਰਵੇ ਕਰਵਾ ਕੇ ਦੇਖ ਲਓ, ਤੁਹਾਨੂੰ ਆਪਣੇ ਪਤਾ ਲੱਗ ਜਾਏਗਾ ਆਮ ਆਦਮੀ ਪਾਰਟੀ ਕਿੱਥੇ ਖੜੀ ਆ। ਉਹਨਾਂ ਦੇ ਐਮਐਲਏ ਜਿੱਤੇ ਉਹ ਛੱਡ ਕੇ ਕਾਂਗਰਸ ਵੱਲ ਨੂੰ ਆ ਰਹੇ ਆ। ਮੇਰਾ ਖਿਆਲ ਚੋਣਾਂ ਤੋਂ ਪਹਿਲਾਂ ਘੱਟ ਤੋਂ ਘੱਟ 4-5 ਐਮਐਲਏ ਉਹਨਾਂ ਦੇ ਹੋਰ ਕਾਂਗਰਸ 'ਚ ਆ ਜਾਣਗੇ। ਹਾਲਾਤ ਇਹ ਹੋਏ ਹੋ ਆ ਕਿ ਆਮ ਆਦਮੀ ਪਾਰਟੀ ਦੇਖੋ, ਲੋਕਾਂ ਨੂੰ ਆਪਾਂ ਜਦੋਂ ਗੱਲ ਕਰਦੇ ਆ ਕਿ ਸਾਡਾ ਵਿਜ਼ਨ ਆ, ਸਾਡਾ ਵਿਜ਼ਨ ਆ,
ਜਿਹੜਾ ਕੋਈ ਕਾਂਗਰਸ ਚੋਂ ਭੱਜ ਜਾਂਦਾ ਉਹ ਆਮ ਆਦਮੀ ਪਾਰਟੀ ਸ਼ਾਮਲ ਕਰਾਂਦੀ, ਜਿਹੜਾ ਅਕਾਲੀ ਦਲ ਚੋਂ ਭੱਜ ਗਿਆ ਉਹ ਆਮ ਆਦਮੀ। ਜਿਹੜੇ ਬੰਦੇ ਕਾਂਗਰਸ 'ਚ ਰਹਿੰਦੇ ਤਾਂ ਉਹਨਾਂ ਨੂੰ ਮਾੜਾ ਦੱਸਦੇ ਆ, ਜੇ ਇਹਨਾਂ ਦੀ ਪਾਰਟੀ ਚੱਲ ਚੰਗੇ ਹੋ ਜਾਂਦੇ ਆ। ਲੋਕ ਇਹੋ ਜਿਹੀ ਪਾਰਟੀਆਂ ਨੂੰ ਬਰਦਾਸ਼ਤ ਨਹੀਂ ਕਰਦੇ, ਨਾ ਲੋਕ ਇਹੋ ਜਿਹੀ ਪਾਰਟੀਆਂ ਨੂੰ ਮਤਲਬ ਅੱਗੇ ਲਿਆਉਣਾ ਚਾਹਣਗੇ। ਲੋਕਾਂ ਨੇ ਕਾਂਗਰਸ ਦਾ ਕੰਮ ਦੇਖਿਆ ਆ, ਲੋਕਾਂ ਨੇ ਕਾਂਗਰਸ ਦੇ ਕੰਮ ਨੂੰ ਦੇਖਿਆ ਆ। ਮੋਰ ਓਵਰ ਜਿਹੜਾ ਥੋੜਾ ਬਹੁਤਾ ਪੰਜਾਬ ਦੇ ਵਿੱਚ ਆ ਜਿਹੜਾ ਮਾਹੌਲ ਬਣਿਆ ਆ, ਲੋਕ ਸਮਝਦੇ ਆ ਪਤਾ ਨਹੀਂ ਕਿਆ ਹੋਣਾ, ਕਹਿੰਦੇ 2-4 ਦਿਨ ਦੇ ਵਿੱਚ ਸਾਰਾ ਫੈਸਲਾ ਸਾਡੀ ਕਾਂਗਰਸ ਹਾਈਕਮਾਂਡ ਨੇ ਕਰ ਦੇਣਾ ਆ। ਜੋ ਵੀ ਜਿਹੜਾ ਹੈਗਾ ਆ ਪ੍ਰਧਾਨ ਲਗਾਉਣਾ ਉਹਨੂੰ ਪ੍ਰਧਾਨ ਲਗਾ ਦੇਣਗੇ, ਜਿਹੜਾ ਮੁੱਖ ਮੰਤਰੀ ਹੈਗਾ ਉਹ ਕਰੇਗਾ। ਸਾਰੇ ਰਲ ਮਿਲ ਕੇ ਕਾਂਗਰਸ ਸਾਰੀ ਇਕਜੁੱਟ ਇਕਮੁੱਠ ਹੋ ਕੇ ਅਗਲੀ ਲੜਾਈ ਸ਼ੁਰੂ ਕਰੇਗੀ। ਪੰਜਾਬ 'ਚ ਕਾਂਗਰਸ ਦੇ ਲਈ ਬਹੁਤ ਵਧੀਆ ਮਾਹੌਲ ਬਣਨ ਜਾ ਰਿਹਾ। ਕਾਂਗਰਸ ਐਤਕੀ ਅੱਗੇ ਨਾਲੋਂ ਵੱਧ ਸੀਟਾਂ ਜਿੱਤ ਕੇ ਦੁਬਾਰਾ ਆਪਣੀ ਸਰਕਾਰ ਬਣਾਏਗੀ। ਗੜਸ਼ੰਕਰ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਜਾਵੇ, ਕਿਰਪਾਲ ਜੀ ਤੁਸੀਂ ਲੰਮਾ ਅਰਸਾ ਇਸ ਖੇਤਰ 'ਚ ਵਿਚਰੇ ਹੋ ਔਰ ਤੁਸੀਂ ਕੰਮ ਵੀ ਕੀਤਾ ਹੈ, ਪਰ ਕੰਢੀ ਕਨਾਲ ਨਹਿਰ ਜਿਹੜੀ ਹੈ ਪਿਛਲੇ 47 ਸਾਲਾਂ ਤੋਂ ਬੰਦ ਪਈ ਹੈ। 2 ਵਾਰੀ ਪੰਡਿਤ ਸਰਵਣ ਰਾਮ ਜੀ ਐਮਐਲਏ ਰਹੇ, ਫਿਰ 2 ਵਾਰੀ ਲਵ ਕੁਮਾਰ ਗੋਲਡੀ ਜੀ ਰਹੇ। ਕੀ ਉਹ ਚਾਲੂ ਨਹੀਂ ਸੀ ਕਰਵਾ ਸਕਦੇ? ਹੁਣ ਤਾਂ ਕਾਂਗਰਸ ਸਰਕਾਰ ਹੈ, ਹੁਣ ਵੀ ਨਹੀਂ ਤੁਸੀਂ ਕਰਵਾ ਸਕਦੇ? ਮੈਂ ਪੰਡਿਤ ਸਰਵਣ ਰਾਮ ਜੀ ਜਾਂ ਲਵ ਕੁਮਾਰ ਗੋਲਡੀ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਮੈਂ ਗੱਲ ਇਹ ਕਹਿਣੀ ਚਾਹੁੰਦਾ, ਜਿਹੜਾ ਕੰਢੀ ਕਨਾਲ ਦਾ ਕੰਮ ਹੈਗਾ ਆ ਉਹ ਕਾਂਗਰਸ ਦੇ ਰਾਜ ਦੇ ਵਿੱਚ ਸ਼ੁਰੂ ਹੋਇਆ ਸੀਗਾ। ਕਾਂਗਰਸ ਨੇ ਉਹਦਾ ਜਿਹੜਾ ਵੱਡਾ ਪੋਰਸ਼ਨ ਹੈਗਾ ਆ ਕੰਢੀ ਕਨਾਲ ਦਾ, ਉਹ ਕਾਂਗਰਸ ਸਰਕਾਰਾਂ ਦੇ ਰਾਜ ਦੇ ਵਿੱਚ ਹੀ ਬਣਾਇਆ ਗਿਆ। ਪਰ ਜਿਹੜਾ ਪਿਛਲੀ ਅਕਾਲੀ ਸਰਕਾਰ ਦੇ ਵੇਲੇ ਕੰਮ ਹੋਇਆ ਉਹਦੇ ਵਿੱਚ ਬੜਾ ਵੱਡਾ ਕਰਪਸ਼ਨ ਦਾ ਸਕੈਂਡਲ ਸਾਹਮਣੇ ਆਇਆ, ਜਿਹਦੇ ਵਿੱਚ ਕਈ ਅਫਸਰ ਜੇਲ੍ਹ ਦੇ ਵਿੱਚ ਬੈਠੇ ਆ। ਉਹਦੀ ਇਨਕੁਆਇਰੀ ਚੱਲ ਰਹੀ ਆ, ਜਿਹਦੇ ਕਰਕੇ ਕੰਮ ਰੁਕ ਗਿਆ। ਤੇ ਜਦ ਤੱਕ ਕੋਰਟ ਦਾ ਮਤਲਬ ਨਹੀਂ ਹੁੰਦਾ ਉਹ ਤਾਂ ਕੰਮ ਕਿੱਦਾਂ ਸ਼ੁਰੂ ਕਰ ਦੇਣ? ਜਿਹੜਾ ਪੈਸਾ ਗਵਰਨਮੈਂਟ ਦਾ ਲੱਗਾ ਹੋਇਆ ਆ, ਜਿਹੜਾ ਅਕਾਲੀਆਂ ਦੇ ਰਾਜ ਦੇ ਵਿੱਚ ਜਿਹੜੀ ਕਰਪਸ਼ਨ ਉਹਦੇ ਵਿੱਚ ਕੰਢੀ ਕਨਾਲ ਦੇ ਵਿੱਚ ਹੋਈ ਹੋਈ ਆ, ਉਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਹੋ ਜਾਂਦਾ। ਉਹ ਜਿਹੜਾ ਪੈਸਾ ਹੈਗਾ ਕਿਹਨੇ ਖਾਦਾ ਕਿੱਦਾਂ ਖਾਦਾ, ਉਹ ਸਾਰਾ ਕੰਮ ਚੱਲ ਰਿਹਾ ਆ। ਜਦੋਂ ਉਹਦਾ ਹੋ ਜਾਏਗਾ ਕੰਢੀ ਕਨਾਲ ਦਾ ਕੰਮ ਤਾਂ ਲਗਭਗ ਮੁਕੰਮਲ ਹੈਗਾ। ਚਲੋ ਇਸ ਮਾਮਲੇ ਤੁਸੀਂ ਪੱਲਾ ਝਾੜਦੇ ਨਜ਼ਰ ਆ ਰਹੇ ਹੋ ਮੈਨੂੰ ਕਿਤੇ ਨਾ ਕਿਤੇ, ਪਰ ਮੁੱਦਾ ਇਹ ਹੈ ਕਿ ਗੜਸ਼ੰਕਰ ਦਾ ਇੱਕ ਬਾਈਪਾਸ ਦਾ ਮੁੱਦਾ ਵੀ ਚੱਲ ਰਿਹਾ ਹੈ। ਤੁਸੀਂ ਤਕੜੇ ਲੀਡਰ ਹਾਈ ਰਹੇ ਹੋ, ਤੁਸੀਂ ਵੀ ਆਪ ਵੀ ਵੱਡੀਆਂ ਜਿਹੜੀਆਂ ਅਹੁਦੇਦਾਰੀਆਂ ਤੇ ਰਹੇ ਹੋ, ਹੈ ਨਾ। ਗੜਸ਼ੰਕਰ ਬਾਈਪਾਸ ਦਾ ਮੁੱਦਾ ਵੀ ਤੁਸੀਂ ਹੱਲ ਹੀ ਕਰਵਾ ਸਕੇ? ਮੈਂ ਸਮਝਦਾ ਹਾਂ ਕਿ ਬਾਈਪਾਸ ਦਾ ਜਿਹੜਾ ਮੁੱਦਾ ਆ ਬੜਾ ਜ਼ਰੂਰੀ ਮੁੱਦਾ ਆ। ਇਹ ਇਕੱਲੇ ਜੇ ਗੜਸ਼ੰਕਰ ਨਾਲ ਕੰਸਰਨ ਕਹੀਏ, ਇਕੱਲੇ ਗੜਸ਼ੰਕਰ ਨਾਲ ਕੰਸਰਨ ਨਹੀਂ ਹੈਗਾ। ਮੈਂ ਸਮਝਦਾ ਹਾਂ ਕਿ ਜਿੰਨੀ ਵੀ ਜਿਹੜੀ ਚੰਡੀਗੜ੍ਹ ਤੋਂ ਲੈ ਕੇ ਜੇ ਪਠਾਨਕੋਟ ਤੱਕ ਜਿਹੜੀ ਸੜਕ ਹੈਗੀ ਆ, ਇਹਦੇ ਉੱਤੇ ਜਿੰਨੇ ਵੀ ਹਲਕੇ ਪੈਂਦੇ ਆ, ਸਾਰੇ ਐਮਐਲਏ ਇੱਥੋਂ ਲੰਘਦੇ ਆ। ਇਹ ਸਾਰਿਆਂ ਦਾ ਸਾਂਝਾ ਮੁੱਦਾ ਆ, ਬੀਜੇਪੀ ਦਾ ਵੀ, ਕਾਂਗਰਸ ਦਾ ਵੀ, ਅਕਾਲੀ ਦਲ ਦਾ ਵੀ। ਮੈਂ ਸਮਝਦਾ ਹਾਂ ਕਿ ਕਿਸੇ ਵੀ ਲੀਡਰ ਨੇ, ਭਾਵੇਂ ਕਾਂਗਰਸ ਦਾ ਹੋਵੇ, ਭਾਵੇਂ ਅਕਾਲੀ ਦਲ ਦਾ ਹੋਵੇ, ਭਾਵੇਂ ਬੀਜੇਪੀ ਦਾ ਹੋਵੇ, ਭਾਵੇਂ ਕੋਈ ਝਾੜੂ ਵਾਲਾ ਹੋਵੇ, ਕਿਸੇ ਨੇ ਵੀ ਇਸ ਮੁੱਦੇ ਨੂੰ ਸਹੀ ਢੰਗ ਨਾਲ ਚੱਕਿਆ ਨਹੀਂ ਹੈਗਾ। ਨਾ ਸਹੀ ਢੰਗ ਨਾਲ ਕਿਸੇ ਨੇ ਇਹਦੀ ਲੜਾਈ ਲੜੀ ਹੈਗੀ ਆ। ਮੈਂ ਸਮਝਦਾ ਜੇ ਕਿਤੇ ਪਰਮਾਤਮਾ ਨੇ ਕਿਤੇ ਮੈਨੂੰ ਮੌਕਾ ਦਿੱਤਾ ਤਾਂ ਮੈਂ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਇਸ ਮੁੱਦੇ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰੂੰਗਾ। ਇਹ ਜ਼ਰੂਰਤ ਆ, ਇਹ ਇਕੱਲਾ ਇਹ ਨਹੀਂ ਹੈਗਾ ਕਿ ਪੰਕਜ ਨੂੰ ਜ਼ਰੂਰਤ ਆ ਜਾਂ ਬੈਂਸ ਸਾਹਿਬ ਨੂੰ ਜ਼ਰੂਰਤ ਆ। ਇਸ ਬਾਈਪਾਸ ਦੀ ਸਮੁੱਚੇ ਗੜਸ਼ੰਕਰ ਇਲਾਕੇ ਨੂੰ, ਪਲੱਸ ਮੈਂ ਕਹੂੰਗਾ ਕਿ ਸਾਰੇ ਜਿੰਨਾ ਵੀ ਜਿਹੜਾ ਬੈਲਟ ਹੈਗੀ ਆ ਕੰਢੀ ਵਾਲੀ, ਸਾਰਿਆਂ ਨੂੰ ਲੋੜ ਹੈ ਇਹਦੀ। ਇਹ ਬਹੁਤ ਜ਼ਰੂਰੀ ਆ। ਬਲਾਚੌਰ ਬਣ ਗਿਆ, ਗੜਸ਼ੰਕਰ ਹੀ ਬਣਨਾ ਚਾਹੀਦਾ ਆ, ਹੁਸ਼ਿਆਰਪੁਰ ਬਣ ਚੁੱਕਾ ਆ। ਜੇ ਬਾਈਪਾਸ ਬਣੇਗਾ ਤਾਂ ਉਹਦੇ ਨਾਲ ਮੈਂ ਸਮਝਦਾ ਆ ਕਿ ਲੋਕਾਂ ਦੀ ਆਵਾਜਾਈ ਸੁਖਾਲੀ ਹੋ। ਤੁਸੀਂ ਇੱਕ ਕਾਂਗਰਸ ਦੇ ਸੱਚੇ ਸਿਪਾਹੀ ਹੋ, ਕੀ ਤੁਸੀਂ ਕਦੀ ਇਹਦੀ ਕੈਪਟਨ ਸਾਹਿਬ ਤੱਕ ਜਾਂ ਕਦੇ ਕਾਂਗਰਸ ਦੇ ਮਿਨਿਸਟਰ ਤੱਕ ਇਹਦੀ ਗੱਲ ਆਵਾਜ਼ ਬੁਲੰਦ ਕੀਤੀ ਹੈ ਜੀ? ਸ਼ਾਇਦ ਤੁਹਾਡੀ ਜਾਣਕਾਰੀ ਵਿੱਚ ਨਹੀਂ ਹੈਗਾ ਕਿ ਸਾਡੇ ਸੁੰਦਰ ਸ਼ਾਮ ਅਰੋੜਾ ਜੀ ਜਿਹੜੇ ਮੰਤਰੀ ਸਾਹਿਬ ਹੈਗੇ ਆ, ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹਦਾ ਬਕਾਇਦਾ ਮੁੱਦਾ ਚੱਕਿਆ ਤੇ ਸਰਕਾਰ ਵੱਲੋਂ ਇਹਦਾ ਐਸਟੀਮੇਟ ਵੀ ਲਗਵਾਇਆ ਜਾ ਰਿਹਾ। ਪਰ ਮੈਂ ਸਮਝਦਾ ਕਿ ਐਸਟੀਮੇਟ ਲਗਵਾਉਣ ਦੇ ਨਾਲ, ਮੁੱਦਾ ਚੱਕਣ ਦੇ ਨਾਲ ਇਹ ਇਕੱਲਾ ਹੱਲ ਨਹੀਂ ਹੈਗਾ। ਇਹਦਾ ਹੱਲ ਰਿਐਲਿਟੀ 'ਚ ਹੋਣਾ ਚਾਹੀਦਾ ਆ। ਧਰਾਤਲ ਤੇ ਲੋਕਾਂ ਨੂੰ ਇਹ ਕੰਮ ਹੋਇਆ ਦਿਖਣਾ ਚਾਹੀਦਾ ਆ ਕਿ ਸਾਡੇ ਇੱਥੇ ਬਾਈਪਾਸ ਬਣ ਗਿਆ ਆ, ਉਹ ਲੋਕਾਂ ਨੂੰ ਦਿਖਣਾ ਚਾਹੀਦਾ, ਹੋਣਾ ਚਾਹੀਦਾ ਹੈ। ਕਾਂਗਰਸ ਇੱਕ ਬੜੀ ਪੁਰਾਣੀ ਪਾਰਟੀ ਹੈ ਜੀ। ਤੁਹਾਡੇ 2 ਵਾਰੀ ਵਿਧਾਇਕ ਰਹੇ ਲਵ ਕੁਮਾਰ ਗੋਲਡੀ ਜੀ, 2 ਵਾਰੀ ਹਾਰ ਗਏ ਨੇ। ਪਿਛਲੀ ਵਾਰ ਉਹ ਤੀਸਰੇ ਨੰਬਰ ਤੇ ਕਾਂਗਰਸ ਤੁਹਾਡੀ ਆਈ ਹੈ। ਤੁਹਾਡੇ ਸਾਰਿਆਂ ਦੀ ਕਾਰਗੁਜ਼ਾਰੀ ਤੇ ਸਵਾਲੀ ਨਿਸ਼ਾਨ ਇੱਕ ਉੱਠਦਾ ਹੈ। ਇਕੱਲੇ ਲਵ ਕੁਮਾਰ ਗੋਲਡੀ ਦੀ ਆਪਾਂ ਗੱਲ ਕਰੀਏ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਕਾਰਗੁਜ਼ਾਰੀ, ਤੁਹਾਡੇ ਜਿੰਨੇ ਵੀ ਤੁਸੀਂ ਕਾਂਗਰਸ ਦੇ ਵਰਕਰ ਹੋ ਜਾਂ ਮੈਂਬਰ ਹੋ, ਤੁਹਾਡੇ ਸਾਰਿਆਂ ਦੇ ਸਵਾਲੀ ਨਿਸ਼ਾਨ ਆਇਆ। ਤੀਜੇ ਨੰਬਰ ਤੇ ਕਾਂਗਰਸ ਪਿਛਲੀ ਵਾਰ ਰਹੀ ਹੈ, ਇਸ ਵਾਰ ਫਿਰ ਉਹਨਾਂ ਨੂੰ ਹਲਕਾ ਇੰਚਾਰਜ ਲਾਤਾ ਜਾਂਦਾ। ਇਹ ਕੀ ਸਮਝਦੇ ਹੋ ਤੁਸੀਂ? ਗੱਲ ਇਹ ਆ, ਜਿਹੜਾ ਹਲਕਾ ਇੰਚਾਰਜ ਦੀ ਮੈਂ ਤਾਂ ਕਹਿੰਦਾ ਕੋਈ ਕਾਂਗਰਸ ਦੇ ਵਿੱਚ ਕੋਈ ਸੰਵਿਧਾਨਕ ਪੋਸਟ ਤਾਂ ਹੈ ਨਹੀਂ ਗੀ, ਪਰ ਸਰਕਾਰ ਵੱਲੋਂ ਕੰਮ ਚਲਾਉਣ ਦੇ ਲਈ ਜਿਹੜੇ ਹਾਰੇ ਹੋਏ ਐਮਐਲਏ ਆ ਉਹਨਾਂ ਨੂੰ ਹਲਕਾ ਇੰਚਾਰਜ ਲਗਾਤਾ ਜਾਂਦਾ ਆ। ਉਹ ਕਿਸੇ ਨਾ ਕਿਸੇ ਨੇ ਤਾਂ ਕੰਮ ਹਲਕੇ ਦਾ ਦੇਖਣਾ ਹੀ ਆ। ਤੇ ਜਿਹੜਾ ਇਲੈਕਸ਼ਨ ਲੜਿਆ ਹੁੰਦਾ, ਹਰਿਆ ਐਮਐਲਏ ਹੁੰਦਾ, ਉਹਨੂੰ ਪਾਰਟੀ ਇੰਚਾਰਜ ਲਗਾ ਦਿੰਦੀ ਆ। ਗੋਲਡੀ ਸਾਹਿਬ ਵੀ ਉਸੇ ਹੀ
ਇਹ ਦਾਇਰੇ ਦੇ ਵਿੱਚ ਆਪਣਾ ਕੰਮ ਜਿਹੜਾ ਹਲਕੇ ਦਾ ਦੇਖ ਰਹੇ ਆ। ਦੇਖੋ ਮੈਂ ਸਮਝਦਾ ਕਿ ਪਹਿਲੀ ਵਾਰ ਗੋਲਡੀ ਸਾਹਿਬ ਜਿੱਤੇ ਸੀਗੇ 18,000 ਵੋਟ ਨਾਲ, ਦੂਜੀ ਵਾਰੀ ਜਿੱਤੇ 4,000 ਵੋਟ ਨਾਲ, ਤੀਜੀ ਵਾਰੀ ਹਾਰੇ 6,000 ਵੋਟ ਨਾਲ। ਹੁਣ ਐਤਕੀ ਤੀਜੇ ਨੰਬਰ ਤੇ ਆਏ ਆ। ਲਗਾਤਾਰ ਗ੍ਰਾਫ ਘਟਦਾ ਜਾ ਰਿਹਾ ਆ। ਸਾਨੂੰ ਸਾਰਿਆਂ ਨੂੰ, ਮੈਂ ਇਹ ਨਹੀਂ ਕਹਿੰਦਾ ਵੀ ਇਕੱਲਾ ਗੋਲਡੀ ਇਹਦੇ ਲਈ ਜ਼ਿੰਮੇਵਾਰ ਆ, ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਬੜੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈਗੀ ਆ। ਦੇਖੋ ਬਾਰ-ਬਾਰ ਸਾਡਾ ਗ੍ਰਾਫ ਅੱਗੇ ਨਾਲੋਂ ਘਟੀ ਜਾਵੇ, ਇਹ ਬੜੀ ਮੰਦਭਾਗੀ ਗੱਲ ਆ। ਪਰ ਮੈਂ ਇੱਕ ਇਹਦੇ ਵਿੱਚ ਚੰਗੀ ਗੱਲ ਵੀ ਕਹਿਣਾ ਕਿ ਇਸ ਤੋਂ ਬਾਅਦ ਜਿਹੜੀ ਲੋਕ ਸਭਾ ਦੀ ਚੋਣਾਂ ਆਈਆਂ ਆ ਉਹਦੇ ਵਿੱਚ ਇਹ ਕਾਂਗਰਸ ਪਾਰਟੀ ਇੱਥੋਂ ਗੜਸ਼ੰਕਰ ਵਿਧਾਨ ਸਭਾ ਹਲਕੇ ਤੋਂ ਜਿੱਤੀ ਆ, ਤਕਰੀਬਨ 37-3800 ਵੋਟ ਦੇ ਫਰਕ ਨਾਲ ਜਿੱਤੀ ਆ। ਤੇ ਉਸ ਵੇਲੇ ਮੈਂ ਸਮਝਦਾ ਕਿ ਦੇਖੋ ਅਕਾਲੀ ਬੀਜੇਪੀ ਇਕੱਠੇ ਸੀਗੇ ਜਦੋਂ ਅਸੀਂ ਜਿੱਤੇ ਆ। ਮੋਦੀ ਸਾਹਿਬ ਦੀ ਸਾਰੇ ਹਿੰਦੁਸਤਾਨ 'ਚ ਬੜੀ ਵੱਡੀ ਲਹਿਰ ਵੀ ਸੀਗੀ। ਪਰ ਹੁਣ ਬੀਜੇਪੀ ਅਕਾਲੀ ਦਲ ਦੇ ਨਾਲੋਂ ਅਲੱਗ ਹੋ ਗਈ ਆ ਤੇ ਅਕਾਲੀ ਦਲ ਬੀਐਸਪੀ ਇਕੱਠੇ ਲੜ ਰਹੇ ਹੈਗੇ ਆ। ਤੇ ਹੁਣ ਨਵੇਂ ਸਮੀਕਰਨ ਹਲਕੇ 'ਚ ਬਣੇ ਆ। ਮੈਂ ਸਮਝਦਾ ਕਿ ਐਤਕੀ ਗੜਸ਼ੰਕਰ ਦੇ ਵਿੱਚੋਂ ਵੀ ਕਾਂਗਰਸ ਪਾਰਟੀ ਜਿਹਨੂੰ ਮਰਜ਼ੀ ਇੱਥੋਂ ਉਮੀਦਵਾਰ ਬਣਾਵੇ ਤੇ ਆਪਾਂ ਰਲ ਮਿਲ ਕੇ ਸਾਰੇ ਉਹਨੂੰ ਜਿਤਾਵਾਂਗੇ, ਜਿਹਨੂੰ ਮਰਜ਼ੀ ਕਿ ਤੁਹਾਨੂੰ। ਦੇਖੋ ਗੱਲ ਇਹ ਜੇ ਮੈਂ 99 ਦਾ ਪਾਰਟੀ ਲਈ ਵਰਕ ਕਰ ਰਿਹਾ, 33 ਸਾਲ ਦਾ। ਤੁਹਾਡੀਆਂ ਪਿਛਲੇ ਕਈ ਵਿਧਾਨ ਸਭਾ ਹਲਕੇ ਦੇ ਵਿੱਚ ਤੁਸੀਂ ਟਿਕਟ ਲੈਣ ਦੇ ਕਾਫੀ ਚਾਹਵਾਨ ਸੀਗੇ ਔਰ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਟਿਕਟ ਨਹੀਂ ਮਿਲੀ, ਤੁਹਾਡੀ ਨਾਰਾਜ਼ਗੀਆਂ ਵੀ ਦੇਖਣ ਨੂੰ ਮਿਲੀਆਂ। ਜੇ ਇਸ ਵਾਰ ਟਿਕਟ ਨਹੀਂ ਮਿਲਦੀ ਕੀ ਤੁਸੀਂ ਦੁਬਾਰਾ ਨਾਰਾਜ਼ਗੀ ਦੱਸੂ ਕਹੋਗੇ? 33 ਸਾਲ ਦਾ ਮੇਰਾ ਰਾਜਨੀਤਿਕ ਸਫ਼ਰ ਹੈਗਾ ਆ, ਬੜਾ ਲੰਬਾ ਅਰਸਾ ਹੋ ਗਿਆ। ਯੂਥ ਕਾਂਗਰਸ ਵੀ ਕੰਮ ਕੀਤਾ, ਕਾਂਗਰਸ ਵੀ ਕੰਮ ਕੀਤਾ, ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਰਿਹਾ, DCU ਦਾ ਚੇਅਰਮੈਨ ਵੀ ਰਿਹਾ। ਮੈਂ ਮਤਲਬ ਕੋਈ ਅਜਿਹਾ ਗ੍ਰਾਸ ਰੂਟ ਦਾ ਅਹੁਦਾ ਨਹੀਂ ਹੈਗਾ ਜਿਹੜਾ ਇਲੈਕਟਡ ਹੋਵੇ ਤੇ ਮੈਂ ਲੜ ਕੇ ਨਾ ਜਿੱਤਿਆ ਹੋਵਾਂ। ਮੈਂ ਕੋਆਪਰੇਟਿਵ ਸੁਸਾਇਟੀ, ਹਿੰਦੂ ਕੋਆਪਰੇਟਿਵ ਬੈਂਕ ਦਾ ਪ੍ਰਧਾਨ ਰਿਹਾ, ਇਲੈਕਟਡ। DCU ਦਾ ਚੇਅਰਮੈਨ ਰਿਹਾ, ਸਾਰੇ ਜ਼ਿਲ੍ਹੇ ਦੀ ਕੋਆਪਰੇਟਿਵ ਸੁਸਾਇਟੀਆਂ ਦਾ ਇਲੈਕਟਡ ਚੇਅਰਮੈਨ ਰਿਹਾ ਮੈਂ। ਉਸ ਤੋਂ ਇਲਾਵਾ ਮੇਰੀ ਵਾਈਫ ਜਿਹੜੀ ਹੈਗੀ ਉਹ MC ਜਿੱਤੀ ਹੈਗੀ ਆ। ਮਤਲਬ ਕੋਈ ਲੋਕਲ ਲੀਡਰ ਅਜਿਹਾ ਨਹੀਂ ਹੈਗਾ ਜਿਹਨੇ ਹਰ ਹੇਠਲੇ ਪੱਧਰ ਦੇ ਜਿਹੜੇ ਗ੍ਰਾਸ ਰੂਟ ਤੇ ਜਿਹੜੇ ਲੋਕਤੰਤਰ ਦੇ ਥੰਮ ਹੁੰਦੇ ਆ ਉਹਨਾਂ ਨੂੰ ਕਦੀ ਜਿੱਤ ਕੇ ਆਇਆ ਹੋਵੇ। ਮੈਂ ਹਰ ਛੋਟੀ ਪੋਸਟ ਤੇ ਇਲੈਕਸ਼ਨ ਲੜ ਕੇ ਜਿੱਤ ਕੇ ਆਏ ਆ। ਮਤਲਬ ਤੁਸੀਂ ਆਪਣੀ ਦਾਅਵੇਦਾਰੀ ਪੱਕੀ ਪੇਸ਼ ਕਰ ਰਹੇ ਹੋ। 7 ਵਾਰ ਮੈਂ ਬਾਰ ਦਾ ਪ੍ਰਧਾਨ ਰਿਹਾ ਆ। ਦੇਖੋ ਦਾਅਵੇਦਾਰੀ ਪੇਸ਼ ਕਰਨਾ ਹਰ ਬੰਦੇ ਦਾ ਹੱਕ ਆ, ਲੜਾਣਾ ਨਾ ਲੜਾਣਾ ਉਹ ਪਾਰਟੀ ਦੀ ਮਰਜ਼ੀ ਆ। ਬਾਕੀ ਜੋ ਪਾਰਟੀ ਦਾ ਹੁਕਮ ਹੋਏਗਾ, ਮੈਂ ਪਾਰਟੀ ਹੁਕਮ ਦੇ ਨਾਲ ਬੱਝਿਆ ਬੰਦਾ ਆ। 33 ਸਾਲਾਂ ਦੇ ਵਿੱਚ ਕਾਂਗਰਸ ਲਈ ਬੜਾ ਕੁਝ ਕੀਤਾ ਆ ਤੇ ਦੇਖੋ ਮੇਰੇ ਮਨ 'ਚ ਵੀ ਖੁਆਇਸ਼ ਹੁੰਦੀ ਆ ਕਿ ਪਾਰਟੀ ਮੈਨੂੰ ਮੇਰੇ ਕੀਤੇ ਹੋਏ ਕੰਮਾਂ ਦੀ ਰਿਕੋਗਨੀਸ਼ਨ ਦੇਵੇ, ਪਾਰਟੀ ਮੈਨੂੰ ਇੱਥੋਂ ਚੋਣ ਲੜਾਵੇ। ਪਰ ਗੱਲ ਇਹ ਆ ਜੋ ਹੁਕਮ ਪਾਰਟੀ ਦਾ ਹੋਊਗਾ ਉਹ ਮੇਰੇ ਸਿਰ ਮੱਥੇ ਆ। ਮੈਂ ਪਾਰਟੀ ਨਾਲ ਖੜਾ ਆ ਤੇ ਡਟ ਕੇ ਪਾਰਟੀ ਦੀ ਲੜਾਈ ਲੜਾਂਗੇ। ਤੇ ਐਤਕੀ ਮੈਂ ਮਹਿਸੂਸ ਕਰਦਾ ਆ ਕਿ ਜੋ ਮਾਹੌਲ ਬਣਿਆ ਆ ਪੰਜਾਬ ਦਾ, ਜੋ ਸਾਡੇ ਹਲਕੇ ਦਾ ਮਾਹੌਲ ਬਣਿਆ ਆ ਕਾਂਗਰਸ ਦੇ ਵਿੱਚ। ਇੱਥੇ ਦੇਖੋ ਬਲਾਕ ਸੰਮਤੀ ਚੋਣਾਂ ਆਪਾਂ ਜਿੱਤੇ ਆ, ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਸੀਟਾਂ ਆਪਾਂ ਜਿੱਤੇ ਆ, ਆਪਾਂ ਮਿਊਨਿਸਪੈਲਿਟੀ ਜਿੱਤੇ ਹੈਗੇ ਆ। ਆਪਾਂ ਇੱਥੋਂ ਤੱਕ ਕਿ ਮਤਲਬ ਹਰ ਛੋਟਾ ਇਲੈਕਸ਼ਨ ਜਿਹੜਾ ਹੈਗਾ ਆ ਕਾਂਗਰਸ ਇੱਥੋਂ ਜਿੱਤੀ ਆ। ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਅਸੀਂ ਜਿੱਤੇ ਆ ਤੇ ਮੈਂ ਸਮਝਦਾ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਬੈਟਰ ਰਿਜ਼ਲਟ ਕਾਂਗਰਸ ਦੇਵੇਗੀ। ਪਰ ਕਾਂਗਰਸ ਹਾਈ ਕਮਾਂਡ ਨੂੰ ਵੀ ਸੋਚਣਾ ਚਾਹੀਦਾ ਹੈ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਬਾਰ-ਬਾਰ ਜਿਸ ਬੰਦੇ ਨੂੰ ਆਪਾਂ ਅਜਮਾ ਲਿਆ ਆ ਤੇ ਉਹਨੂੰ ਬਾਰ-ਬਾਰ ਅਜਮਾਈ ਜਾਈਏ ਉਹ ਵੀ ਬੈਟਰ ਨਹੀਂ ਹੈਗਾ। ਉਹਦੇ ਬਾਰੇ ਵੀ ਪਾਰਟੀ ਨੂੰ ਕੁਝ ਸੋਚਣਾ ਚਾਹੀਦਾ ਆ। ਮੈਂ ਸਮਝਦਾ ਆ ਕਿ 2-4 ਦਿਨਾਂ ਦੇ ਵਿੱਚ ਪਾਰਟੀ ਦੀ ਨਵੀਂ ਲੀਡਰਸ਼ਿਪ, ਪਾਰਟੀ ਦੀ ਜਿਹੜੀ ਕਮਾਨ ਸੰਭਾਲੂਗੀ ਤੇ ਕੁਝ ਨਵੇਂ ਫੈਸਲੇ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹਦੇ ਨਾਲ ਹਲਕੇ ਵਿੱਚ ਜਿਹੜੀ ਹੈਗੀ ਆ ਕਾਂਗਰਸ ਹੋਰ ਮਜ਼ਬੂਤ ਹੋ ਕੇ ਉਭਰੇਗੀ। ਤੇ ਮਤਲਬ ਤੁਸੀਂ ਸਿੱਧੇ ਤੌਰ ਤੇ ਇਹ ਕਹਿਣਾ ਚਾਹੁੰਦੇ ਹੋ ਕਿ ਲਵ ਕੁਮਾਰ ਗੋਲਡੀ ਨੂੰ ਇਸ ਵਾਰ ਟਿਕਟ ਨਾ ਦਿੱਤੀ ਜਾਵੇ, ਕੋਈ ਨਵਾਂ ਉਮੀਦਵਾਰ ਕੋਈ ਵੀ ਹੋਵੇ? ਮੈਂ ਦੇਖੋ ਮੈਂ ਤਾਂ ਆਪਣਾ ਦਾਅਵਾ ਪੇਸ਼ ਕਰਦਾ, ਮੈਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਤੇ ਬਾਕੀ ਜਦੋਂ ਮੈਨੂੰ ਹਾਈ ਕਮਾਂਡ